to see you. Good to see you We'll too. do social distancing. Sure. How's the campaign going? The campaign's going well. Oh, that's nice. I can see. You know, these are COVID days, right? And during the COVID period, you will see only my staff, the people who are working full-time on the campaign, the volunteers, and my manager. Otherwise, besides these 5 women in here, nobody comes in because That's we've got, nice. yeah. Thank you for calling us and giving us time. So, No, jab let's ਗੱਲਬਾਤ start go. ਕਰੀਏ। And what we're doing is we're making phone calls, which people are making from homes. And then we have a leaflet drop that some of them go out and give. But no door knocking. Different this time. Well, different. Everything is different. Thank you for having us today. No, it's great. ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਕੈਂਪੇਨ ਆਫਿਸ ਜਿਨੀ ਸਿਮਸ ਦੇ ਕਿਉਂਕਿ ਅਸੀਂ ਸਟੱਡੀ ਪੈਨੋਰਾਮਾ ਦੇ ਵਿੱਚ ਹੈਗੇ ਹਾਂ ਤੇ ਇੱਥੋਂ ਰੀ ਇਲੈਕਸ਼ਨ ਦੇ ਲਈ ਐਨਟੀਪੀ ਦੇ ਵੱਲੋਂ ਜਿਨੀ ਸਿਮਸ ਅੱਗੇ ਨੇ ਸਿਟਿੰਗ ਐਮਐਲਏ ਸੀਗੇ ਤੇ ਹੁਣ ਉਹ ਰੀ ਇਲੈਕਸ਼ਨ ਦੇ ਲਈ ਹੁਣ ਅੱਗੇ ਆਏ ਨੇ। ਉਹਨਾਂ ਨੇ ਕਿਹਾ ਕਿ ਜਿਹੜੇ 3 ਸਾਲਾਂ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਅੱਗੇ ਵੀ ਕਰਦੇ ਰਹਿਣਗੇ। ਸੋ ਉਹਨਾਂ 3 ਸਾਲਾਂ ਦੇ ਬਾਰੇ ਗੱਲਬਾਤ ਕਰਾਂਗੇ, ਆਉਣ ਵਾਲੇ ਪਲਾਨਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਪ੍ਰੀਵੀਅਸ ਲਾਈਫ ਹੈਗੀ ਹੈ, ਉਹਨਾਂ ਦੇ ਚਾਈਲਡਹੁੱਡ ਤੋਂ ਲੈ ਕੇ ਤੇ ਵੱਡੇ ਹੋਣ ਤੱਕ ਦਾ ਸਫ਼ਰ ਵੀ ਅੱਜ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਅਸੀਂ ਕਰਾਂਗੇ ਗੱਲ ਕਿ ਕਿਸ ਤਰ੍ਹਾਂ ਦਾ ਉਹ ਸਫ਼ਰ ਰਿਹਾ। ਸੋ ਵੈਲਕਮ ਕਰਦੇ ਹਾਂ ਜਿਨੀ ਦਾ। ਜਿਨੀ ਵੈਲਕਮ। ਥੈਂਕ ਯੂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਸ਼ੂ ਬਹੁਤ ਸਾਰੇ ਹੈਗੇ ਇਲੈਕਸ਼ਨ ਦੇ ਵਿੱਚ, ਪਰ ਇਲੈਕਸ਼ਨ ਦੇ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਲੈਟਸ ਟੇਕ ਯੂ ਟੂ ਯੂਰ ਚਾਈਲਡਹੁੱਡ ਕਿ ਤੁਸੀਂ ਇੰਗਲੈਂਡ ਦੇ ਵਿੱਚ ਬੋਰਨ ਹੋਏ ਸੀਗੇ, ਬਟ ਹਾਊ ਯੂ ਕਮ ਇਨ ਕੈਨੇਡਾ? ਨਹੀਂ, ਮੇਰਾ ਜਨਮ ਤਾਂ ਇੰਡੀਆ ਵਿੱਚ ਹੀ ਹੋਇਆ ਸੀ, ਪੰਜਾਬ ਦੇ ਵਿੱਚ। ਓਕੇ, ਆਈ ਥਾਟ ਨੋ ਛੋਟਾ ਜਿਹਾ ਪਿੰਡ ਹੈਗਾ ਆ ਓਕੇ ਆਊਟਸਾਈਡ ਆਫ ਜਲੰਧਰ, ਨੂਰਮਹਿਲ ਦੇ ਲਾਗੇ ਪਬਮਾ। ਓਕੇ, ਉੱਥੇ ਮੇਰਾ ਜਨਮ ਹੋਇਆ ਸੀ, ਉੱਥੇ ਹੀ ਮੈਂ ਸਕੂਲ ਗਈ ਸੀ। ਓਕੇ, ਉਹਨਾਂ ਦਿਨਾਂ ਦੈਟਸ ਵਾਈ ਯੂ ਹੈਵ ਗੁੱਡ ਪੰਜਾਬੀ। ਉਹਨਾਂ ਦਿਨਾਂ ਦੇ ਵਿੱਚ ਤੱਪੜਾਂ ਤੇ ਬੈਠ ਕੇ ਪੜ੍ਹਦੇ ਹੁੰਦੇ ਸੀ ਬਾਹਰ। ਤੇ ਜਦੋਂ ਅਸੀਂ ਹਨਾ ਪਰਚੇ ਵੀ ਲਿਖੀਦੇ ਸੀਗੇ, ਐਗਜ਼ਾਮਸ ਹੁੰਦੇ ਸੀਗੇ, ਐਡੀ ਦੂਰ ਦੂਰ ਬਿਠਾ ਦਿੰਦੇ ਹੁੰਦੇ ਸੀਗੇ। ਸੋ ਮੇਰੇ ਕੋਲ ਬਹੁਤ ਹੀ ਸਵੀਟ ਜਿੱਦਾਂ ਵੀ ਮਿੱਠੀਆਂ ਯਾਦਾਂ ਹੈਗੀਆਂ ਆਪਣੇ ਸਕੂਲ ਦੀਆਂ ਇੰਡੀਆ ਦੇ ਵਿੱਚ ਵੀ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ, ਇੱਕ ਮੇਰੀ ਕਜ਼ਨ ਹੁੰਦੀ ਸੀ ਜਿਹੜੀ ਬਿਲਕੁਲ ਨਹੀਂ ਸੀ ਸਕੂਲ ਲਾਈਕ ਕਰਦੀ। ਉਹ ਸਕੂਲੋਂ ਹੀ ਦੌੜ ਜਾਂਦੀ ਹੁੰਦੀ ਸੀ ਘਰ ਚੱਲ ਜਾਣਾ ਹੁਣ। ਪਰ ਮੈਂ ਸਕੂਲ ਸ਼ੁਰੂ ਤੋਂ ਬਹੁਤ ਹੀ ਲਾਈਕ ਕੀਤਾ। ਓ ਦੈਟਸ ਨਾਈਸ। ਸੋ ਉੱਥੋਂ ਫਿਰ ਇੰਗਲੈਂਡ ਦਾ ਸਫ਼ਰ ਕਿੱਦਾਂ ਹੋਇਆ? ਮੇਰੇ ਡੈਡ ਇੰਗਲੈਂਡ ਨੂੰ ਪਹਿਲਾਂ ਆ ਗਏ ਸੀਗੇ। ਓਕੇ, ਉਦੋਂ ਪਹਿਲਾਂ ਮੇਰਾ ਗ੍ਰੈਂਡਫਾਦਰ ਵੀ ਇੰਗਲੈਂਡ ਵਿੱਚ ਹੀ ਸੀਗਾ ਤੇ ਅਸੀਂ 5 ਸਾਲ ਬਾਅਦ ਆਏ ਸੀ। ਮੇਰੀ ਮਾਮ ਤੇ ਮੇਰੇ 3 ਛੋਟੇ ਭਰਾ। ਓਕੇ, ਤੇ ਮੈਂ ਉਦੋਂ 9 ਸਾਲਾਂ ਦੀ ਸੀ। ਤੇ ਸੋ ਅਸੀਂ 4 ਜਾਣੇ ਆਏ। ਮੰਥ ਵੀ ਅਕਤੂਬਰ ਸੀਗਾ, ਠੰਡ ਵੀ ਬਹੁਤ ਸੀ ਇੰਗਲੈਂਡ ਵਾਲੀ, ਮੀਂਹ ਵੀ ਪੈਂਦਾ ਸੀਗਾ। ਤੇ ਇੱਕ ਮੈਨੂੰ ਅੱਜ ਤੱਕ ਵੀ ਯਾਦ ਆ ਜਦੋਂ ਅਸੀਂ 에ਅਰਪੋਰਟ ਤੋਂ ਉਤਰੇ ਨਾ, ਇੱਕ ਤਾਂ ਜਿੱਦਾਂ ਵੀ ਆਪਾਂ ਨੂੰ ਆਦਤ ਹੈ ਨਹੀਂ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ, ਅਸੀਂ ਤਾਂ ਪਿੰਡ ਚੋਂ ਹੀ ਆਏ ਸੀ ਰਾਈਟ। ਤੇ ਦੂਸਰੀ ਗੱਲ ਜਦੋਂ ਅਸੀਂ ਬਾਹਰ ਵੀ ਨਿਕਲੇ ਨਾ, ਮੈਂ ਤਾਂ ਰੋਵਾਂ ਵੀ ਮੈਂ ਵਾਪਸ ਜਾਣਾ ਕਰਕੇ ਮੈਂ ਆਉਣਾ ਨਹੀਂ ਸੀ ਚਾਹੁੰਦੀ, ਕਰਕੇ ਮੈਂ ਨਾਨਕਿਆਂ ਤੋਂ ਵੀ ਦਾਦਕਿਆਂ ਤੋਂ ਵੀ ਦੋਨੋਂ ਪਾਸਿਆਂ ਦੇ ਪਹਿਲਾ ਬੱਚਾ ਸੀ। ਸੋ ਮੈਨੂੰ ਬਹੁਤ ਪਿਆਰ ਸੀਗਾ ਦੋਨਾਂ ਸਾਈਡਸ ਦੇ ਨਾਲ। ਤੇ ਮੈਂ ਜਦੋਂ ਮਾਮੀਆਂ ਨੂੰ ਤਾਇਆ ਚਾਚੀਆਂ ਨੂੰ ਛੱਡਿਆ, ਮੈਂ ਤਾਂ ਇਦਾਂ ਰੋਂਦੀ ਸੀ। ਮੈਂ ਤਾਂ ਪਲੇਨ ਦੀਆਂ ਪੌੜੀਆਂ ਫੜ ਲਈਆਂ ਸੀ, ਉਹਨਾਂ ਦਿਨ ਵਿੱਚ ਬਾਹਰ ਪੌੜੀਆਂ ਹੁੰਦੀਆਂ ਸੀਗੀਆਂ, ਪੌੜੀ ਫੜ ਲਈ ਤਾਂ ਮੈਨੂੰ 2-3 ਜਾਣੇ ਛਡਾ ਕੇ ਅੰਦਰ ਲੈ ਕੇ ਗਏ ਸੀਗੇ। ਜਦੋਂ ਅਸੀਂ ਇੰਗਲੈਂਡ 'ਚ ਉਤਰੇ ਤੇ ਬਾਹਰ ਕਾਰ ਵੈਨ ਡੈਡੀ ਲੈ ਕੇ ਆਇਆ ਸੀਗਾ ਤੇ ਨਾਲ ਸਾਡੇ ਉੱਥੇ ਰਿਸ਼ਤੇਦਾਰ ਵੀ ਨਾਲ ਹੀ ਸੀ। ਜਦੋਂ ਅਸੀਂ ਬਾਹਰ ਨਿਕਲੇ, ਛੱਤਾਂ ਤਾਂ ਇੱਦਾਂ ਦੀਆਂ, ਮੈਂ ਉੱਚੀ ਉੱਚੀ ਰੋਵਾਂ। ਮੈਂ ਕਿਹਾ ਮੈਂ ਨਹੀਂ ਇੱਥੇ ਰਹਿਣਾ, ਮੈਂ ਜਾਣਾ ਵਾਪਸ ਪਬਮਾ ਨੂੰ, ਕਿਉਂਕਿ ਮੈਂ ਕਿਹਾ ਇੱਥੇ ਤਾਂ ਲੋਕਾਂ ਕੋਲ ਘਰ ਵੀ ਹੈ ਨਹੀਂ। ਓਕੇ, ਵੀ ਡਿਫਰੈਂਟ ਤਰੀਕੇ ਦੇ ਆ ਨਾ। ਸੋ ਬਹੁਤ ਹੀ ਅਲੱਗ ਲੱਗਦਾ ਸੀ। ਲੱਗਦਾ ਸੀ। 9 ਸਾਲ ਦੀ ਜਿਨੀ ਤਾਂ ਇੰਗਲੈਂਡ ਦੇ ਵਿੱਚ ਵੱਡੇ ਹੋਏ, ਤਾਂ ਕਿਸ ਤਰ੍ਹਾਂ ਕਿਹੜੀ ਸਟੱਡੀ ਕੀਤੀ ਤੁਸੀਂ? ਕਿਉਂਕਿ ਹੁਣ ਪੋਲੀਟਿਕਸ ਦੇ ਵਿੱਚ ਆਉਣ ਦਾ ਤੁਹਾਡਾ ਮਨ ਜਿਹੜਾ ਹੈਗਾ ਕੈਨੇਡਾ ਆ ਕੇ ਕੀਤਾ ਹੈਗਾ, ਪਰ ਉਸ ਤੋਂ ਪਹਿਲਾਂ ਤੁਸੀਂ ਕਿੱਦਾਂ ਸਟੱਡੀ ਕੀਤੀ? ਕਿਹੜੀ ਸਟੱਡੀ ਦੇ ਵਿੱਚ ਤੁਸੀਂ ਅੱਗੇ ਸੀਗੇ? ਦੇਖੋ, ਪਹਿਲਾਂ ਸਕੂਲ 'ਚ ਜਾਣਾ ਉਹਨਾਂ ਦਿਨਾਂ ਵਿੱਚ ਬਹੁਤ ਮੁਸ਼ਕਲ ਸੀ, ਕਿਉਂਕਿ ਆਪਣਾ ਉੱਥੇ ਕੋਈ ਹੈ ਨਹੀਂ ਸੀ। ਮੈਂ ਤਾਂ ਮੇਰੇ ਭਰਾ ਹੀ ਸੀਗੇ ਜਦੋਂ ਅਸੀਂ ਐਲੀਮੈਂਟਰੀ ਸਕੂਲ ਵਿੱਚ ਗਏ ਹਾਂ ਤੇ ਨਾ ਹੀ ਉਹਨਾਂ ਦੇ ਦਿਨਾਂ ਵਿੱਚ ਕੋਈ ESL ਸੀਗੀ। ਤੁਹਾਨੂੰ ਕਲਾਸਰੂਮ ਵਿੱਚ ਬਿਠਾ ਦਿੰਦੇ ਹੁੰਦੇ ਸੀਗੇ, ਤੁਸੀਂ ਸਿੱਖੋ ਨਾ ਸਿੱਖੋ। ਤੇ ਮੈਨੂੰ ਨੀਂਦ ਆ ਜਾਂਦੀ ਹੁੰਦੀ ਸੀ, ਓ ਮਾਈ ਗੁੱਡਨੈਸ, ਕਰਕੇ ਪਤਾ ਹੀ ਨਹੀਂ ਸੀ ਵੀ ਕੀ ਕਹਿੰਦੇ ਆ। ਪਰ ਜਿਹੜੀ ਮੈਥ ਆ ਉਹ ਮੇਰੇ ਲਈ ਸੌਖੀ ਸੀਗੀ, ਬਾਕੀ ਸਭ ਕੁਛ ਨਹੀਂ। ਇੱਕ ਦਿਨ ਇੱਕ ਟੀਚਰ ਨੇ ਮੇਰੇ ਉੱਪਰ ਚੋਕ ਮਾਰਿਆ ਤੇ ਮੇਰੀ ਚੇਅਰ ਪਿੱਛੇ ਨੂੰ ਹੋ ਗਈ ਤੇ ਉੱਥੇ ਸਕੂਲ ਯੂਨੀਫਾਰਮ ਪਾਈ ਦੀ ਆ। ਮੈਨੂੰ ਇੰਨਾ ਐਂਬੈਰਸਮੈਂਟ ਮੈਂ ਫੀਲ ਕੀਤਾ, ਮੈਂ ਉਦੋਂ ਹੀ ਸੋਚ ਲਿਆ ਵੀ ਮੈਂ ਤਾਂ ਹੁਣ ਕੁਛ ਕਰਕੇ ਦਿਖਾ ਲੂੰਗੀ ਰਾਈਟ। ਐਂਡ ਇੱਕ ਸਾਡੀ ਹੈਡ ਮਿਸਟਰਸ ਸੀਗੀ, ਉਹ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਲੈ ਜਾਣਾ ਵੀ, ਉਹਨੂੰ ਪਤਾ ਸੀ ਮੈਂ ਉਦਾਸ ਵੀ ਸੀਗੀ।
ਸੋ ਐਜੂਕੇਸ਼ਨ ਕਰਦੇ ਕਰਦੇ ਮੈਨੂੰ ਇੰਨੀਆਂ ਵਧੀਆ ਟੀਚਰ ਮਿਲ ਜਾਣਾ ਜਿਹੜੇ ਮੇਰੇ ਅੱਜ ਵੀ ਰੋਲ ਮਾਡਲਸ ਆ, ਜਿਨ੍ਹਾਂ ਨੇ ਮੈਨੂੰ ਆਪਣਾਪਨ ਵੀ ਦਿਖਾਇਆ, ਮੇਰੀ ਮੈਂਟਰਿੰਗ ਵੀ ਕੀਤੀ ਤੇ ਮੈਨੂੰ ਪੜਾਇਆ ਵੀ। ਤੇ ਬਾਜੇ ਵੇਲੇ ਨਾ ਵੀ ਅੰਦਰੋਂ ਡਰ ਲੱਗਦਾ ਸੀਗਾ। ਜਦੋਂ ਮੈਂ ਹਾਈ ਸਕੂਲ ਨੂੰ ਗਈ, ਉਹਨਾਂ ਦਿਨਾਂ ਵਿੱਚ ਗ੍ਰੇਡਡ ਕਲਾਸਿਸ ਹੁੰਦੀਆਂ ਸੀਗੀਆਂ, ਮੈਨੂੰ ਸਭ ਦੇ ਥੱਲੇ ਤੇ ਕਲਾਸ ਦੇ ਵਿੱਚ ਪਾ ਦਿੱਤਾ ਕਰਕੇ 1 ਸਾਲ ਹੀ 6 ਮਹੀਨੇ ਐਲੀਮੈਂਟਰੀ ਸਕੂਲ ਗਈ ਸੀਗੀ। ਤੇ ਮੈਨੂੰ ਇਦਾਂ ਮਹਿਸੂਸ ਹੋਵੇ, ਪਰ ਵਿਦਿਨ ਅ ਈਅਰ ਮੈਨੂੰ ਏ ਸਟਰੀਮ ਦੇ ਵਿੱਚ ਪਾ ਦਿੱਤਾ ਸੀਗਾ। ਪਰ ਉਦੋਂ ਵੀ ਜਦੋਂ ਹੈ ਨਾ ਪ੍ਰਿੰਸੀਪਲ ਮਿਸਿਸ ਲੇਡੀ ਪੌਨਜ਼ਨਬੀ ਡਕ ਸੀ ਉਹਦਾ ਨਾਮ, ਜਦੋਂ ਉਹਨਾਂ ਨੇ ਮੈਨੂੰ ਆਫਿਸ ਵਿੱਚ ਮੰਗਾਇਆ, ਆਈ was shaking like this, ਪਰ ਉਹਨੇ ਇਹੀ ਕਿਹਾ ਸੀਗਾ ਵੀ ਤੇਰਾ ਪ੍ਰਮੋਸ਼ਨ ਕਰਨ ਲੱਗੇ ਆ ਜੀ। ਫਿਰ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਯੂਨੀਵਰਸਿਟੀ ਲਈ ਵੀ, ਪਰ ਸਕੂਲ ਵਿੱਚ ਵੀ ਮੈਂ ਹੈੱਡ ਗਰਲ ਚੁਣੀ ਗਈ। ਪਹਿਲਾਂ ਪ੍ਰੀਫੈਕਟ ਸੀਗੀ, ਫਿਰ ਮੈਨੂੰ ਹੈੱਡ ਗਰਲ ਬਣਾ ਦਿੱਤਾ। ਪਰ ਜਦੋਂ ਮੈਂ ਪੜ੍ਹਦੀ ਸੀਗੀ, ਆਈ ਲਵ ਸਟੱਡੀਇੰਗ, ਤੇ ਇੱਕ ਸੀਗਾ ਮੈਂ ਸਪੋਰਟਸ ਦੇ ਵਿੱਚ ਟੌਪ ਨੌਚ ਵੀ ਸੀਗੀ। ਸੋ ਦੋਨਾਂ ਚੀਜ਼ਾਂ ਦੇ ਨਾਲ ਰਲਮਿਲ ਹੋ ਗਿਆ। ਪਰ ਪਹਿਲੇ ਦਿਨਾਂ ਦੇ ਵਿੱਚ ਮੈਨੂੰ ਹੁਣ ਯਾਦ ਆਇਆ, ਅਸੀਂ ਜਦੋਂ ਸਕੂਲ ਨੂੰ ਜਾਣਾ, ਕੁੜੀਆਂ 3-4 ਹੁੰਦੀਆਂ ਸੀ, 올 ਗਰਲਸ ਸਕੂਲ ਸੀਗਾ ਮੇਰਾ ਹਾਈ ਸਕੂਲ। ਮੈਂ ਉਹਨਾਂ ਦੇ ਨਾਲ ਹੀ ਬੱਸ ਚੜ੍ਹ ਜਾਣਾ ਤੇ ਉਹਨਾਂ ਦੀ ਯੂਨੀਫਾਰਮ ਦੇਖ ਕੇ ਉਹਨਾਂ ਦੇ ਮਗਰ ਲੱਗ ਜਾਣਾ। ਇੱਕ ਦਿਨ ਉਹਨਾਂ ਨੇ ਸੋਚ ਲਿਆ ਵੀ ਇਹਨੂੰ ਤਾਂ ਰਾਹ ਦਾ ਨਹੀਂ ਪਤਾ। ਉਹ ਹੋਰ ਬੱਸ ਸਟਾਪ ਤੇ ਉਤਰ ਗਈਆਂ, ਮੈਂ ਵੀ ਉਤਰ ਗਈ। ਉਹ ਫਿਰ ਗਲੀਆਂ ਗਲੀਆਂ ਅੰਦਰ ਚੱਲ ਗਈਆਂ ਤੇ ਮੈਨੂੰ ਪਤਾ ਨਾ ਲੱਗੇ ਵੀ ਕਾਂ ਕਿੱਦਾਂ ਵਾਪਸ ਘਰ ਨੂੰ ਜਾਣਾ, ਕਾਂ ਵੀ ਕਿੱਥੇ ਵੀ ਮੇਰਾ ਸਕੂਲ ਹੈਗਾ ਆ। ਮੈਂ ਵੀ ਫਿਰ ਉੱਦਾਂ ਸਿੱਧੇ ਪੁੱਠੇ ਤੁਰੀ ਗਈ ਤੇ ਫਿਰ ਮੈਨੂੰ ਇੱਕ ਹੋਰ ਬੱਚਾ ਕੁੜੀ ਦਿਸ ਪਈ ਜਿਹਦੀ ਮੇਰੇ ਨਾਲ ਦੀ ਯੂਨੀਫਾਰਮ ਪਾਈ ਸੀ। ਮੈਂ ਫਿਰ ਉਹਦੇ ਮਗਰ ਹੌਲੀ ਹੌਲੀ ਚੱਲ ਗਈ। ਤਾਂ ਫਿਰ ਉਹ ਜਿਹੜੇ ਗਰਲਸ ਸੀਗੀਆਂ ਉਹਨਾਂ ਨੇ ਐਂਬੈਰਸਮੈਂਟ ਵੀ ਫੀਲ ਕੀਤੀ ਨਾ, ਜਦੋਂ ਹੈਡ ਮਿਸਟਰਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਹ ਕਰਨਾ ਨਹੀਂ ਚਾਹੀਦਾ, ਕਰਕੇ ਮੈਂ ਲੇਟ ਹੋ ਗਈ ਸੀ ਸਕੂਲ ਲਈ। ਸੋ ਉਹਨਾਂ ਦਿਨਾਂ ਵਿੱਚ ਬਹੁਤ ਕੁਛ ਸਹਿਣਾ ਵੀ ਪੈਂਦਾ ਹੁੰਦਾ ਆ, ਮੈਨੂੰ ਮਹਿਸੂਸ ਹੈਗਾ ਆ। ਤੇ ਇੱਕ ਮੈਂ ਕਦੀ ਵੀ ਰੇਸਿਜ਼ਮ ਨਹੀਂ ਸੀ ਮਹਿਸੂਸ ਕੀਤਾ, ਕਰਿਆ ਮੇਰਾ ਪਰਸਨੈਲਿਟੀ ਇੱਦਾਂ ਦੀ ਆ। ਪਰ ਜਦੋਂ ਇੰਡੀਆ 'ਚੋਂ ਤੇ ਯੂਗਾਂਡਾ ਤੋਂ ਹੋਰ ਆਪਣੇ ਇਮੀਗ੍ਰੈਂਟਸ ਫੈਮਲੀਜ਼ ਆਉਣ ਲੱਗ ਪਈਆਂ ਤੇ ਅਸੀਂ ਟੇਬਲ ਤੇ ਬੈਠੇ ਸੀਗੇ ਖਾਣਾ ਖਾਂਦੇ, ਉੱਥੇ ਲੰਚ ਪ੍ਰੋਵਾਈਡ ਕਰਦੇ ਆ ਨਾ, ਫੁੱਲ ਲੰਚ। ਤੇ ਅਸੀਂ ਜਿਹੜੀਆਂ ਬਾਕੀ ਕੁੜੀਆਂ ਮੇਰੇ ਨਾਲ ਬੈਠੀਆਂ ਸੀਗੀਆਂ ਕਹਿੰਦੀਆਂ ਪਰੇ ਹੋ ਜਾਵੋ, ਉਹ ਨਾ ਸਾਡੇ ਨਾਲ ਆ ਕੇ ਬਹਿ ਜਾਣ। ਤੇ ਉਹ 2 ਕੁੜੀਆਂ ਸੀਗੀਆਂ ਵੀ ਪੰਜਾਬ 'ਚੋਂ ਆਈਆਂ ਸੀਗੀਆਂ, ਉਹਨਾਂ ਦੀਆਂ ਲੰਬੀਆਂ ਲੰਬੀਆਂ ਗੁੱਤਾਂ ਕੀਤੀਆਂ ਸੀਗੀਆਂ, ਪੂਰੀ ਤਰ੍ਹਾਂ ਯੂਨੀਫਾਰਮ ਪਾਈ ਸੀਗੀ। ਤੇ ਮੈਂ ਕਿਹਾ ਵੀ ਕਿਉਂ? ਉਹ ਕਹਿੰਦੀਆਂ ਬਿਕਾਜ਼ ਦੇ ਆਰ ਨਾਟ ਵਨ ਆਫ ਅਸ। ਉਸ ਦਿਨ ਮੈंने ਬਹੁਤ ਮਹਿਸੂਸ ਕੀਤਾ, ਮੈਂ ਘਰ ਜਾ ਕੇ ਰੋਈ ਵੀ। ਮੈਂ ਕਿਹਾ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਬਟ ਆਈ ਐਮ ਇੰਡੀਅਨ ਟੂ, ਉਹਨਾਂ ਨੇ ਕਿਹਾ ਬਟ ਨੋ ਯੂ ਆਰ ਵਨ ਆਫ ਅਸ। ਉਹਦੇ ਨਾਲ ਮੈਨੂੰ ਇੰਨਾ ਮਹਿਸੂਸ ਹੋਇਆ। ਤੇ ਫਿਰ ਮੈਂ ਉਦੋਂ ਹੀ ਤੱਕ ਲਿਆ ਸੀਗਾ ਵੀ ਜਿਹੜੀ ਸਾਡੀ ਸਾਰੀ ਹਿਸਟਰੀ ਆ, ਜਿਹੜਾ ਆਪਣਾ ਵੀ ਕਲਚਰ ਵੀ ਸੰਭਾਲ ਕੇ ਰੱਖਣਾ ਪੈਂਦਾ ਆ, ਦੈਟ ਆਈ ਐਮ ਐਵਰੀਥਿੰਗ, I am Indian. But I grew up in England and I'm English, and now I'm in Canada, I'm Canadian. So I'm a mixture of all three. So when I hear of kids facing racism in schools, I can actually feel the pain they must go through. Because even indirectly, that was exactly racism. But you're one of us. Because ਹੁਣ ਇੰਗਲੈਂਡ ਤੋਂ ਕੈਨੇਡਾ, ਪਰ ਹਰ ਕਿਸੇ ਨੂੰ ਰੇਸਿਜ਼ਮ ਅੱਜ ਦੇ ਦਿਨ ਦੇਖੀਏ ਤਾਂ ਅੱਜ ਬਹੁਤ ਘੱਟ ਹੈਗਾ, ਪਰ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਸਹਿਣੀ ਪੈ ਰਹੀ ਹੈਗੀ ਆ, ਚਾਹੇ ਅਸੀਂ ਕਿਤੇ ਵੀ ਰਹਿ ਰਹੇ ਹਾਂ ਦੁਨੀਆ ਦੇ ਵਿੱਚ। ਮੈਂ ਨਹੀਂ ਕਹੂੰਗੀ ਅੱਗੇ ਨਾਲੋਂ ਘੱਟ ਆ, ਮੈਂ ਕਹੂੰਗੀ ਵੀ ਅੱਗੇ ਨਾਲੋਂ ਥੋੜਾ ਅੰਡਰਗਰਾਉਂਡ ਹੋ ਜਾਂਦਾ ਆ। ਆਪਾਂ ਹਨਾ ਆਪਣੀ ਲੈਂਗੁਏਜ ਜਿਹੜੀ ਆ ਉਹ ਪੋਲੀਟੀਕਲੀ ਕਰੈਕਟ ਕਰ ਲਈ ਆ, ਪਰ ਜਿਹੜੀ ਸਿਸਟੈਮਿਕ ਰੇਸਿਜ਼ਮ ਆ ਉਹ ਹਾਲੇ ਵੀ ਹੈਗਾ ਆ। ਅਸੀਂ ਹਿਊਮਨ ਰਾਈਟਸ ਕਮਿਸ਼ਨਸ ਵੀ ਲੈ ਕੇ ਆਏ ਹਾਂ, ਹੁਣ ਹੋਰ ਵੀ ਐਂਟੀ ਰੇਸਿਜ਼ਮ ਦੇ ਪ੍ਰੋਗਰਾਮ ਚਲਾਵਾਂਗੇ। ਸਕੂਲ ਵੀ ਬਹੁਤ ਕੰਮ ਕਰਦੇ ਆ, ਪਰ ਇਹ ਆਪਾਂ ਨੂੰ ਹਰੇਕ ਨੂੰ ਆਪਣੇ ਅੰਦਰ ਦੇਖਣਾ ਪੈਣਾ। ਨਹੀਂ ਫਿਰ ਮੈਂ ਹਾਈ ਸਕੂਲ ਚੱਲ ਗਈ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀ, ਉੱਥੇ ਮੈਨੂੰ ਬਹੁਤ ਵਧੀਆ ਟੀਚਰਾਂ ਮਿਲ ਗਈਆਂ। ਜਦੋਂ ਮੇਰਾ ਯੂਨੀਵਰਸਿਟੀ ਦੀ ਐਪਲੀਕੇਸ਼ਨ ਹੋ ਗਿਆ, ਐਵਰੀਬਡੀ ਵਾਜ਼ ਹੈਪੀ, ਸਾਰੇ ਬਹੁਤ ਖੁਸ਼ ਸੀਗੇ। ਫਿਰ ਮੈਂ ਯੂਨੀਵਰਸਿਟੀ ਚੱਲ ਗਈ, ਉੱਥੇ ਮੈਂ ਡਿਗਰੀ ਲਈ ਇਨ ਹਿਸਟਰੀ ਐਂਡ ਇੰਗਲਿਸ਼। ਤੇ ਉਦੋਂ ਬਾਅਦ ਟੀਚਿੰਗ ਮੈਂ ਬਣਨਾ ਤਾਂ ਚਾਹੁੰਦੀ ਸੀਗੀ, ਪਾਇਲਟ। ਤੇ ਮੈਂ ਪੇਪਰ ਭਰੇ ਸੀਗੇ and I had the best marks on my written exam. ਪਰ ਜਦੋਂ ਹਾਈਟ ਆ ਗਈ, ਉਹਨਾਂ ਦਿਨਾਂ ਵਿੱਚ ਹਾਈਟ ਤਾਂ ਕਰ ਸਕਦੇ ਸੀਗੇ, ਹਾਈਟ ਵਿੱਚ ਕਮੀ ਨਿਕਲੀ half an inch। ਇਸ ਕਰਕੇ ਫਿਰ ਮੈਂ ਯੂਨੀਵਰਸਿਟੀ ਚੱਲ ਗਈ ਤੇ ਉੱਥੇ ਜਾ ਕੇ ਵੀ ਜਿਹੜੇ ਮੇਰੇ ਪ੍ਰੋਫੈਸਰ ਵੀ ਸੀ, ਮੇਰੀ ਹੈਡ ਮਿਸਟਰਸ ਵੀ ਸੀ, ਉਹ ਕਹਿੰਦੀ ਤੂੰ ਇੰਨਾ ਕੰਮ ਬੱਚਿਆਂ ਨਾਲ ਕਰਦੀ ਆ, ਤੂੰ ਤਾਂ ਬੱਚਿਆਂ ਨੂੰ ਹੀ ਪੜ੍ਹਾ। ਤੇ ਉਹ ਮੇਰੇ ਮਨ ਨੂੰ ਨਹੀਂ ਲੱਗ ਗਈ।
ਕਰਕੇ ਮੈਂ ਯੂਥ ਕਲੱਬ ਵੀ ਰਨ ਕਰਦੀ ਹੁੰਦੀ ਸੀ ਕਮਿਊਨਿਟੀ ਵਿੱਚ ਵੀ ਮੈਨੂੰ ਸਾਰੀਆਂ ਦੀਆਂ ਪੰਜਾਬੀ 'ਚ ਚਿੱਠੀਆਂ ਲਿਖਣੀਆਂ ਪੜ੍ਹਨੀਆਂ ਜਦੋਂ ਲੋਕ ਪਹਿਲਾਂ ਆਉਣ ਲੱਗੇ ਆ ਨਾ ਉਹਨਾਂ ਦੇ ਨਾਲ ਡਾਕਟਰ ਨੂੰ ਜਾਣਾ ਜੇ ਲੇਡੀ ਨੂੰ ਕੋਈ ਬੇਬੀ ਆਉਣ ਵਾਲੀ ਹੋ ਗਈ ਉਹ ਵੀ ਕੰਮ ਕਰਨਾ ਉਹਨਾਂ ਦੇ ਕੱਪੜੇ ਵੀ ਲੈ ਕੇ ਆਉਣੇ ਸੋ ਇਦਾਂ ਦੇ ਕੰਮਾਂ ਦੇ ਵਿੱਚ ਮੇਰੀ ਪੰਜਾਬੀ ਬਚ ਗਏ ਤੇ ਉਹਦੇ ਨਾਲ ਇੱਕ ਹੋਰ ਵੀ ਬਹੁਤ ਵੱਡੀ ਗੱਲ ਸੀਗੀ ਵੀ ਉਹ ਜਿਹੜੀ ਕਮਿਊਨਿਟੀ ਸੀਗੀ ਉਹਦਾ ਜਿਹੜਾ ਆਪਣਾਪਨ ਸੀਗਾ ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਉਹ ਬਹੁਤ ਕਮ ਮਿਲਦਾ ਹੈ ਕਰਕੇ ਉਹ ਬਹੁਤ ਹੀ ਕਲੋਜ਼ ਕਮਿਊਨਿਟੀ ਸੀਗੀ ਕਰਕੇ ਥੋੜੇ ਸੀਗੇ ਤੇ ਇੱਕ ਦੂਸਰੇ ਦੀ ਸਪੋਰਟ ਬਹੁਤ ਕਰਦੇ ਸੀ ਸੋ ਉਦੋਂ ਮੈਂ ਬਲੈਕ ਬੈਲਟ ਮੇਰੀ ਕੋ ਜੂਡੋ ਦੇ ਵਿੱਚ ਵੀ ਸੀਗੀ ਸੋ ਮੈਂ ਜੂਡੋ ਵੀ ਟੀਚ ਕਰਦੀ ਹੁੰਦੀ ਸੀਗੀ ਓ ਨਾਈਸ ਯਾ ਤੇ ਫਿਰ ਯੂਨੀਵਰਸਿਟੀ ਜਾ ਕੇ ਵੀ ਮੈਂ ਥੋੜੀ ਜੂਡੋ ਟੀਚ ਕੀਤੀ ਯਾ ਵੀ ਹੈਵ ਟੂ ਸਟੇ ਅਵੇ ਫਰਮ them you then no that's when I was much younger ਬਿਲਕੁਲ ਸੋ ਮੈਨੂੰ ਲੱਗਦਾ ਅੱਗੇ ਰਹਿਣਾ ਹਰੇਕ ਕੰਮ ਦੇ ਵਿੱਚ ਹਰੇਕ ਦੀ ਹੈਲਪ ਕਰਨਾ ਇਹੀ ਚੀਜ਼ ਤੁਹਾਨੂੰ ਜਿਹੜਾ ਪੋਲਿਟਿਕਸ ਦੇ ਵਿੱਚ ਲੈ ਕੇ ਆਈ ਇਜ਼ਨਟ ਇਹੋ ਹੀ ਚੀਜ਼ ਮੈਨੂੰ ਟੀਚਿੰਗ 'ਚ ਲੈ ਕੇ ਗਈ ਤੇ ਇਹੋ ਹੀ ਚੀਜ਼ ਮੈਨੂੰ ਪੋਲਿਟਿਕਸ ਵਿੱਚ ਲੈ ਕੇ ਆਈ ਆ ਜੇ ਪਹਿਲਾਂ ਫੈਡਰਲ ਸਰਕਾਰ ਤੇ ਗੋਰਡਨ ਕੈਂਪਬਲਸ ਐਂਡ ਕ੍ਰਿਸਟੀ ਕਲਾਰਕਸ ਲਿਬਰਲ ਸਰਕਾਰ ਇੰਨੀ ਤੋੜ-ਫੋੜ ਨਾ ਕਰਦੇ ਐਜੂਕੇਸ਼ਨ ਹੈਲਥ ਕੇਅਰ ਹਿਊਮਨ ਰਾਈਟਸ ਕਮਿਸ਼ਨ ਅਟੈਕਸ ਔਨ ਵੂਮਨਸ ਰਾਈਟਸ ਫਿਰ ਸ਼ਾਇਦ ਮੈਂ ਨਾ ਇੱਧਰ ਨੂੰ ਦੇਖਦੀ ਪਰ ਮੈਂ ਦੇਖ ਲਿਆ ਵੀ ਜੇ ਤੁਸੀਂ ਵਧੀਆ ਟੀਚਰ ਬਣਨਾ ਹੈ ਨਾ ਸਿਰਫ ਸਬਜੈਕਟ ਜਾਣਨਾ ਨਹੀਂ ਪੂਰਾ ਸਬਜੈਕਟ ਤੁਹਾਨੂੰ ਆਪਣੀ ਜਾਣਨੀ ਚਾਹੀਦੀ ਉਹ ਹਰੇਕ ਪੜ੍ਹ ਲੈਂਦਾ ਹੈ ਪਰ ਬੈਸਟ ਟੀਚਰਸ ਉਹ ਹੁੰਦੇ ਆ ਗੁੱਡ ਟੀਚਰਸ ਜਿਹੜੇ ਬੱਚੇ ਨੂੰ ਸਮਝਣ ਜੇ ਤੁਸੀਂ ਬੱਚੇ ਦੇ ਲਾਈਫ ਦੇ ਵਿੱਚ ਸੁਧਾਰ ਲੈ ਕੇ ਆਉਣਾ ਆ ਨਾ ਸਿਰਫ ਪੜ੍ਹਾਈ ਨਹੀਂ ਤੁਹਾਨੂੰ ਸਮਾਜ ਵਿੱਚ ਦੇਖਣਾ ਪੈਂਦਾ ਉੱਥੇ ਜਿਹੜਾ ਰੇਸਿਜ਼ਮ ਉਹਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਸੈਕਸਿਜ਼ਮ ਉਹਦਾ ਸਾਹਮਣਾ ਜਿਹੜੀ ਅਮੀਰੀ ਗਰੀਬੀ ਦੇ ਫਾਸਲੇ ਉਹਨਾਂ ਚੀਜ਼ਾਂ ਦਾ ਸੋ ਬਹੁਤ ਸਾਰੇ ਇਜ਼ਮਸ ਹੈਗੇ ਆ ਜਿਨ੍ਹਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਵੀ ਚਾਹੀਦਾ ਆ ਤੇ ਆਵਾਜ਼ ਉਠਾਉਣੀ ਚਾਹੀਦੀ ਆ ਮੈਂ ਬਹੁਤ ਸਾਲ ਉਹ ਆਵਾਜ਼ ਐਕਟਿਵਿਸਟ ਬਣ ਕੇ ਚਲਾਈ ਫਿਰ ਮੈਂ BCTF ਦੀ ਪ੍ਰੈਜ਼ੀਡੈਂਟ ਬਣ ਗਈ ਸੀ ਉੱਥੇ ਵੀ ਚਲਾਈ ਜ਼ਬਰਦਸਤ ਆਵਾਜ਼ ਚਲਾਈ ਤੇ ਲੜੀ ਵੀ ਉਹ ਜਿਹੜਾ ਸਾਡਾ ਮੁੱਦਾ ਉੱਠਿਆ ਸੀਗਾ ਅਸੀਂ ਕਈ ਸਾਲ ਬਾਅਦ ਸੁਪਰੀਮ ਕੋਰਟ ਵਿੱਚ ਜਿੱਤ ਵੀ ਗਏ ਯਾ ਸੋ ਉਹਦੀ ਮੈਨੂੰ ਬਹੁਤ ਖੁਸ਼ੀ ਹੈਗੀ ਆ ਸੋ ਇਸ ਕਰਕੇ ਇੱਕ ਦਿਨ ਮੈਨੂੰ ਜੈਕ ਲੇਟਨ ਨੇ ਕਿਹਾ ਸੀ ਕਹਿੰਦਾ ਤੈਂ ਐਕਟਿਵਿਜ਼ਮ ਬਹੁਤ ਕਰ ਲਿਆ ਲੇਬਰ ਵਿੱਚ ਵੀ ਬਹੁਤ ਕੰਮ ਕਰ ਲਿਆ ਟੀਚਰਾਂ ਵਿੱਚ ਵੀ ਪਰ ਕਹਿੰਦਾ ਹੈ ਵੀ ਜੇ ਰੀਅਲ ਚੇਂਜ ਲੈ ਕੇ ਆਉਣੀ ਆ ਲੌਂਗ ਟਰਮ ਵੀ ਪੋਲਿਟਿਕਸ ਵਿੱਚ ਮੈਂ ਉਹਨੂੰ 6 ਸਾਲ ਨਾ ਕਹਿੰਦੀ ਰਹੀ ਪਰ ਆਖਰੀ ਜਾ ਕੇ ਮੈਂ ਹਾਂ ਕਹਿ ਦਿੱਤੀ ਐਂਡ ਆਈ ਹੈਵ ਨੋ ਰਿਗਰੈਟਸ 9 ਸਾਲ ਦੀ ਉਹ ਜਿਨੀ ਜਿਹੜੀ ਇੰਗਲੈਂਡ ਦੇ ਵਿੱਚ ਗਈ ਸੀ ਤੇ ਫਿਰ ਉਸ ਤੋਂ ਬਾਅਦ ਆਪਣੀ ਫੈਮਿਲੀ ਦੇ ਨਾਲ ਮੂਵ ਹੋਈ ਕੈਨੇਡਾ ਦੇ ਵਿੱਚ ਫਿਰ ਹੁਣ ਪੋਲਿਟਿਕਸ 2020 ਦੇ ਵਿੱਚ ਜਿਨੀ ਆਪਣੇ ਆਪ ਨੂੰ ਕਿੱਥੇ ਦੇਖਦੀ ਹੈ ਬਾਜੇ ਵੇਲੇ ਮੈਨੂੰ ਤਾਂ ਆਪ ਹੈਰਾਨਗੀ ਹੁੰਦੀ ਆ ਵੀ ਉਹ ਕੁੜੀ ਜਿਹੜੀਆਂ ਲੰਮੀਆਂ 2 ਗੁੱਤਾਂ ਕੀਤੀਆਂ ਹੁੰਦੀਆਂ ਸੀ ਇੱਦਾਂ ਦੀ ਹੁੰਦੀ ਸੀ ਤੇ ਛੋਟੀ ਜਿਹੀ ਵੀ ਉਹਦਾ ਜਨਮ ਦੇਖੋ ਇੱਕ ਕੰਟੀਨੈਂਟ ਦੇ ਵਿੱਚ ਉਹਦੀ ਪਰਵਰਿਸ਼ ਦੂਸਰੇ ਕੰਟੀਨੈਂਟ ਵਿੱਚ ਫਿਰ ਇੱਥੇ ਇਸ ਕੰਟੀਨੈਂਟ ਵਿੱਚ ਆ ਕੇ ਕੈਨੇਡਾ ਵਿੱਚ ਆ ਕੇ ਅਸੀਂ ਇੰਨੇ ਕਿਸਮਤ ਵਾਲੇ ਆ ਵੀ ਸਾਨੂੰ ਇੱਥੇ ਥਰੂ ਮਲਟੀਕਲਚਰਲਿਜ਼ਮ ਇਕੁਅਲ ਰਾਈਟਸ ਇੰਨੇ ਹੱਕ ਮਿਲਦੇ ਆ ਵੀ ਪਹਿਲਾਂ ਮੈਂ ਪੜ੍ਹਾਈ ਕੀਤੀ ਫਿਰ ਮੇਰੀ ਯੂਨੀਵਰਸਿਟੀ ਵਿੱਚ ਡਿਗਰੀ ਲਈ ਫਿਰ ਇੱਥੇ ਆ ਕੇ ਟੀਚਿੰਗ ਕੀਤੀ ਉੱਥੇ ਵੀ ਕੀਤੀ ਸੀ ਇੰਗਲੈਂਡ ਵਿੱਚ ਵੀ ਤੇ ਫਿਰ ਗਾ ਪ੍ਰੈਜ਼ੀਡੈਂਟ ਆਫ ਵਨ ਆਫ ਦ ਲਾਰਜੈਸਟ ਲੇਬਰ ਯੂਨੀਅਨਸ ਵੀ ਬਣ ਗਏ ਤੇ ਫਿਰ MP ਐਂਡ ਨਾਓ MLA ਤੇ ਬਾਜੇ ਵੇਲੇ ਮੈਨੂੰ ਵੀ ਥੋੜਾ ਸੁਪਨਾ ਜਿਹਾ ਹੀ ਲੱਗ ਰਿਹਾ ਯਾ ਜਦੋਂ ਇਸ ਤਰ੍ਹਾਂ ਦੇਖੀਏ ਦੂਸਰੀ ਤਰ੍ਹਾਂ ਦੇਖੀਏ ਤੇ ਮੈਨੂੰ ਲੱਗਦਾ ਵੀ ਇਹ ਜਿਹੜੀ ਜਰਨੀ ਸੀਗੀ ਨਾ ਬਹੁਤ ਹੀ ਸਿੰਪਲ ਜਿਹੀ ਸੀ ਕਿਉਂਕਿ ਇੱਕ ਗੱਲ ਮੇਰੇ ਡੈਡੀ ਨੇ ਮੈਨੂੰ ਸਿਖਾਈ ਸੀਗੀ ਜਦੋਂ ਨਵਾਂ ਦਰਵਾਜ਼ਾ ਖੁੱਲ੍ਹੇ ਉਹਦੇ ਵਿੱਚ ਦੀ ਲੰਘ ਜਾਓ ਜੇ ਤੁਹਾਡੇ ਨਹੀਂ ਪਸੰਦ ਤੁਸੀਂ ਹੋਰ ਦਰਵਾਜ਼ਾ ਖੋਲ੍ਹ ਸਕਦੇ ਆ ਵੀ ਓਪਰਚੁਨਿਟੀਜ਼ ਜਦੋਂ ਲਾਈਫ ਵਿੱਚ ਆਵੇ ਡਰੋ ਨਾ ਵੀ ਅਸੀਂ ਫੇਲ ਹੋ ਜਾਵਾਂਗੇ ਜੇ ਤੁਸੀਂ ਉਹ ਚਾਂਸ ਲਓਗੇ ਫਿਰ ਹੀ ਤੁਹਾਨੂੰ ਪਤਾ ਲੱਗਣਾ ਇੱਕ ਬਹੁਤ ਚੀਜ਼ ਸੌਖੀ ਜਿਹੀ ਮਿਸਾਲ ਹੈਗੀ ਜਦੋਂ ਬੱਚੇ ਹੁੰਦੇ ਆ ਨਾ ਨਿੱਕੇ ਜਦੋਂ ਤੁਰਨ ਲੱਗਦੇ ਆ ਪਹਿਲਾਂ ਉੱਠਦੇ ਖੜੇ ਹੁੰਦੇ ਫਿਰ ਡਿੱਗਦੇ ਆ ਫਿਰ ਜੇ ਉਹ ਸੋਚਣ ਵੀ ਅਸੀਂ ਉੱਠ ਕੇ ਦੇਖਣਾ ਹੀ ਨਹੀਂ ਅਸੀਂ ਗਿਰ ਜਾਣਾ ਆ ਫਿਰ ਉਹ ਕਦੀ ਤੁਰਨਾ ਨਾ ਸਿੱਖਣ ਦੌੜਨਾ ਵੀ ਨਾ ਸਿੱਖਣ ਸੋ ਇਸ ਕਰਕੇ ਮੇਰੀ ਫਿਲਾਸਫੀ ਛੋਟੀ ਹੁੰਦੀ ਦੀ ਬਣੀ ਆ ਵੀ ਲਾਈਫ ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੈਗਾ ਆ ਤੇ ਮੈਂ ਟਰੈਵਲਿੰਗ ਵੀ ਬਹੁਤ ਲਾਈਕ ਕਰਦੀ ਹਾਂ ਆਈ ਲਵ ਟੂ ਰੀਡ ਹਿਸਟਰੀ ਦੀ ਮੈਂ ਬਹੁਤ ਵੱਡੀ ਫੈਨ ਹੈਗੀ ਹਾਂ ਲਿਟਰੇਚਰ ਦੀ ਵੀ ਬਟ ਮੇਨਲੀ ਕਲਾਸੀਕਲ ਲਿਟਰੇਚਰ ਐਂਡ ਸੋ ਉਹਦੇ ਵਿੱਚੋਂ ਮੈਂ ਬਹੁਤ ਕੁਝ ਸਿੱਖਿਆ ਹਿਸਟਰੀ ਵਿੱਚੋਂ ਉਹ ਵੀ ਇੱਕ ਟੀਚਰ ਸੀਗੀ ਜਿਸ ਨੇ ਮੇਰੇ ਵਿੱਚ ਇੰਨਾ ਪਿਆਰ ਹਿਸਟਰੀ ਅਤੇ ਲਿਟਰੇਚਰ ਨਾਲ ਪਾ ਦਿੱਤਾ ਅਤੇ ਉਹ ਬਸ ਦੈਟਸ
what keeps me going. How your family support? ਤੁਹਾਡੇ ਤਾਂ ਹੁਣ ਗ੍ਰੈਂਡ ਚਿਲਡਰਨਸ ਵੀ ਹੈਗੇ ਨੇ, ਗ੍ਰੇਟ ਗ੍ਰੈਂਡ ਚਿਲਡਰਨਸ ਵੀ ਹੈਗੇ ਨੇ, ਸੋ ਉਹਨਾਂ ਦੀ ਸਪੋਰਟ, ਹਸਬੈਂਡ ਦੀ ਸਪੋਰਟ ਨਾਲ ਬੱਚਿਆਂ ਦੀ ਸਪੋਰਟ ਮੈਂ ਬਹੁਤ ਲੱਕੀ ਆ। ਮੈਂ ਦੱਸ ਦਿੰਨੀ ਆ ਵੀ ਮੇਰੀ ਲਾਈਫ ਦੇ ਵਿੱਚ ਮੈਂ ਬਹੁਤ ਨਵੇਂ ਦਰਵਾਜ਼ੇ ਖੋਲ੍ਹੇ ਆ ਜੀ। 71 ਦੇ ਵਿੱਚ ਜਦੋਂ ਮੇਰਾ ਵਿਆਹ ਵੀ ਹੋਇਆ ਸੀਗਾ, ਉਹ ਸਟੀਵ ਨਾਲ ਹੋਇਆ ਸੀ। ਸਟੀਵਨ ਸਿਮਸ, ਹੀ ਇਜ਼ ਐਨ ਇੰਗਲਿਸ਼ਮੈਨ, Caucasian. So 71 ਵਿੱਚ ਉਹ ਵਿਆਹ ਕਰਨਾ ਥੋੜਾ ਮੁਸ਼ਕਲ ਸੀ, ਪਰ ਮੇਰੇ ਮਾਂ ਪਿਓ ਨੇ ਮੇਰਾ ਸਾਥ ਦਿੱਤਾ, ਪਰਿਵਾਰ ਨੇ ਸਾਥ ਦਿੱਤਾ, ਤੇ ਉਹ ਵੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੀ ਬਣ ਗਿਆ। ਤੇ ਹੁਣ ਜਦੋਂ ਮੈਂ ਦੇਖਦੀ ਆ ਵੀ ਜਿੰਨੇ ਵੀ ਮੈਂ ਐਡਵੈਂਚਰਸ ਕੀਤੇ ਆ, ਬੇਸ਼ੱਕ ਦੀ ਇੰਗਲੈਂਡ ਵਿੱਚ ਸੀਗੇ, ਉੱਥੇ ਵੀ ਜਦੋਂ ਮੈਂ ਜੂਡੋ ਵੀ ਟੀਚਿੰਗ ਕਰਨ ਜਾਣਾ, ਯੂਨੀਵਰਸਿਟੀ ਵਿੱਚ ਵੀ ਉਹਨਾਂ ਨੇ ਮੇਰਾ 100% ਸਪੋਰਟ ਕੀਤੀ ਆ। ਉਹ ਆਪ ਪਬਲਿਕ ਲਾਈਫ ਵਿੱਚ ਆ ਕੇ ਬਿਲਕੁਲ ਖੁਸ਼ ਨੇ। ਉਹ ਮੈਨੂੰ ਇਹ ਕਹਿੰਦੇ ਹੁੰਦੇ ਆ, ਜੇ ਤੈਨੂੰ ਜ਼ਰੂਰਤ ਹੈਗੀ ਮੈਨੂੰ ਦੱਸ ਦੇ, ਮੈਂ ਨਾਲ ਆ ਕੇ ਖੜਾ ਹੋ ਜਾਊਂ, ਅਦਰਵਾਈਜ਼ ਮੈਨੂੰ ਇਨਵੋਲਵ ਨਾ ਕਰੋ। ਬਟ ਸਪੋਰਟਿਵ 1000%। ਤੇ ਨਾਲੇ ਵਿੱਚ ਹੀ ਮੇਰੀ ਬੇਟਾ ਤਾਂ ਇੱਥੇ ਕੈਂਪੇਨ ਵਿੱਚ ਰੋਜ਼ ਸਾਰਾ ਦਿਨ ਲਾ ਕੇ ਜਾਂਦਾ ਆ। ਬੇਟੀ ਤਾਂ ਮੇਰੇ ਗ੍ਰੈਂਡ ਚਿਲਡਰਨਸ ਉਹ ਨਨਾਈਮੋ ਰਹਿੰਦੇ ਆ, ਦੇ ਆਰ ਵੈਰੀ ਸਪੋਰਟਿਵ। ਤੁਸੀਂ ਆਹ ਕੰਮ, ਸਪੈਸ਼ਲੀ ਬੀਇੰਗ ਅ ਲੇਡੀ ਐਂਡ ਇਨ ਪੋਲਿਟਿਕਸ, ਤੁਸੀਂ ਕਰ ਨਹੀਂ ਸਕਦੇ ਵਿਦਆਊਟ ਯੋਰ ਫੈਮਿਲੀ ਸਪੋਰਟ। ਕਰਕੇ ਬਾਜੇ ਵੇਲੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਲਾਂਡਰੀ ਵੀ ਕਰਨੀ ਪੈਂਦੀ ਆ, ਮੇਰੀ ਸ਼ਾਪਿੰਗ ਵੀ ਕਰਨੀ ਪੈਂਦੀ ਆ, ਤੇ ਇਮੋਸ਼ਨਲ ਸਪੋਰਟ ਵੀ ਦੇਣੀ ਪੈਂਦੀ ਆ। ਤੇ ਉਹਨਾਂ ਨੇ ਜਦੋਂ ਮੇਰੇ ਮੂਹਰੇ ਚੈਲੰਜਸ ਵੀ ਆਈਆਂ ਪੋਲੀਟੀਕਲ ਲਾਈਫ ਦੇ ਵਿੱਚ, ਉਹਨਾਂ ਨੇ ਇਹੀ ਕਿਹਾ, ਡੋਂਟ ਸਲੋ ਡਾਊਨ, ਕੀਪ ਗੋਇੰਗ। ਐਂਡ ਮਾਈ ਹਸਬੈਂਡ ਆਲਵੇਜ਼ ਸੇਜ਼, ਇਫ ਯੂ ਰਿਟਾਇਰ ਐਂਡ ਯੂ ਸਿਟ ਐਟ ਹੋਮ, you'll drive us all crazy because I don't sit still. So he said, keep going, keep going. ਅੱਛਾ, ਫੈਮਿਲੀ ਦੇ ਨਾਲ ਸੋਸਾਇਟੀ ਦਾ ਕਿੱਦਾਂ ਦਾ ਸਾਥ ਰਿਹਾ, ਕਮਿਊਨਿਟੀ ਦਾ ਕਿਸ ਤਰ੍ਹਾਂ ਸਾਥ ਰਿਹਾ? ਮੈਨੂੰ ਬਹੁਤ ਹੀ ਗੁੱਡ ਫੀਲਿੰਗਸ ਹੈਗੀਆਂ ਆ ਇੰਗਲੈਂਡ ਦੀਆਂ। ਜਦੋਂ ਜਿਹੜੀਆਂ ਸਾਡੀਆਂ ਆਲੇ ਦੁਆਲੇ ਬੇਬੀਆਂ ਹੁੰਦੀਆਂ ਸੀਗੀਆਂ, ਜਿਹਨਾਂ ਦੀਆਂ ਮੈਂ ਚਿੱਠੀਆਂ ਲਿਖਦੀਆਂ ਸੀਗੀਆਂ, ਜਿਹੜੇ ਸਾਡੇ ਘਰਾਂ ਤੋਂ ਤਾਇਆ ਤਾਈ ਲੱਗਦੇ ਸੀਗੇ, ਉਹਨਾਂ ਦੀਆਂ ਵੀ ਬੇਬੀਆਂ ਦੇ ਵੀ ਲੁੱਕ ਆਫਟਰ ਕੀਤਾ। ਪਹਿਲਾਂ ਉਹਨਾਂ ਲਈ ਬਹੁਤ ਮੁਸ਼ਕਲ ਸੀ ਮੇਰੇ ਵਿਆਹ ਨੂੰ ਐਕਸੈਪਟ ਕਰਨਾ, ਪਰ ਜਿੱਦਾਂ ਉਹਨਾਂ ਨੇ ਬਹੁਤ ਜਲਦੀ ਐਕਸੈਪਟ ਵੀ ਕਰ ਲਿਆ ਤੇ ਅਪਣਾ ਵੀ ਲਿਆ ਜਿੱਦਾਂ, ਐਂਡ ਇਟ ਵਾਜ਼ ਵੈਰੀ ਰੀਅਸ਼ੋਰਿੰਗ। ਐਂਡ ਕਮਿਊਨਿਟੀ ਨੇ ਮੇਰਾ ਬਹੁਤ ਸਾਥ ਦਿੱਤਾ ਆ। ਮੈਂ ਜਦੋਂ ਇੱਥੇ ਵੀ ਆਈ ਹਾਂ, ਪਹਿਲਾਂ ਮੈਂ ਡਾਊਨਟਾਊਨ ਰਹਿੰਦੀ ਸੀਗੀ, ਜਦੋਂ ਮੈਂ ਟੀਚਰਾਂ ਦੀ ਪ੍ਰਧਾਨ ਸੀਗੀ, ਉੱਥੇ ਸਾਨੂੰ ਜਗ੍ਹਾ ਦਿੱਤੀ ਜਾਂਦੀ ਆ। ਤੇ ਉਹ ਉਦੋਂ ਵੀ ਮੈਨੂੰ ਕਮਿਊਨਿਟੀ ਨੇ ਥਰੂ ਦ ਰੇਡੀਓ, ਤੇ ਕਈ ਬੰਦਿਆਂ ਨੇ ਆ ਕੇ ਕਹਿਣਾ, ਤਾਂ ਸਾਡੀ ਝਾਂਸੀ ਕੀ ਰਾਣੀ ਆ, ਜਿਹਨੇ ਤੂੰ ਤੂੰ ਹੀ ਆਵਾਜ਼ ਚੁੱਕੀ ਆ ਸਰਕਾਰ ਦੇ ਖਿਲਾਫ, ਵੀ ਝੰਡਾ ਹੁਣ ਚੁੱਕੀ ਰੱਖੀ। ਤੇ ਜਦੋਂ ਸਾਡੀ ਸਟ੍ਰਾਈਕ ਵੀ ਹੋਈ ਸੀਗੀ, ਉਦੋਂ ਵੀ ਮੇਰੀ ਮਾਂ ਤੇ ਉਹਦੀਆਂ ਸਹੇਲੀਆਂ ਸਾਰੀਆਂ ਨੇ ਕਹਿਣਾ, ਜਿੰਨੀ ਤੂੰ ਨਾ ਵਾਲਾ ਬੋਲਿਆ ਕਰ, ਤੈਨੂੰ ਜੇਲ੍ਹ 'ਚ ਪਾ ਦੇਣਾ। ਮੇਰੇ ਡੈਡੀ ਨੇ ਕਹਿਣਾ, ਚੁੱਪ ਕਰ ਜਾ, ਜੇਲ੍ਹ ਜਾਊਗੀ। ਮੈਨੂੰ ਕਹਿੰਦਾ ਬਹੁਤ ਗਰਵ ਹੋਊਗਾ, ਕਹਿੰਦਾ ਹੁਣ ਹਟੀ ਨਾ ਪਿੱਛੇ, ਜਦੋਂ ਤੂੰ ਇਹ ਕੰਮ ਸ਼ੁਰੂ ਕਰ ਲਿਆ ਹੈ। ਸੋ ਇਨਕਰੇਜਮੈਂਟ ਬਹੁਤ ਮਿਲੀ ਫੈਮਿਲੀ ਵਿੱਚੋਂ ਵੀ, ਮੇਰੇ ਮਾਈ ਡੈਡ ਐਬਸੋਲੂਟਲੀ, ਤੇ ਵਿੱਚੇ ਹੀ ਬਹੁਤ ਇਨਕਰੇਜਮੈਂਟ ਮਿਲੀ ਮੈਨੂੰ ਕਮਿਊਨਿਟੀ ਵਿੱਚੋਂ ਵੀ। ਸੋ ਜਦੋਂ ਟੀਚਰ ਸੀਗੀ, ਪਹਿਲਾਂ ਤਾਂ ਸਾਰੇ ਸਮਝਦੇ ਸੀਗੇ ਵੀ ਇਹਨੂੰ ਪੰਜਾਬੀ ਨਹੀਂ ਆਉਂਦੀ। ਜਦੋਂ ਮੇਰਾ ਪਹਿਲਾ ਇੰਟਰਵਿਊ ਵੀ ਸੀਗਾ ਨਾ, ਉਹਨਾਂ ਦਿਨਾਂ ਦੇ ਵਿੱਚ ਉਹ ਕਹਿੰਦੇ ਵੀ ਤੇਰੇ ਲਈ ਇੰਟਰਪ੍ਰੇਟਰ ਲੈ ਆਂਦਾ ਆ, ਵੀ ਗॉट ਯੂ ਐਨ ਇੰਟਰਪ੍ਰੇਟਰ। ਮੈਂ ਕਿਹਾ ਮੇਰੇ ਕੋਲ ਥੋੜੀ ਹੈਗੀ ਆ ਪੰਜਾਬੀ, ਪਰ ਉਦੋਂ ਉਹਨਾਂ ਦਿਨਾਂ ਵਿੱਚ ਮੇਰੀ ਪੰਜਾਬੀ ਇੰਨੀ ਸਾਫ਼ ਹੈ ਨਹੀਂ ਸੀਗੀ ਜਿੰਨੀ ਹੁਣ ਹੋ ਗਈ ਆ, ਪਰ ਫਿਰ ਵੀ ਸੀਗੀ। ਤੇ ਹੁਣ ਤਾਂ ਮੈਨੂੰ ਲੱਗਦਾ ਇੱਥੇ ਆ ਕੇ ਮੇਰੀ ਵੋਕੈਬੂਲਰੀ ਅੱਗੇ ਨਾਲੋਂ ਜ਼ਿਆਦਾ ਵੱਧ ਗਈ ਆ, ਪਰ ਆਈ ਲਵ ਦਿਸ ਕਮਿਊਨਿਟੀ। ਤੇ ਜਦੋਂ ਮੈਂ ਖੜੀ ਵੀ ਹੋਈ ਸੀਗੀ ਜੈਕ ਕਲੇਟਨ ਦੇ ਨਾਲ, ਉਦੋਂ ਮੈਨੂੰ ਉਹਨਾਂ ਨੇ ਪੁੱਛਿਆ ਵੀ ਸੀ ਵੀ ਹੋਰ ਕਿਸੇ ਜਗ੍ਹਾ ਵੀ, ਪਹਿਲਾਂ ਮੈਨੂੰ ਉੱਧਰ ਆਇਲੈਂਡ 'ਤੇ ਹੀ ਕਹਿੰਦੇ ਸੀਗੇ, ਇੱਧਰ ਆਉਣ ਤੋਂ ਪਹਿਲਾਂ ਕਈ ਸਾਲ ਪਹਿਲਾਂ, ਤੇ ਮੈਂ ਕਹਿ ਦਿੱਤਾ ਸੀ ਨਹੀਂ, ਇੱਥੇ ਮੈਂ ਕਿਹਾ ਸੀ ਮੈਂ ਇੱਥੇ ਆ ਕੇ ਖੜੀ ਹੋਊਂਗੀ, ਕਰਕੇ ਇੱਥੇ ਆਪਣੀ ਕਮਿਊਨਿਟੀ ਹੈਗੀ ਆ। ਮੈਂ ਦਿਖਾਲਣਾ ਚਾਹੁੰਦੀ ਸੀ ਆਪਣੇ ਬੱਚਿਆਂ ਨੂੰ ਤੇ ਬੱਚੀਆਂ ਨੂੰ ਤੇ ਲੇਡੀਜ਼ ਨੂੰ, ਇਸ ਮੁਲਕ ਵਿੱਚ ਰਹਿ ਕੇ ਔਰਤ ਜੇ ਬਾਕੀ ਸਾਰੇ ਕੰਮ ਕਰ ਸਕਦੀ ਆ, ਪੋਲਿਟਿਕਸ ਵਿੱਚ ਵੀ ਕੰਮ ਕਰ ਸਕਦੀ ਆ, ਤੇ ਅਸੀਂ ਕੈਨੇਡਾ ਵਿੱਚ ਰਹਿ ਕੇ ਸਾਫ਼ ਸੁਥਰਾ ਬਾਏ ਦ ਰੂਲਸ ਇਲੈਕਸ਼ਨ ਲੜ ਵੀ ਸਕਦੇ ਆ ਤੇ ਜਿੱਤ ਵੀ ਸਕਦੇ ਆ। ਤੇ ਮੈਨੂੰ ਬਹੁਤ ਸੀਗਾ ਵੀ ਜਿਹੜਾ ਆਹ ਰੋਲ ਮਾਡਲ ਹੁੰਦਾ ਆ ਨਾ, ਵੀ ਉਹ ਦਿਖਾ ਕੇ ਕਰਨਾ ਆ। ਕਰਕੇ ਇਹ ਮੈਂ ਸਿੱਖਿਆ ਸੀਗਾ ਜਦੋਂ ਮੈਂ ਟੀਚਰਾਂ ਦੀ ਪ੍ਰਧਾਨ ਸੀਗੀ। ਏਅਰਪੋਰਟ 'ਤੇ ਸੀਗੇ, ਸਾਡੀ ਸਟ੍ਰਾਈਕ ਪੂਰੀ ਚੱਲ ਰਹੀ ਸੀ, ਤੇ ਉੱਥੇ ਮੀਡੀਆ ਬਹੁਤ ਸੀ, ਤੇ ਇੱਕ ਲੜਕਾ ਸੀਗਾ 1 ਸਾਲਾਂ ਦਾ, ਏਅਰਪੋਰਟ 'ਤੇ ਕੰਮ ਕਰਦਾ ਸੀ। ਉਹ ਮੇਰੇ ਆਲੇ ਦੁਆਲੇ ਘੁੰਮੀ ਜਾਵੇ, ਤੇ ਇੱਕ ਮੀਡੀਆ ਵਾਲੇ ਨੇ ਫਿਰ ਕਿਹਾ ਵੀ ਲੱਗਦਾ ਵੀ ਉਹ ਯੰਗ ਮੈਨ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਆ। ਫਿਰ ਮੈਂ ਮੀਡੀਆ ਨੂੰ ਕਿਹਾ ਤੁਸੀਂ ਆਪਣੇ ਕੈਮਰਾ ਬੰਦ ਕਰ ਲਓ, I went to talk to him. I said, is everything okay? No, ਕਹਿੰਦਾ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਸੀ ਵੀ ਮੈਨੂੰ
ਬਹੁਤ ਪ੍ਰਾਈਡ ਹੈਗੀ ਆ, ਹੁਣ ਲਵਜ਼ ਵੀ ਪ੍ਰਾਈਡ। ਕਹਿੰਦਾ ਜਦੋਂ ਵੀ ਮੈਂ ਤੁਹਾਨੂੰ ਟੀਵੀ ਤੇ ਦੇਖਦਾ ਆ, ਜਦੋਂ ਵੀ ਤੁਸੀਂ, ਮੈਂ ਤੁਹਾਨੂੰ ਇੱਥੇ ਵੀ ਦੇਖਦਾ ਆ, ਆਈ ਫੀਲ ਪ੍ਰਾਊਡ ਟੂ ਬੀ ਇੰਡੀਅਨ ਫॉर द फर्स्ट टाइम इन माई लाइफ। ਉਸ ਦਿਨ ਮੈਂ ਰੋ ਪਈ। ਹੁਣ ਵੀ ਜਦੋਂ ਮੈਂ ਉਹ ਵਕਤ ਯਾਦ ਕਰਦੀ ਆ, ਮੇਰੀ ਅੱਖ ਭਰ ਜਾਂਦੀ ਆ, ਕਿਉਂਕਿ ਉਹ ਬਹੁਤ ਵੱਡੀ ਗੱਲ ਸੀਗੀ ਛੋਟੀ, ਪਰ ਤੁਸੀਂ ਦੇਖੋ ਜਦੋਂ ਸਾਡੇ ਬੱਚੇ, ਉਹਨਾਂ ਵਰਗੇ ਲੋਕ ਦੇਖਦੇ ਆ ਕੰਮ ਕਰਦੇ, ਜਿਹੜਾ ਵੀ ਜ਼ਬਰਦਸਤ ਕੰਮ ਕਰਨ, ਉਹਨਾਂ ਦੇ ਅੰਦਰ ਇੱਕ ਅਹਿਸਾਸ ਪੈਦਾ ਹੋ ਜਾਂਦਾ ਆ, ਅਸੀਂ ਬੇਸ਼ੱਕ ਅਸੀਂ ਇੰਡੀਅਨ ਆ, ਅਸੀਂ ਕੈਨੇਡੀਅਨ ਸਿਟੀਜ਼ਨ ਆ, ਪਰ ਸਾਡੇ ਵਰਗੇ ਵੀ ਇਹ ਕੰਮ ਕਰ ਸਕਦੇ। ਜਿਨੀ ਤੁਹਾਡੇ ਪਰਸਨਲ ਲਾਈਫ ਦੇ ਬੜੀ ਗੱਲ ਹੋਈ ਹੈਗੀ ਹੈ, ਯੂ ਆਰ ਅ ਪ੍ਰਾਊਡ ਵੂਮਨ, ਮੈਂ ਕਹਿ ਸਕਦੀ ਹੈਗੀ ਹਾਂ ਕਿ ਤੁਸੀਂ ਇੰਨੀ ਛੋਟੇ ਹੁੰਦਿਆਂ ਤੋਂ ਜਿਵੇਂ ਡਿਫਰੈਂਟ ਕਲਚਰ ਦੇ ਵਿੱਚ ਵੱਡੇ ਹੋਏ ਹੈਗੇ ਆ, ਉਸ ਤੋਂ ਬਾਅਦ ਸਰਵਾਈਵ ਕੀਤਾ ਇੰਨੇ ਸਾਲ ਕਮਿਊਨਿਟੀ ਦੇ ਵਿੱਚ, ਡਿਫਰੈਂਟ ਕਮਿਊਨਿਟੀ ਦੇ ਲਈ ਆਵਾਜ਼ ਚੁੱਕੀ ਹੈ। ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਤੁਹਾਡੇ ਨਾਲ ਕਰਾਂਗੇ, ਕਿਉਂਕਿ ਤੁਸੀਂ 3 ਸਾਲਾਂ ਦੇ ਵਿੱਚ ਐਨਡੀਪੀ ਸਰਕਾਰ ਨੇ ਕਿਹੜੇ ਕੰਮ ਕੀਤੇ ਆ ਉਹ ਵੀ ਸਾਨੂੰ ਦਿਖਾਉਣਾ ਹੈਗਾ ਕਿ ਕੀ ਕੁਝ ਹੋਇਆ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਸਰੀ ਪੈਨੋਰਾਮਾ ਦੇ ਵਿੱਚ, ਤੇ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ ਤੇ ਛੋਟੀ ਜਿਹੀ ਬ੍ਰੇਕ ਲਾ ਲੈਂਦੇ ਆ। ਓਕੇ, ਬਿਲਕੁਲ ਜਿਨੀ ਦੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਜਾਰੀ ਰਹੇਗੀ, ਕਿਉਂਕਿ ਅਸੀਂ ਜਾਣਾ ਹੈਗਾ ਇਹਨਾਂ ਦੇ ਨਾਲ ਸਕੂਲ ਦੇਖਣ ਦੇ ਲਈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਚਾਈਲਡ ਕੇਅਰ ਸੈਂਟਰ ਹੈਗੇ ਉਹ ਦੇਖਣ ਲਈ ਜਾਣਾ ਹੈ, ਨਾਲ ਇਲੈਕਸ਼ਨ ਦੇ ਇਸ਼ੂਜ਼ ਦੇ ਬਾਰੇ ਵੀ ਗੱਲਬਾਤ ਕਰਨੀ ਹੈ ਕਿ ਕੀ ਕੁਝ ਉਹ ਕਰਨਗੇ ਜੇ ਉਹ ਦੁਬਾਰਾ ਇਲੈਕਟ ਹੁੰਦੇ ਹੈਗੇ ਆ। ਕੀਪ ਵਾਚਿੰਗ FYI ਮੀਡੀਆ। We are at Sullivan Secondary School. ਬਿਲਕੁਲ, ਜਦੋਂ ਵੀ ਐਨਡੀਪੀ ਸਰਕਾਰ ਦੀ ਗੱਲ ਆਉਂਦੀ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਕੂਲਾਂ ਤੇ ਕੰਮ ਨਹੀਂ ਹੋਇਆ, ਕਿਉਂਕਿ ਪੋਰਟੇਬਲਸ ਬਹੁਤ ਹੈਗੇ ਨੇ, ਹਜੇ ਵੀ ਪੋਰਟੇਬਲਸ ਬਹੁਤ ਹੈਗੇ ਨੇ। ਹੁਣ ਐਕਸਪੈਂਸ਼ਨ ਦਾ ਕੰਮ ਹੋ ਰਿਹਾ ਹੈਗਾ, ਤੁਸੀਂ ਐਕਸਪਲੇਨ ਕਰੋ ਕਿ ਕਿੱਥੇ ਹੈਗਾ ਹੈ ਤੇ ਕਿੰਨੇ ਹੋਰ ਸੀਟਸ ਬਣ ਗਈਆਂ ਨੇ। ਜਦੋਂ ਸਾਡੀ ਸਰਕਾਰ ਬਣੀ ਸੀਗੀ, 7,500 ਬੱਚਾ ਪੋਰਟੇਬਲਸ ਵਿੱਚ ਬੈਠਾ ਸੀਗਾ। ਅਸੀਂ ਵਾਅਦਾ ਕੀਤਾ ਸੀਗਾ ਵੀ ਉਹ ਬੱਚਿਆਂ ਲਈ ਅਸੀਂ ਕਲਾਸਰੂਮ ਬਣਾਵਾਂਗੇ। ਉਹ ਅਸੀਂ ਹੁਣ 8,900 ਨਵੀਂ ਸੀਟਸ ਜਾਂ ਨਵੇਂ ਸਕੂਲ ਬਣੇ ਆ ਜਾਂ ਐਕਸਪੈਂਸ਼ਨ ਹੋਏ ਆ। 18 ਪ੍ਰੋਜੈਕਟਸ ਹੋ ਗਈਆਂ 3 ਸਾਲਾਂ ਦੇ ਵਿੱਚ। ਉਹ ਵੀ ਕਾਸਟ $400 ਮਿਲੀਅਨ ਸਿਰਫ ਸਰੀ ਦੇ ਵਿੱਚ ਨਵੇਂ ਸਕੂਲ ਬਣਾਉਣ ਨੂੰ ਕੀਤਾ ਗਿਆ ਆ। ਜਦੋਂ ਲੋਕ ਕਹਿ ਦਿੰਦੇ ਵੀ ਸਕੂਲ ਤਾਂ ਬਣਦੇ ਹੀ ਨਹੀਂ, ਆਹ ਦੇਖ ਲਓ ਮੇਰੀ ਰਾਈਡਿੰਗ ਦੇ ਐਨ ਗੱਬੇ ਆ, ਇੰਨਾ ਵੱਡਾ ਐਕਸਪੈਂਸ਼ਨ, ਓਵਰ 700 ਸੀਟਸ। ਸਲਵਨ ਐਲੀਮੈਂਟਰੀ ਤੇ ਚੱਲ ਜਾਵੋ, ਆਪਣੇ ਪੈਨੋਰਾਮਾ ਐਲੀਮੈਂਟਰੀ ਤੇ ਚੱਲ ਜਾਵੋ, ਸੋ ਮਚ ਗੋਇੰਗ ਔਨ ਜਸਟ ਇਨ ਦਿਸ ਰਾਈਡਿੰਗ। ਤੇ ਇਸ ਕਰਕੇ ਮੈਨੂੰ ਖੁਸ਼ੀ ਹੈਗੀ ਆ ਵੀ ਜੋ ਵਾਅਦੇ ਅਸੀਂ ਕੀਤੇ ਸੀ ਅਸੀਂ ਪੂਰੇ ਕੀਤੇ ਆ। ਪਰ ਹਾਲੇ ਵੀ ਸਾਡੇ ਕੋਲ ਪੋਰਟੇਬਲਸ ਕਿਉਂ ਹੈਗੇ ਆ? ਕਿਉਂਕਿ ਲੋਕ ਹਾਲੇ ਵੀ ਇੱਥੇ ਆਉਂਦੇ ਆ। ਇੱਕ ਜਿਹੜਾ ਹਲਚਲ ਲਿਬਰਲ ਨੇ ਟੀਚਰਾਂ ਤੇ ਵਾਰ ਕੀਤਾ ਸੀ, ਉਹਨਾਂ ਦੀ ਕੰਟਰੈਕਟ ਤੇ ਬਦਲੇ ਕਲਾਸ ਸਾਈਜ਼, ਕਲਾਸ ਕੰਪੋਜੀਸ਼ਨ ਕਰਕੇ, ਉਹ ਸੁਪਰੀਮ ਕੋਰਟ ਵਿੱਚ ਜਿੱਤ ਗਏ ਸੀਗੇ। ਇਸ ਕਰਕੇ ਸਕੂਲ ਇੰਨੀ ਛੇਤੀ ਬਣਾ ਨਹੀਂ ਸਕਦੇ। ਹੁਣ ਲਗਾਤਾਰ ਬਣਦੇ ਆ। ਅਸੀਂ ਗਾਂ ਜ਼ਮੀਨ ਵੀ ਲੈ ਲਈ ਆ, ਕਰਕੇ ਸਾਨੂੰ ਪਤਾ ਬਹੁਤ ਕੁਝ ਹੋਰ ਕਰਨ ਵਾਲਾ ਆ ਸਕੂਲ ਬਣਾਉਣ ਲਈ। ਅਸੀਂ ਬਹੁਤ ਕੁਝ ਕੀਤਾ, ਆਉਂਦੇ ਸਮੇਂ ਵਿੱਚ ਬਹੁਤ ਕੁਝ ਕਰਨ ਵਾਲਾ ਵੀ ਆ। ਪਰ 8,900 ਨਿਊ ਸੀਟਸ। ਬਿਲਕੁਲ, ਇਸ ਸਕੂਲ ਦੇ ਵਿੱਚ 750 ਸੀਟਸ ਹੋਰ ਆ ਰਹੀਆਂ ਹੈਗੀਆਂ। ਤੁਸੀਂ ਹੋਰ ਵੀ ਐਕਸਪੈਂਸ਼ਨ ਕਿਹਾ ਹੈਗਾ ਆ। ਸੋ ਨੈਕਸਟ ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਹੋਰ ਕੀ ਪ੍ਰੋਮਿਸਿਸ ਹੋਣਗੇ ਸਕੂਲਸ ਨੂੰ ਲੈ ਕੇ? ਸਕੂਲਸ ਵੀ ਵਿਲ ਕੀਪ ਬਿਲਡਿੰਗ ਸਕੂਲਸ। ਤਾਂਹੀਓ ਤਾਂ ਅਸੀਂ ਹੁਣ ਜ਼ਮੀਨ ਵੀ ਲੈ ਲਈ, ਇੱਥੋਂ 4-5 ਬਲਾਕ ਦੂਰ ਹੀ ਆ। ਉਹ ਜ਼ਮੀਨ ਦੇ ਵਿੱਚ ਵੀ ਐਲੀਮੈਂਟਰੀ ਸਕੂਲ ਸ਼ੈਂਤਗਾਂ ਬਣੇ ਤੇ ਹੋਰ ਵੀ ਬਹੁਤ ਸਾਰੇ ਐਕਸਪੈਂਸ਼ਨ ਪ੍ਰੋਜੈਕਟਸ ਹੈਗੀਆਂ। ਕਰਕੇ ਸਾਨੂੰ ਪਤਾ ਜਿਹੜੀ 16 ਸਾਲਾਂ ਦੀ ਕਮੀ ਲਿਬਰਲ ਛੱਡ ਕੇ ਗਏ ਸੀਗੇ, ਉਹ 3 ਸਾਲਾਂ 'ਚ ਨਹੀਂ ਪੂਰੀ ਹੁੰਦੀ। ਪਰ ਤੁਸੀਂ ਸਰੀ ਸਕੂਲ ਬੋਰਡ ਨਾਲ ਗੱਲ ਕਰਕੇ ਦੇਖ ਲਓ, ਤੁਸੀਂ ਸਰੀ ਸਿਟੀ ਨਾਲ ਗੱਲ ਕਰਕੇ ਦੇਖ ਲਓ, ਮੇਅਰ ਨਾਲ। ਉਹ ਕਹਿੰਦੇ ਇੰਨੀਆਂ ਵੱਡੀਆਂ ਕੰਸਟਰਕਸ਼ਨ ਪ੍ਰੋਜੈਕਟ ਸਕੂਲ ਵਿੱਚ ਅਸੀਂ 16 ਸਾਲਾਂ 'ਚ ਨਹੀਂ ਸੀ ਦੇਖੀਆਂ ਜਿੰਨੀਆਂ ਅਸੀਂ 3 ਸਾਲਾਂ ਦੇ ਵਿੱਚ ਪੂਰੀਆਂ ਹੋਈਆਂ ਦੇਖੀਆਂ। ਬਿਲਕੁਲ, ਸਕੂਲਸ ਜਿਹੜੀ ਹੈਗੀ ਆ ਉਹ ਸਰੀ ਦੇ ਵਿੱਚ ਬਹੁਤ ਵੱਡੀ ਲੋੜ ਹੈਗੀ ਹੈ, ਕਿਉਂਕਿ ਐਜ਼ ਯੂ ਸੈਡ ਕਿ ਫਾਸਟੈਸਟ ਗਰੋਇੰਗ ਸਿਟੀ ਹੈਗੀ ਹੈ ਤੇ ਹਰ ਮਹੀਨੇ ਹਜ਼ਾਰਾਂ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਇਮੀਗ੍ਰੇਸ਼ਨ ਦੇ ਤੌਰ ਦੇ ਉੱਤੇ, ਤੇ ਕੋਈ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਪੋਰਟੇਬਲਸ 'ਚ ਪੜ੍ਹਨ। ਦੇਖੋ, ਜਦੋਂ ਲਿਬਰਲ ਦੀ ਸਰਕਾਰ ਸੀਗੀ ਉਦੋਂ ਉਹਨਾਂ ਨੇ ਸਕੂਲ ਬਣਾਏ ਵੀ ਨਹੀਂ ਤੇ ਜ਼ਮੀਨ ਵੀ ਵੇਚ ਕੇ ਚਲ ਗਏ। ਸੋ ਇਸ ਕਰਕੇ ਬਹੁਤ ਕਮੀ ਸੀਗੀ। ਤੇ ਹੁਣ ਮੈਂ ਸਾਰਿਆਂ ਨੂੰ ਕਹਿੰਦੀ ਆ ਵੀ ਇਹ ਵੀ ਸਵਾਲ ਪੁੱਛੋ ਵੀ 16 ਸਾਲ ਦੇ ਵਿੱਚ ਤੁਸੀਂ ਕੀ ਕੀਤਾ ਸੀ। ਲਿਬਰਲ ਨੂੰ ਪੁੱਛੋ, ਇਹ ਵੀ ਪੁੱਛੋ ਵੀ ਆਖਰੀ 3 ਸਾਲਾਂ ਦੇ ਵਿੱਚ ਤੁਸੀਂ ਇੱਕ ਸਕੂਲ, ਇੱਕ ਪ੍ਰੋਜੈਕਟ ਸੀ। ਹੁਣ 3 ਸਾਲਾਂ ਦੇ ਵਿੱਚ NDP ਨੇ 18 ਪ੍ਰੋਜੈਕਟ, ਇਹਦੇ ਵਿੱਚ ਸਕੂਲ ਦੇ ਕਲਾਸਰੂਮ ਵੀ ਬਣਦੇ ਆ, ਬਿਜ਼ਨਸ ਵੀ ਗਰੋ ਹੁੰਦੀ ਆ,
ਤੇ ਗੁੱਡ ਪੇਇੰਗ ਜੌਬਸ ਵੀ ਹੁੰਦੀਆਂ ਆ। ਇਹ ਸਿਰਫ ਇਹ ਨਹੀਂ ਵੀ ਸਿਰਫ ਕੰਸਟਰਕਸ਼ਨ ਹੀ ਹੋ ਰਿਹਾ ਆ, ਇਹਨੂੰ ਕਹਿੰਦੇ ਆ economic investment to grow jobs, ਪਰ at the same time ਸਾਡੇ ਬੱਚਿਆਂ ਦੀ ਸਕੂਲਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਉਹ ਵੀ ਪੂਰੀਆਂ ਕਰਨੀਆਂ। ਸਕੂਲਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਤੁਹਾਨੂੰ ਲੈ ਕੇ ਜਾਣਾ ਹੈ ਕਿ ਕੀ ਕੁਝ ਐਨਡੀਪੀ ਸਰਕਾਰ ਨੇ ਕੀਤਾ ਹੈ, ਖਾਸ ਕਰਕੇ ਸਰੀ ਪੈਨੋਰਾਮਾ ਹਲਕੇ ਦੇ ਵਿੱਚ ਐਮਐਲਏ ਜਿਨੀ ਸਿਮਸ ਦੀ ਨਿਗਰਾਨੀ ਹੇਠ ਕੀ ਕੁਝ ਹੋ ਰਿਹਾ ਹੈ ਤੇ ਇਲੈਕਸ਼ਨ ਦੇ ਇਸ਼ੂਜ਼ ਬਾਰੇ ਵੀ ਗੱਲਬਾਤ ਕਰਾਂਗੇ। ਕੀਪ ਵਾਚਿੰਗ FYI ਮੀਡੀਆ। ਤੇ ਅੱਜ ਗੱਲਬਾਤ ਹੋ ਰਹੀ ਹੈ ਜਿਨੀ ਸਿਮਸ ਦੇ ਨਾਲ। ਐਮਐਲਏ ਰਹੇ ਹੈਗੇ ਨੇ, ਐਮਪੀ ਰਹੇ ਹੈਗੇ ਨੇ ਸਰੀ ਦੇ ਵਿੱਚ ਤੇ ਸਰੀ ਪੈਨੋਰਾਮਾ ਦੇ ਵਿੱਚ। ਹੁਣ ਰੀਇਲੈਕਸ਼ਨ ਹੋਣ ਦੇ ਲਈ, ਰੀਇਲੈਕਟ ਹੋਣ ਦੇ ਲਈ ਦੁਬਾਰਾ ਰੇਸ ਦੇ ਵਿੱਚ ਹੈਗੇ ਨੇ ਐਨਡੀਪੀ ਦੇ ਵੱਲੋਂ। ਤੇ ਅੱਜ ਸਾਨੂੰ ਦਿਖਾ ਰਹੇ ਨੇ ਕਿ ਕੀ ਕੁਝ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ 3 ਸਾਲਾਂ ਦੇ ਵਿੱਚ। ਹੁਣ ਤੁਸੀਂ ਮੇਰੇ ਪਿੱਛੇ ਦੇਖ ਹੀ ਲਿਆ ਹੋਣਾ ਕਿ ਪ੍ਰੋਵਿੰਸ਼ੀਅਲ ਕੋਰਟ ਦੇ ਸਾਹਮਣੇ ਹੈਗੇ ਆ। ਜਿਨੀ ਤੋਂ ਪੁੱਛਦੇ ਆ ਇੱਥੇ ਕੀ ਕੀਤਾ ਗਿਆ ਹੈਗਾ ਆ। ਸੋ ਜਿਨੀ, ਅੱਜ ਪਹਿਲਾਂ ਅਸੀਂ ਸਕੂਲ ਦੇਖ ਕੇ ਆਏ ਆ, ਉੱਥੇ ਐਕਸਪੈਂਸ਼ਨਸ ਹੋ ਰਹੀਆਂ ਨੇ ਖਾਸ ਕਰਕੇ ਤੁਹਾਡੇ ਹਲਕੇ ਦੇ ਵਿੱਚ। ਹੁਣ ਕੋਰਟ ਵੀ ਤੁਹਾਡੇ ਹਲਕੇ ਦੇ ਵਿੱਚ ਹੈਗਾ, ਇਹਦੀ ਕੀ ਕੁਝ ਐਕਸਪੈਂਸ਼ਨ ਹੋਈਆਂ ਨੇ, ਕੀ ਕੁਝ ਹੋਇਆ ਹੈ? ਦੇਖੋ, ਆਪਾਂ ਨੂੰ ਪਤਾ ਫ੍ਰੀ ਟ੍ਰਾਇਲ, ਕੋਰਟ ਸਕੈਜੂਲ ਤੇ ਜਿਹੜੀ ਇੱਥੇ ਫੈਮਿਲੀ ਮੀਡੀਏਸ਼ਨ ਵੀ ਹੁੰਦੀ ਆ, ਬਹੁਤ ਹੀ ਵੱਡਾ ਬੈਕਲੌਗ ਹੋ ਜਾਂਦਾ ਆ ਕਰਕੇ ਸਾਡੇ ਕੋਲ ਕੋਰਟਸ ਦੀ ਕਮੀਆਂ ਸੀਗੀਆਂ। ਸਾਡੀ ਸਰਕਾਰ ਨੇ ਇੱਥੇ 3 ਨਵੇਂ ਸਟੇਟ ਆਫ ਦੀ ਆਰਟ ਕੋਰਟ ਹਾਊਸਿਸ ਬਣਾਏ ਆ। ਵਨ ਇਜ਼ ਹਾਈ ਸਿਕਿਉਰਿਟੀ, ਤੇ ਨਾਲੇ ਇੱਥੇ ਫ੍ਰੀ ਟ੍ਰਾਇਲ ਵਿੱਚ ਵੀ ਐਕਸਪੈਂਸ਼ਨ ਕੀਤਾ ਆ, ਤੇ ਨਾਲੇ ਜਿਹੜੇ ਉਹ ਮੀਡੀਏਸ਼ਨ ਰੂਮਸ ਹੁੰਦੇ ਆ ਉਹਨਾਂ ਦੇ ਵਿੱਚ ਵੀ, ਫੈਮਿਲੀ ਮੀਡੀਏਸ਼ਨ ਰੂਮਸ, ਉਹਨਾਂ ਵਿੱਚ ਵੀ ਕਾਫੀ ਵਾਧਾ ਕੀਤਾ ਆ। ਇਹ ਪ੍ਰੋਜੈਕਟ ਦੋਨੋਂ ਰਲ ਮਿਲ ਕੇ $40 ਮਿਲੀਅਨ ਲੱਗਾ ਇਹਨਾਂ ਤੇ ਮੈਨੂੰ ਬਹੁਤ ਖੁਸ਼ੀ ਸੀਗੀ ਵੀ ਅਸੀਂ ਇੱਥੇ ਆ ਕੇ ਰਿਬਨ ਕਟਿੰਗ ਵੀ ਕੀਤੀ ਸੀਗੀ ਜਦੋਂ ਐਕਸਪੈਂਸ਼ਨ ਪੂਰਾ ਹੋ ਗਿਆ। ਸੋ ਸਰੀ ਦੇ ਵਿੱਚ ਸਾਨੂੰ ਪਤਾ ਜਿਹੜੀ ਸੇਫਟੀ, ਸਿਕਿਉਰਿਟੀ, ਗੈਂਗਸ ਐਂਡ ਡਰੱਗ ਇਸ਼ੂਜ਼ ਇਜ਼ ਅ ਬਿਗ ਸਮੱਸਿਆ। ਸੋ ਇਸ ਕਰਕੇ ਸਾਨੂੰ ਪਤਾ ਜੀ ਉਹ ਸਮੱਸਿਆ ਦਾ ਹੱਲ ਕਰਨਾ ਆ, ਸਾਨੂੰ ਮਲਟੀ ਪ੍ਰੋਂਗਡ ਅਪਰੋਚ ਲੈਣੀ ਪੈਣੀ ਆ, ਕੋਈ ਮਿੱਠੀ ਗੋਲੀ ਹੈ ਨਹੀਂ। ਇਸ ਕਰਕੇ ਅਸੀਂ ਪ੍ਰੀਵੈਂਸ਼ਨ ਵਿੱਚ ਵੀ ਬਹੁਤ ਸਾਰਾ ਪੈਸਾ ਇਨਵੈਸਟਮੈਂਟ ਕੀਤਾ ਆ, अर्ਲੀ ਇੰਟਰਵੈਂਸ਼ਨ ਵਿੱਚ ਵੀ ਥਰੂ ਗ੍ਰਾਂਟਸ ਐਂਡ ਡਾਲਰਸ ਬੀਇੰਗ ਸਪੈਂਟ ਔਨ ਦੈਟ, ਐਜੂਕੇਸ਼ਨ ਵਿੱਚ ਵੀ, ਤੇ ਪਰ ਨਾਲ ਦੇ ਨਾਲ ਇਨਫੋਰਸਮੈਂਟ ਵੀ ਹੁੰਦੀ ਆ, ਤੇ ਇਹ ਹੈਗਾ ਇਨਫੋਰਸਮੈਂਟ। ਸੋ ਸਾਰਿਆਂ ਦੀ ਜ਼ਰੂਰਤ ਹੁੰਦੀ ਆ, ਤੇ ਫਿਰ ਰੀਹੈਬਿਲਿਟੇਸ਼ਨ ਦੀ ਵੀ। ਸੋ ਜੇ ਆਪਾਂ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਆ, ਉਹਦੇ ਲਈ ਆਪਾਂ ਨੂੰ ਮਲਟੀ ਪ੍ਰੋਂਗਡ ਅਪਰੋਚ ਕਰਨੀ ਚਾਹੀਦੀ ਆ। ਤੇ ਮੈਨੂੰ ਗਰਵ ਹੈਗਾ ਵੀ ਅਸੀਂ ਬਹੁਤ ਕੁਝ ਕੀਤਾ ਆ ਇਸ ਏਰੀਆ ਦੇ ਵਿੱਚ, ਹਾਲੇ ਬਹੁਤ ਕੁਝ ਕਰਨ ਵਾਲਾ ਵੀ ਹੈਗਾ ਆ, ਕਰਕੇ ਹਾਲੇ ਵੀ ਸਾਡੇ ਸਟਰੀਟਾਂ ਤੇ ਗੋਲੀਆਂ ਚੱਲਦੀਆਂ। ਬਿਲਕੁਲ, ਤੁਸੀਂ ਜਿਵੇਂ ਗੱਲ ਕੀਤੀ ਹੈ ਸਟਰੀਟਾਂ ਦੇ ਉੱਤੇ ਗੋਲੀਆਂ ਚੱਲਦੀਆਂ, ਨੌਜਵਾਨ ਜਿਹੜੇ ਨੇ ਉਹ ਸੁਰੱਖਿਅਤ ਹੈ ਨਹੀਂ ਗੇ। ਸਾਰੇ ਪੇਰੈਂਟਸ ਜਿਹੜੇ ਨੇ ਵਰੀਡ ਹੈਗੇ ਨੇ ਕਿ ਸਾਡੇ ਬੱਚਿਆਂ ਦਾ ਫਿਊਚਰ ਕੀ ਹੋਊਗਾ, ਸਾਡੇ ਬੱਚੇ ਫਿਊਚਰ ਦੇ ਲਈ ਹੋਣਗੇ ਵੀ ਕਿ ਨਹੀਂ ਹੋਣਗੇ। ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਬੱਚਿਆਂ ਦੇ ਨੂੰ ਟੇਕ ਕੇਅਰ ਕਰਨਾ ਹੈਗਾ। ਅਗਲੀ ਕੀ ਸਟ੍ਰੈਟਜੀ ਹੋਏਗੀ ਇਹਨਾਂ ਚੀਜ਼ਾਂ ਤੇ, ਗੈਂਗਸ ਨੂੰ, ਗਨਸ ਨੂੰ ਨੱਥ ਪਾਉਣ ਦੇ ਲਈ? ਆਪਾਂ ਬਹੁਤ ਸਾਰੇ ਇਨਵੈਸਟਮੈਂਟ ਦੇਖਾਂਗੇ, ਸਿਰਫ ਸਾਡੇ ਕੋਲੋਂ ਨਹੀਂ, ਫੈਡਰਲ ਕੋਲੋਂ ਵੀ, ਕਿਉਂਕਿ ਬਹੁਤ ਜ਼ਰੂਰਤ ਹੈਗੀ ਆ ਵੀ ਹਰੇਕ ਲੈਵਲ ਆਫ ਗਵਰਨਮੈਂਟ ਵਰਕ ਟੁਗੈਦਰ। ਕਈ ਤਾਂ ਹੁੰਦੇ ਆ ਜਿਹੜੇ ਡਰੱਗ ਐਂਡ ਗਨਸ ਐਂਡ ਵਾਇਲੈਂਸ ਇਸ਼ੂਜ਼ ਹੁੰਦੇ ਆ, ਉਹ ਤਾਂ ਜਿੱਦਾਂ ਗੈਂਗ ਵੋਰਫੇਅਰ ਤੁਸੀਂ ਕਹਿ ਦਿੰਦੇ ਹੋ ਜਾਂਦੀ ਆ, ਪਰ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਆ ਵੀ ਸਾਡੇ ਬੱਚੇ ਕਿਉਂ ਉੱਧਰ ਨੂੰ ਜਾਂਦੇ ਆ, ਕੀ ਹੈਗਾ ਵੀ ਉੱਧਰ ਨੂੰ ਉਹਨਾਂ ਨੂੰ ਖਿੱਚ ਲੈ ਕੇ ਜਾਂਦਾ ਆ, ਤੇ ਜਦੋਂ ਸਾਡੇ ਕੋਲ अर्ਲੀ ਸਾਈਨਸ ਮਿਲ ਜਾਣ ਫਿਰ ਕਿੱਦਾਂ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਆ। ਸੋ ਇਹਦੇ ਲਈ ਬਹੁਤ ਸਾਰੇ ਪ੍ਰੋਗਰਾਮਸ ਚੱਲ ਰਹੇ ਆ, ਪਰ ਹੋਰ ਵੀ ਪ੍ਰੋਗਰਾਮਾਂ ਦੀ ਲੋੜ ਆ, ਹੋਰ ਵੀ ਇਨਵੈਸਟਮੈਂਟ ਦੀ ਲੋੜ ਆ। ਇਹ ਜੌਨ ਹੋਗਨ ਦੀ ਕਮਿਟਮੈਂਟ ਹੈਗੀ ਆ ਵੀ ਇਹ ਇਨਵੈਸਟਮੈਂਟ ਅਸੀਂ ਕਰਦੇ ਰਹਿਣਾ ਆ, ਕਿਉਂਕਿ ਸਭ ਤੋਂ ਜ਼ਿਆਦਾ ਕੀਮਤੀ ਜੇ ਸਾਡਾ ਕੁਛ ਹੈਗਾ ਆ ਇਸ ਦੁਨੀਆ ਦੇ ਵਿੱਚ, ਉਹ ਹੈਗੀ ਆ ਸਾਡੀ ਆਉਣ ਵਾਲੀ ਪੀੜ੍ਹੀ। ਇਸ ਕਰਕੇ ਸਾਡਾ ਫਰਜ਼ ਬਣਦਾ ਆ ਥਰੂ ਐਜੂਕੇਸ਼ਨ, ਰੀਹੈਬਿਲਿਟੇਸ਼ਨ ਐਂਡ अर्ਲੀ ਇੰਟਰਵੈਂਸ਼ਨ ਵੀ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਤੋਰੀਏ। ਬਿਲਕੁਲ, ਤੇ ਨਾਲ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਅਸੀਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਰਹੇ ਹੈਗੇ ਆ ਕਿ ਕਿਹੜੇ ਕੈਂਡੀਡੇਟ ਕੀ ਕੁਝ ਕਰ ਰਹੇ ਹੈਗੇ ਨੇ। ਜੇ ਉਹ ਸਿਟਿੰਗ ਐਮਐਲਏ ਸੀਗੇ ਤਾਂ ਉਹਨਾਂ ਨੇ ਕੀ ਕੁਝ ਕੀਤਾ ਹੈ ਆਪਣੇ ਹਲਕੇ ਦੇ ਲਈ, ਕੀ ਉਹਨਾਂ ਨੇ ਆਪਣੇ ਹਲਕੇ ਦੇ ਲਈ ਆਵਾਜ਼ ਉਠਾਈ ਹੈ ਕਿ ਨਹੀਂ ਉਠਾਈ ਹੈਗੀ ਹੈ। ਸੋ ਇਸੇ ਲੜੀ ਦੇ ਵਿੱਚ ਅੱਜ ਗੱਲਬਾਤ ਹੋ ਰਹੀ ਹੈ ਜਿਨੀ ਸਿਮਸ ਦੇ ਨਾਲ। ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸੋ ਅੱਜ ਖਾਸ ਮੁਲਾਕਾਤ ਹੋ ਰਹੀ ਹੈ ਜਿਨੀ ਸਿਮਸ ਦੇ ਨਾਲ। ਵੱਖ-ਵੱਖ ਜਗ੍ਹਾ ਤੇ ਅਸੀਂ ਜਾ ਰਹੇ ਹੈਗੇ ਆ, ਅਸੀਂ ਕੋਰਟ ਜਾ ਕੇ ਆਏ ਹੈਗੇ ਆ, ਤੁਹਾਨੂੰ ਟੂਰ ਲਗਵਾਇਆ ਹੈਗਾ ਆ ਕਿ ਉੱਥੇ ਕੀ ਕੁਝ ਹੋਇਆ ਹੈ। ਨਾਲ ਸਕੂਲ ਦੀ ਐਕਸਪੈਂਸ਼ਨ ਹੋ ਰਹੀ ਹੈ। YMCA ਦੇ ਵਿੱਚ ਅਸੀਂ ਹੁਣ ਪਹੁੰਚੇ ਹੋਏ ਹੈਗੇ ਆ ਕਿ ਉੱਥੇ ਕੀ ਕੁਝ ਹੋਇਆ ਹੈ, ਕੀ ਕੁਝ ਕੀਤਾ ਗਿਆ ਹੈਗਾ ਸਰਕਾਰ ਦੇ ਵੱਲੋਂ। ਆਓ ਗੱਲ ਕਰਦੇ ਹਾਂ ਜਿਨੀ ਦੇ ਨਾਲ। ਸੋ ਜਿਨੀ ਅਸੀਂ YMCA ਦੇ ਵਿੱਚ ਆਏ ਹੋਏ ਹੈਗੇ ਆ, ਇੱਥੇ ਪੂਲਸ ਹੈਗੇ ਨੇ, ਜਿਮ ਹੈਗਾ ਆ। ਸੋ ਇੱਥੇ ਕੀ ਕੁਝ ਤੁਹਾਡੇ ਵੱਲੋਂ ਕੀਤਾ ਗਿਆ ਹੈਗਾ? ਦੇਖੋ, ਸਭ ਤੋਂ ਜ਼ਿਆਦਾ ਚੀਜ਼ ਦੀ ਜ਼ਰੂਰਤ ਇਹਨਾਂ ਦਿਨਾਂ ਦੇ ਵਿੱਚ ਹੈਗੀ ਆ, ਤੇ ਅੱਗੇ ਵੀ ਸੀਗੀ, ਵੀ ਸਾਡੇ ਬੱਚੇ ਫਿੱਟ ਹੋਣ ਤੇ ਸਾਡੇ ਬਜ਼ੁਰਗ ਜਿਹੜੇ ਉਹ ਵੀ ਫਿੱਟ ਰਹਿਣ। ਤੇ ਇਸ ਕਰਕੇ ਸਾਡੀ ਸਰਕਾਰ ਨੇ ਕਾਫੀ ਇਨਵੈਸਟਮੈਂਟ ਕੀਤੀ ਆ ਫॉर ਯੂਥ ਫਿਟਨੈਸ, ਫॉर ਦੀ ਸਪੋਰਟਸ, whether it's soccer, whether it's cricket, whether it's hockey.
ਬਟ ਹੀਅਰ ਐਟ ਦ ਟੋਂਗ ਲੂਈ ਫੈਮਿਲੀ YMCA ਮੈਂ ਕਹਿੰਦੀ ਹੁੰਦੀ ਇਹ ਮੇਰੇ ਇਲਾਕੇ ਦਾ ਹੀਰਾ ਆ। ਬਹੁਤ ਹੀ ਬਿਜ਼ੀ ਹੁੰਦਾ ਆ ਜਦੋਂ ਇਹ ਖੁੱਲ੍ਹਾ ਹੁੰਦਾ, ਹੁਣ ਕੋਵਿਡ ਕਰਕੇ ਬੰਦ ਆ। ਇਹਦੇ ਵਿੱਚ ਚਾਈਲਡ ਕੇਅਰ ਸੈਂਟਰ ਵੀ ਹੈਗਾ ਆ, ਪਰ ਇਹਦੇ ਵਿੱਚ ਜਿਮ ਵੀ ਹੈਗਾ, ਫੈਮਿਲੀ ਜਿਮ। ਪਰ ਇੱਕ ਚੀਜ਼ ਬਹੁਤ ਵਧੀਆ ਹੈਗੀ ਇਹਦੇ ਵਿੱਚ, ਜਿਹੜਾ ਹੈਗਾ ਸਵਿਮਿੰਗ ਪੂਲ। ਉਹ ਸਵਿਮਿੰਗ ਪੂਲ ਇੱਕ ਨਿੱਘਾ ਹੈਗਾ, ਵਿੱਚ 2-3 ਹੈਗੇ ਆ। ਇੱਕ ਛੋਟਾ ਜਿਹਾ ਹੈਗਾ ਆ ਜਿੱਥੇ ਬਹੁਤ ਸਾਰੇ ਬਜ਼ੁਰਗ ਐਕਸਰਸਾਈਜ਼ ਕਰਨ ਆਉਂਦੇ ਆ, ਜਿਨ੍ਹਾਂ ਨੂੰ ਕਈਆਂ ਨੂੰ ਸਟ੍ਰੋਕ ਵੀ ਹੋਈ ਹੁੰਦੀ ਆ, ਫਿਰ ਉਹ ਗਾਂ ਚਾਲੂ ਹੋਣਾ ਚਾਹੁੰਦੇ ਆ। ਉਹ ਕਲਾਸਾਂ ਇੱਥੇ ਸਾਰਾ ਦਿਨ ਹੀ ਚੱਲਦੀਆਂ ਆ। ਤਾਂ ਇਸ ਕਰਕੇ ਇਹ ਪੂਲ ਹੁਣ ਥੋੜ੍ਹਾ ਪੁਰਾਣਾ ਹੋ ਗਿਆ ਆ, ਇਹਦਾ ਕਾਫੀ ਕਾਸਟ ਆਉਣਾ ਸੀਗਾ, ਅਤੇ ਸਾਡੀ ਸਰਕਾਰ ਨੇ YMC ਨੇ ਉਹ ਕਿਹਾ ਵੀ ਅਸੀਂ ਇਹ ਕਰਾ ਦੇਵਾਂਗੇ, ਕਰਕੇ ਸਾਨੂੰ ਪਤਾ ਜਿਹੜੇ ਸਰੀ ਪੈਨੋਰਾਮਾ ਵਿੱਚ ਰਹਿਣ ਵਾਲੇ ਆ ਉਹ ਕਿੰਨਾ ਇਸ ਪੂਲ ਨੂੰ ਵਰਤਦੇ ਆ ਅਤੇ ਕਿੰਨਾ ਉਹਨਾਂ ਲਈ ਇਹ ਜ਼ਰੂਰਤ ਆ। ਇੱਕ ਇਸ ਪਾਰਟ ਆਫ ਪੈਨੋਰਾਮਾ ਸਾਡੇ ਕੋਲ ਹੋ ਕੋਈ ਰੈਕ੍ਰੀਏਸ਼ਨਲ ਫੈਸਿਲਿਟੀ ਹੈ ਹੀ ਨਹੀਂ, ਇਹੋ ਹੀ ਹੈ। ਸੋ ਬਹੁਤ ਖੁਸ਼ੀ ਹੁੰਦੀ ਆ ਜਦੋਂ ਵੀ ਇੱਥੇ ਅਸੀਂ ਜਾਈਦਾ ਆ। ਮੇਰਾ ਬੇਟਾ ਵੀ ਇੱਥੇ ਹੀ ਮੈਂਬਰ ਹੈਗਾ, ਮੈਂ ਵੀ ਉਹਦੇ ਨਾਲ ਬਾਜੇ ਵੇਲੇ ਜਾ ਆਉਂਦੀ ਆ, ਬਾਹਲਾ ਤਾਂ ਨਹੀਂ ਜਾ ਹੁੰਦਾ। ਬਟ ਜਿਹੜਾ ਸਟਾਫ ਇੱਥੇ ਆ ਐਬਸੋਲੂਟਲੀ ਗ੍ਰੇਟ। ਇੱਥੇ ਮੀਟਿੰਗ ਰੂਮਸ ਵੀ ਹੈਗੇ ਆ, ਕਾਫੀ ਸ਼ਾਪ ਵੀ ਅੰਦਰ ਹੈਗੀ ਆ। ਜਦੋਂ ਤੁਸੀਂ ਅੰਦਰ ਜਾਂਦੇ ਆ ਨਾ, ਇੱਕ ਮਾਹੌਲ ਹੈ ਜਿੱਦਾਂ ਪਰਿਵਾਰਕ ਮਾਹੌਲ ਹੈਗਾ ਆ। ਬਿਲਕੁਲ, ਤੁਸੀਂ ਐਕਸਪੈਂਸ਼ਨਸ ਦੀ ਗੱਲ ਕੀਤੀ ਹੈਗੀ ਹੈ। ਫਿੱਟ ਹੋਣਾ, ਹੈਲਥ ਜਿਹੜੀ ਹੈਗੀ ਆ ਬਹੁਤ ਇੰਪੋਰਟੈਂਟ ਹੈਗੀ ਹੈ, ਚਾਹੇ ਉਹ ਸਾਡੇ ਸੀਨੀਅਰਸ ਹੈਗੇ ਨੇ, ਚਾਹੇ ਸਾਡੇ ਨੌਜਵਾਨ ਹੈਗੇ ਨੇ। ਹਰ ਕੋਈ ਅੱਜ ਕੱਲ੍ਹ ਹੈਲਥ ਦੇ ਲਈ ਕੌਨਸ਼ੀਅਸ ਹੈਗਾ ਆ। ਇਹਦੇ ਵਿੱਚ ਤੁਹਾਡੇ ਨਾਲ ਹੈਲਪ ਕੀਤੀ ਗਈ ਹੈ। ਨਾਲ ਨਾਲ ਇੱਥੇ ਹੀ ਚਾਈਲਡ ਕੇਅਰ ਸੈਂਟਰ ਇਸਟੈਬਲਿਸ਼ ਕੀਤਾ ਹੈ, ਨਾਲ ਹੀ ਕੀਤਾ ਹੈ। ਉਹਦੀ ਕੀ ਮਤਲਬ ਨਾਲ ਹੀ ਕਿਉਂ? ਦੇਖੋ, ਅੱਜ ਕੱਲ੍ਹ ਬਹੁਤ ਰੌਲਾ ਪੈ ਰਿਹਾ ਹੈ ਵੀ NDP ਨੇ ਕੀਤਾ ਨਹੀਂ ਕੁਛ ਚਾਈਲਡ ਕੇਅਰ ਲਈ। ਮੈਂ ਤੁਹਾਨੂੰ ਦੱਸ ਦਿੰਦੀ ਵੀ ਪਿਛਲੇ 3.5 ਸਾਲਾਂ ਦੇ ਵਿੱਚ ਸਿਰਫ ਸਰੀ ਪੈਨੋਰਾਮਾ ਦੇ ਵਿੱਚ $18 ਮਿਲੀਅਨ ਇਨਵੈਸਟਮੈਂਟ ਹੋਈ ਆ। ਉਹਦੇ ਨਾਲ ਨਵੀਆਂ ਸੀਟਸ ਵੀ ਬਣੀਆਂ ਆ, ਸਬਸਿਡਾਈਜ਼ ਸੀਟਸ ਵੀ ਬਣੀਆਂ ਆ। ਪਰ ਇੱਕ ਗੱਲ ਹੋਰ ਹੈਗੀ ਆ, ਉਹ 18 ਮਿਲੀਅਨ ਦੇ ਵਿੱਚੋਂ $9 ਮਿਲੀਅਨ ਪੇਰੈਂਟਸ ਨੂੰ ਵਾਪਸ ਗਿਆ ਹੈ, ਵੀ ਜਿਹੜੀ ਉਹਨਾਂ ਨੂੰ ਹੁਣ ਫੀ ਘੱਟ ਦੇਣੀ ਪੈਂਦੀ ਆ ਚਾਈਲਡ ਕੇਅਰ ਦੀ। ਤੁਸੀਂ ਸੋਚੋ, ਇੰਨਾ $9 ਮਿਲੀਅਨ ਕਹਿਣਾ ਸੌਖਾ ਆ। ਉਹ $9 ਮਿਲੀਅਨ ਕਿਤੇ ਖਨੈਰੀ ਬੈਂਕਸ 'ਚ ਨਹੀਂ ਜਾ ਕੇ ਬੈਠਦਾ ਦੂਸਰੇ ਮੁਲਕਾਂ ਦੇ ਵਿੱਚ, ਉਹ ਲੋਕ ਇਸ ਇਲਾਕੇ ਵਿੱਚ ਵਰਤਦੇ ਆ। ਉਹਦੇ ਨਾਲ ਇਕਨੋਮੀ ਵੀ ਸਾਡੀ ਚੱਲਦੀ ਰਹਿੰਦੀ ਆ, ਅਤੇ ਨਾਲੇ ਕਈ ਮਾਵਾਂ ਵੀ ਹੈਗੀਆਂ ਅਤੇ ਕਈ ਪਿਓ ਵੀ ਹੈਗੇ ਆ ਜਿਹੜੇ ਕਹਿੰਦੇ ਆ ਵੀ ਅੱਗੇ ਅਸੀਂ ਫੁੱਲ ਟਾਈਮ ਕੰਮ ਨਹੀਂ ਸੀ ਕਰ ਸਕਦੇ, ਹੁਣ ਕਰਕੇ ਸਾਨੂੰ ਪਤਾ ਆ ਵੀ ਸਾਡੇ ਬੱਚੇ ਸੇਫ ਆ, ਦੇਰ ਇਨ ਅ ਗੁੱਡ ਡੇ ਕੇਅਰ, ਉਹ ਫਿਰ ਜਾ ਵੀ ਸਕਦੇ ਆ। ਨਾਲੇ ਦੇਖੋ, ਡੇ ਕੇਅਰ ਬੇਬੀ ਸਿਟਿੰਗ ਨਹੀਂ। ਜਿਹੜੇ ਡੇ ਕੇਅਰ ਵਿੱਚ ਕੰਮ ਕਰਦੇ ਆ अर्ਲੀ ਚਾਈਲਡਹੁੱਡ ਐਜੂਕੇਟਰਸ ਆ, ਉਹਨਾਂ ਕੋਲ ਪੂਰੀ ਟ੍ਰੇਨਿੰਗ ਆ। ਉਹਨਾਂ ਨੂੰ ਪਤਾ ਬੱਚੇ ਦਾ ਮਾਈਂਡ, ਸੈਂਸਿਸ, 5 ਸੈਂਸਿਸ ਨੂੰ ਕਿੱਦਾਂ ਸਟੀਮੂਲੇਟ ਕਰਨਾ, ਉਹਨਾਂ ਦੀ ਲੈਂਗੁਏਜ ਡਿਵੈਲਪਮੈਂਟ ਕਿੱਦਾਂ ਹੋਵੇ। ਸੋ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਆ। ਮੈਂ ਇਸ ਚਾਈਲਡ ਕੇਅਰ ਸੈਂਟਰ ਵਿੱਚ ਕਾਫੀ ਗੇੜੇ ਮਾਰ ਗਈ ਹਾਂ, ਅਤੇ ਬਾਕੀ ਸਾਰੇ ਵੀ ਜਿਹੜੇ ਸਾਡੇ ਇਲਾਕੇ ਵਿੱਚ ਹੈਗੇ ਆ। ਅਤੇ ਇਹਦੇ ਨਾਲ ਹਾਲੇ ਬਹੁਤ ਹੋਰ ਕੁਛ ਕਰਨ ਵਾਲਾ ਹੈਗਾ ਆ, ਮੈਂ ਆਪ ਮੰਨਦੀ ਹਾਂ। ਅਤੇ ਮੈਨੂੰ ਉਮੀਦ ਹੈਗੀ ਆ ਵੀ ਜਦੋਂ ਸਾਡੀ ਸਰਕਾਰ ਫੇਰ ਬਣੀ, ਅਸੀਂ ਹੋਰ ਵੀ ਚਾਈਲਡ ਕੇਅਰ ਲਈ ਕਰਾਂਗੇ, ਕਰਕੇ ਇਹ ਸਾਡਾ ਨੰਬਰ 1 ਪਲੈਟਫਾਰਮ ਪਿਲਰ ਸੀਗਾ ਪਿਛਲੀ ਵਾਰੀ। ਐਤਕੀ ਇਹਨੂੰ ਕੰਟੀਨਿਊ ਕਰਾਂਗੇ। ਜੀ ਬਿਲਕੁਲ, ਤੇ ਤੁਸੀਂ ਚਾਈਲਡ ਕੇਅਰ ਦੀ ਗੱਲ ਕੀਤੀ ਹੈਗੀ, ਇੱਥੇ ਹੀ ਹੈਗਾ YMC ਦੇ, ਕਿਉਂ ਨਾ ਆਪਾਂ ਉੱਥੇ ਚੱਲੀਏ ਤੇ ਉੱਥੇ ਦੇਖੀਏ ਕਿ ਕੀ ਕੁਝ ਹੋਰ ਹੋਇਆ ਚਾਈਲਡ ਕੇਅਰ ਦੇ ਵਿੱਚ। ਹਾਂਜੀ ਜੀ ਬਿਲਕੁਲ, ਚਾਈਲਡ ਕੇਅਰ ਜਿਹੜਾ ਹੈਗਾ ਉਧਰਲੀ ਸਾਈਡ ਤੇ ਆ। ਸੋ ਚਾਈਲਡ ਕੇਅਰ ਸੈਂਟਰ ਦੇ ਬਾਰੇ ਅੱਜ ਗੱਲਬਾਤ ਹੋ ਰਹੀ ਹੈਗੀ ਹੈ। ਚਾਈਲਡ ਕੇਅਰ ਬਹੁਤ ਜ਼ਰੂਰੀ ਹੈਗੀ ਹੈ, ਇੰਪੋਰਟੈਂਟ ਹੈਗੀ ਹੈ, ਕਿਉਂਕਿ ਬੱਚੇ ਜੇ ਚਾਈਲਡ ਕੇਅਰ ਦੇ ਵਿੱਚ ਹੋਣਗੇ ਤਾਂ ਹੀ ਪੇਰੈਂਟਸ ਜਿਹੜੇ ਉਹ ਕੰਮਾਂ ਦੇ ਉੱਤੇ ਜਾ ਸਕਦੇ ਹੈਗੇ ਆ। ਜਿਨੀ ਦੇ ਨਾਲ ਗੱਲਬਾਤ ਹੋ ਰਹੀ ਹੈ ਚਾਈਲਡ ਕੇਅਰ ਸੈਂਟਰਸ ਦੇ ਬਾਰੇ। ਜਿਨੀ ਚਾਈਲਡ ਕੇਅਰ ਸੈਂਟਰਸ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਬਹੁਤ ਸਾਰੇ ਇਸ ਏਰੀਆ ਦੇ ਵਿੱਚ ਹੈਗੇ ਨੇ ਪੈਨੋਰਾਮਾ ਦੇ ਵਿੱਚ। ਜੇ ਅਸੀਂ ਸਿਰਫ ਪੈਨੋਰਾਮਾ ਦੀ ਗੱਲ ਕਰੀਏ ਤਾਂ ਚਾਈਲਡ ਕੇਅਰ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਹੁਣ ਇਲੈਕਸ਼ਨ ਹੈਗੇ ਨੇ, ਉਹਦੇ ਵਿੱਚ ਗ੍ਰੀਨ ਪਾਰਟੀ ਜਿਹੜੀ ਉਹ ਪ੍ਰੋਮਿਸ ਕਰ ਰਹੀ ਹੈ ਕਿ ਅਸੀਂ ਫ੍ਰੀ ਚਾਈਲਡ ਕੇਅਰ ਜਿਹੜਾ ਹੈਗਾ ਦੇਵਾਂਗੇ, ਤੇ ਨਾਲ ਉਹ ਕਹਿ ਰਹੇ ਆ ਕਿ ਜੇ 4 ਦਿਨ ਅਸੀਂ ਕੰਮ ਕਰਨ ਨੂੰ ਵੀ ਅਸੀਂ ਤਰਜੀਹ ਦਿੰਦੇ ਹਾਂ ਕਿ ਲੋਕ 4 ਦਿਨ ਹੀ ਕੰਮ ਕਰਨ ਤੇ 3 ਛੁੱਟੀਆਂ ਉਹਨਾਂ ਨੂੰ ਮਿਲਣ। ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਚਾਈਲਡ ਕੇਅਰ ਦੇ ਨਾਲ ਜਿਵੇਂ ਤੁਸੀਂ ਦੱਸਿਆ ਹੈਗਾ ਆ ਕਿ ਫ੍ਰੀ ਚਾਈਲਡ ਕੇਅਰ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਦੇਖੋ, ਜਦੋਂ ਮੈਂ ਚਾਈਲਡ ਕੇਅਰ ਦਾ ਸੋਚਦੀ ਹਾਂ ਨਾ, ਬਾਜੇ ਵੇਲੇ ਲੋਕ ਕਹਿੰਦੇ ਨੇ ਵੀ ਬੱਚਿਆਂ ਸੰਭਾਲਣ ਦੀ ਗੱਲ ਆ। ਇਹ ਬੱਚਿਆਂ ਸੰਭਾਲਣ ਦੀ ਨਹੀਂ ਗੱਲ। ਚਾਈਲਡ ਕੇਅਰ ਵਿੱਚ ਜਦੋਂ ਅਸੀਂ ਇਨਵੈਸਟਮੈਂਟ ਕੀਤੀ ਆ, ਉਹ ਇਕਨੋਮਿਕ ਇਨਵੈਸਟਮੈਂਟ ਹੈਗੀ ਆ। ਇਕਨੋਮਿਕ ਇਨਵੈਸਟਮੈਂਟ ਕਿਉਂ?
ਕਿਉਂਕਿ ਇੱਕ ਤਾਂ ਜਿਹੜੇ ਮਾਂ ਪਿਓ ਕੰਮ ਨਹੀਂ ਕਰ ਸਕਦੇ ਕਰਕੇ ਉਹਨਾਂ ਕੋਲ ਡੇ ਕੇਅਰ ਚਾਈਲਡ ਕੇਅਰ ਹੈ ਨਹੀਂ, ਉਹ ਫਿਰ ਕੰਮ ਕਰਨ ਜਾ ਸਕਦੇ ਆ। ਉਹ ਜੇ ਕੰਮ ਕਰਨ ਜਾਣਗੇ ਉਹ ਪੈਸੇ ਕਮਾਉਣਗੇ, ਟੈਕਸ ਦੇਣਗੇ। ਇੱਕ ਜਦੋਂ ਅਸੀਂ ਨਿਊ ਡੇ ਕੇਅਰ ਸੈਂਟਰਸ ਬਣਾਈਦਾ ਆ, ਉਹਦੇ ਨਾਲ ਵੀ ਜੌਬਸ ਪੈਦਾ ਹੁੰਦੀਆਂ ਆ, ਤੇ ਜਿਹੜੇ अर्ਲੀ ਐਜੂਕੇਟਰਸ ਉਹਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਲਈ ਵੀ ਨਾਲ ਵੀ ਇਕਨੋਮੀ ਬੂਸਟ ਹੁੰਦੀ ਆ। ਤੇ ਬਹੁਤ ਸਾਰੀ ਰਿਸਰਚ ਕੀਤੀ ਗਈ ਆ, ਬੇਸ਼ੱਕ ਦੀ ਇੱਥੇ ਸਾਡੇ UBC ਦੇ ਵਿੱਚ, ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਵੀ ਇਕਨੋਮਿਸਟ ਬਹੁਤ ਸਾਰੀ ਕੀਤੀ ਆ ਵੀ ਜੇ ਤੁਸੀਂ $1 ਇਨਵੈਸਟ ਕਰੋਗੇ ਚਾਈਲਡ ਕੇਅਰ ਦੇ ਵਿੱਚ, $10 ਤੁਹਾਨੂੰ ਡਾਇਰੈਕਟਲੀ ਵਾਪਸ ਆਉਂਦਾ ਆ ਇਕਨੋਮੀ ਦੇ ਵਿੱਚ ਤੇ $5 ਇਨਡਾਇਰੈਕਟਲੀ। ਸੋ ਮੈਂ ਤਾਂ ਕਹਿੰਦੀ ਆ ਵੀ ਬੇਵਕੂਫ ਸਰਕਾਰ ਹੋਊਗੀ ਜਿਹੜੀ ਇਨਵੈਸਟਮੈਂਟ ਨਾ ਕਰੂਗੀ ਚਾਈਲਡ ਕੇਅਰ ਵਿੱਚ, ਕਿਉਂਕਿ ਇਹ ਇਕਨੋਮੀ ਲਈ ਵੀ ਗੁੱਡ ਆ, ਗੁੱਡ ਫॉर ਫੈਮਲੀਜ਼, ਪਰ ਸਭ ਤੋਂ ਵੱਡਾ ਸਾਡੇ ਬੱਚਿਆਂ ਲਈ ਬਹੁਤ ਵਧੀਆ ਆ। ਮੈਨੂੰ ਪਤਾ ਆਪਣੇ ਬਹੁਤ ਸਾਰੇ ਘਰ ਵਿੱਚ ਹੈਗੇ ਆ ਜਿੱਥੇ ਸਾਡਾ ਪਰਿਵਾਰ ਹੀ ਬੱਚਿਆਂ ਨੂੰ ਸੰਭਾਲ ਲੈਂਦਾ ਆ। ਉਹ ਪੁਰਾਣੇ ਦਿਨ ਸੀ, ਹੁਣ ਗਾਂ ਇਹ ਬਹੁਤ ਘੱਟ ਹੋ ਰਿਹਾ ਆ। ਪਰ ਜਿਹੜੇ ਸਾਡੇ ਪ੍ਰੋਫੈਸ਼ਨਲ ਕਪਲਸ ਆ, ਉਹ ਬਾਹਰ ਕੰਮ ਕਰਦੇ ਆ, ਉਹ ਫਿਰ ਵੀ ਚਾਹੁੰਦੇ ਆ ਡੇ ਕੇਅਰ ਹੋਵੇ। ਹੁਣ ਹਰੇਕ ਹਫਤੇ ਕੋਈ ਨਾ ਕੋਈ ਆ ਕੇ ਦੱਸਦਾ ਆ ਜਿਨੀ ਸਾਨੂੰ 1800 ਦਾ ਪੈਸਾ ਫਾਇਦਾ ਪੈ ਗਿਆ ਮਹੀਨੇ ਦਾ, ਅਸੀਂ ਹੁਣ ਅੱਗੇ ਨਾਲੋਂ 1400 ਘੱਟ ਕਰਦੇ ਆ। ਇੱਕ ਲੇਡੀ ਆਈ ਕਹਿੰਦੀ 1800 ਸਾਨੂੰ ਸਬਸਿਡੀ ਹੁਣ ਆਉਂਦੀ ਆ ਹਰੇਕ ਮਹੀਨੇ ਦੀ, ਤੇ ਉਹਦੇ ਨਾਲ ਤੁਸੀਂ ਸੋਚੋ ਵੀ ਫੈਮਿਲੀ ਦੇ ਉੱਪਰ ਕੀ ਅਸਰ ਪਊਗਾ। ਪਰ ਇੱਕ ਜਿਹੜੇ अर्ਲੀ ਚਾਈਲਡਹੁੱਡ ਐਜੂਕੇਟਰਸ ਹੁੰਦੇ ਆ, ਉਹਨਾਂ ਕੋਲ ਟ੍ਰੇਨਿੰਗ ਹੁੰਦੀ ਆ ਵੀ ਬੱਚੇ ਦੀ ਡਿਵੈਲਪਮੈਂਟ ਕਿੱਦਾਂ ਹੁੰਦੀ ਆ, ਉਹਨੂੰ ਲੁੱਕ ਆਫਟਰ ਕਿੱਦਾਂ ਕਰਨਾ ਆ। ਤੇ ਸੋ ਮੈਂ ਤਾਂ ਕਹਿੰਦੀ ਆ ਵੀ ਇਟਸ ਗੁੱਡ ਫॉर ਐਵਰੀਬਾਡੀ, ਗੁੱਡ ਫॉर ਕਿਡਸ, ਗੁੱਡ ਫॉर ਪੇਰੈਂਟਸ ਐਂਡ ਰੀਅਲੀ ਗੁੱਡ ਫॉर ਦੀ ਇਕਨੋਮੀ। ਤੇ ਜਦੋਂ ਮੈਂ ਸਾਡਾ ਰੈਕੋਰਡ ਦੇਖਦੀ ਹਾਂ ਪਿਛਲੇ 16 ਸਾਲਾਂ ਦਾ, ਕਈ ਲਿਬਰਲ MLA ਹੈਗੇ ਆ ਜਿਹੜੇ ਕਹਿੰਦੇ ਵੀ ਲੋੜ ਹੀ ਨਹੀਂ ਹੈ ਤਾਂ ਮਾਮਾ ਨੂੰ ਕਰਨਾ ਚਾਹੀਦਾ ਆ, ਪਰ ਬਹੁਤ ਘੱਟ ਲੋਕ ਹੈਗੇ ਆ ਜਿਨ੍ਹਾਂ ਦੇ ਵਿੱਚ ਫਾਈਨੈਂਸ਼ੀਅਲ ਅਬਿਲਿਟੀ ਹੈਗੀ ਆ ਵੀ ਇੱਕ ਜਾਣਾ ਘਰ ਰਹਿ ਕੇ ਆਪਣੇ ਬੱਚੇ ਦੀ ਦੇਖਭਾਲ ਕਰ ਸਕੇ। ਸਾਡੇ ਵਰਗੇ ਬਹੁਤ ਹੈਗੇ ਆ ਜਿਨ੍ਹਾਂ ਨੂੰ ਦੋਨਾਂ ਨੂੰ ਕੰਮ ਕਰਨਾ ਪੈਂਦਾ ਆ ਤੇ ਬੱਚੇ ਵੀ ਪਾਲਣੇ ਪੈਂਦੇ ਆ। ਮੈਨੂੰ ਪਤਾ ਮੇਰੇ ਲਈ ਕਿੰਨਾ ਮੁਸ਼ਕਲ ਸੀਗਾ ਜਦੋਂ ਮੇਰੇ ਬੱਚੇ ਛੋਟੇ ਸੀਗੇ। ਇਹਦੀ ਐਡਵੋਕੇਸੀ ਤਾਂ ਮੈਨੂੰ ਲੱਗਦਾ ਆ ਮੈਂ 1900 ਦੀ 80 ਦੀ ਲੱਗੀ ਆ ਬਈ ਚਾਈਲਡ ਕੇਅਰ ਹੋਣੀ ਚਾਹੀਦੀ ਆ ਤੇ ਜਿਹੜਾ ਪੈਸਾ ਦਿੰਦੇ ਆ ਉਹ ਵੀ ਘੱਟ ਹੋਣਾ ਚਾਹੀਦਾ ਆ। ਹੁਣ ਅਸੀਂ ਜਿਹਦੀ ਆਮਦਨ 40,000 ਥੱਲੇ ਆ, ਆਈ ਥਿੰਕ ਇਟਸ ਅਬਾਊਟ 46 ਤੋਂ ਥੱਲੇ ਆ, ਉਹ they get it for free। ਤੇ ਗਾਂ ਜਿੱਦਾਂ ਵੀ ਇਨਕਮ ਬੇਸਡ ਉਹਨਾਂ ਨੂੰ ਸਬਸਿਡੀ ਮਿਲਦੀ ਆ, ਤੇ ਇਹਦੇ ਨਾਲ ਇਕਨੋਮੀ ਦੇ ਵਿੱਚ ਜਿਹੜੇ ਪੜ੍ਹਾ ਕੇ ਘਰ ਬੈਠੇ ਸੀਗੇ ਕਰਕੇ ਉਹਨਾਂ ਨੂੰ ਡੇ ਕੇਅਰ ਨਹੀਂ ਸੀ ਮਿਲਦੀ, ਉਹ ਵੀ ਫਿਰ ਆਪਣਾ ਇਕਨੋਮੀ ਗਰੋਥ ਦੇ ਵਿੱਚ ਹਿੱਸਾ ਲੈ ਸਕਦੇ ਆ। ਜੀ ਬਿਲਕੁਲ, ਤੇ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਨਾਲ ਹੋਣਗੇ ਤਾਂ ਈਜ਼ੀ ਰਹਿੰਦਾ ਹੈਗਾ ਕਿ ਸਕੂਲ ਲਗਾ ਕੇ ਹੀ ਜਿਹੜੇ ਫਿਰ ਟੇਕ ਕੇਅਰ ਉਹਨੂੰ ਕੀਤੀ ਜਾਵੇ। ਸੋ ਇਹ ਪਲੇਟਫਾਰਮ ਦੇ ਵਿੱਚ ਹੈਗਾ ਹੈ ਕਿ ਜਿਹੜਾ ਪਲੇਟਫਾਰਮ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਪੂਰੀਆਂ ਵੀ ਹੋਣਗੀਆਂ। ਦੇਖੋ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਆਵਾਜ਼ ਨਾ ਸੁਣੋ, ਪਰ ਉਹਨਾਂ ਨੇ ਜੋ ਕੀਤਾ ਆ ਉਹ ਦੇਖੋ। ਪਿਛਲੀ ਵਾਰੀ ਜਦੋਂ ਸਾਡਾ ਪਲੇਟਫਾਰਮ ਅਸੀਂ ਬਾਹਰ ਕੱਢਿਆ ਸੀਗਾ 80% ਪੂਰਾ ਹੋ ਗਿਆ। ਉਹ CBC ਤੇ ਇੰਡੀਪੈਂਡੈਂਟ ਗਰੁੱਪਸ ਨੇ ਐਨਾਲਾਈਜ਼ ਕੀਤਾ ਸੀਗਾ, ਤੇ ਜਿਹੜਾ 20% ਆ ਉਹ ਇਨ ਪ੍ਰੋਸੈਸ ਹੈਗਾ ਆ, ਕਰਕੇ ਕਈ ਕੰਮਾਂ ਨੂੰ ਕਰਨ ਨੂੰ ਵਕਤ ਲੱਗਦਾ ਆ। ਸੋ ਇਸ ਕਰਕੇ ਤੁਸੀਂ ਦੇਖੋ ਅਸੀਂ ਪਿਛਲੇ 3 ਸਾਲਾਂ ਦੇ ਵਿੱਚ 80% ਆਪਣੇ ਕੰਮ ਪੂਰੇ ਕਰ ਦਿੱਤੇ, 20 ਹਾਲੇ ਇਨ ਪ੍ਰੋਸੈਸ ਆ। 16 ਸਾਲਾਂ ਦੇ ਵਿੱਚ ਲਿਬਰਲ ਜੋ ਡਿਲੀਵਰ ਨਹੀਂ ਕਰ ਸਕੇ ਸਰੀ ਨੂੰ ਵੱਡੇ ਵਾਅਦੇ ਕਰਕੇ ਹਰੇਕ ਏਰੀਆ ਦੇ ਵਿੱਚ, ਉਹ ਅਸੀਂ ਕਰਕੇ ਦਿਖਾ ਦਿੱਤਾ। ਬਹੁਤ ਕੁਛ ਕੀਤਾ, ਹਾਲੇ ਬਹੁਤ ਕੁਛ ਕਰਨ ਵਾਲਾ ਵੀ ਹੈਗਾ ਆ, ਕਰਕੇ ਸਾਨੂੰ ਪਤਾ ਜਿਹੜੀਆਂ ਕਮੀਆਂ 16 ਸਾਲਾਂ ਦੀਆਂ ਸੀਗੀਆਂ ਅਸੀਂ 3 ਸਾਲਾਂ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਐਕਸਪੀਡਾਈਟ ਕਰਨ ਨੂੰ, ਪਰ ਹਾਲੇ ਵਕਤ ਲੱਗੂਗਾ। ਜਿਨੀ ਦੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਜਾਰੀ ਰਹੇਗੀ। ਹੋਰ ਕਿਤੇ ਲੈ ਕੇ ਚੱਲਾਂਗੇ ਤੁਹਾਨੂੰ। ਕੀਪ ਵਾਚਿੰਗ FYI ਮੀਡੀਆ। BC ਦੇ ਵਿੱਚ ਇਲੈਕਸ਼ਨ ਨੇ ਅਕਤੂਬਰ 24 ਨੂੰ, ਤੇ ਸਭ ਤੋਂ ਵੱਡਾ ਮੁੱਦਾ ਸਰੀ ਦੇ ਵਿੱਚ ਬਣਿਆ ਹੋਇਆ ਹਸਪੀਟਲ ਨੂੰ ਲੈ ਕੇ। ਹਸਪੀਟਲ ਇੱਕ ਚਾਹੀਦਾ ਹੈ ਸਰੀ ਨੂੰ ਹੋਰ, ਕਿਉਂਕਿ ਇੱਕ ਹੀ ਹਸਪੀਟਲ ਹੈ ਜਿੱਥੇ ਲੋਕ ਜਾਂਦੇ ਨੇ, ਤੇ ਨਾਲ ਅਰਜੈਂਟ ਕੇਅਰ ਸੈਂਟਰ ਦੀਆਂ ਅਨਾਉਂਸਮੈਂਟ NDP ਦੇ ਵੱਲੋਂ ਕੀਤੀਆਂ ਗਈਆਂ ਹੈਗੀਆਂ ਨੇ। ਉਹਨਾਂ ਦੇ ਨਾਲ ਜਿਹੜਾ ਹੈਗਾ ਸੌਖਾ ਹੋ ਗਿਆ ਹੈਗਾ ਆ, ਮਰੀਜ਼ਾਂ ਨੂੰ ਇੰਨੀ ਘੰਟੇ ਵੇਟ ਨਹੀਂ ਕਰਨੀ ਪੈਂਦੀ, ਪਰ ਸਟਿਲ ਸਾਨੂੰ ਇੱਕ ਹਸਪੀਟਲ ਦੀ ਲੋੜ ਹੈਗੀ ਹੈ। ਕਦੋਂ ਸਾਨੂੰ ਹਸਪੀਟਲ ਮਿਲੇਗਾ? ਕਿਉਂਕਿ ਸਰੀ ਦੇ ਵਿੱਚ ਫਾਸਟੈਸਟ ਗਰੋਇੰਗ ਸਿਟੀ ਹੈਗੀ ਹੈ, ਤੇ ਸਰੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਹਫਤੇ, ਹਰ ਮਹੀਨੇ,
ਹਰ ਸਾਲ ਜਿਹੜੇ ਇੱਥੇ ਆ ਕੇ ਵਸਦੇ ਨੇ ਤੇ ਇੱਥੇ ਵਸਣਾ ਚਾਹੁੰਦੇ ਨੇ ਕਿਉਂਕਿ ਕਮਿਊਨਿਟੀ ਸਾਡੀ ਆਪਦੀ ਹੈਗੀ ਆ। ਜਿਨੀ ਸਿਮਸ ਨੂੰ ਪੁੱਛਦੇ ਆ ਕਿ ਹਸਪੀਟਲਸ ਨੂੰ ਲੈ ਕੇ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਨੇ, ਮੈਨੂੰ ਲੱਗਦਾ ਹਰ ਵਾਰ ਤੁਹਾਡੇ ਤੋਂ ਇਹ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਸਰੀ ਦੇ ਵਿੱਚ ਹਸਪੀਟਲ ਕਦੋਂ ਆਊਗਾ, ਕਦੋਂ ਆਏਗਾ, ਕਦੋਂ ਆਏਗਾ। ਅਨਾਉਂਸਮੈਂਟ ਇਹਦੀ ਹੋ ਗਈ ਹੈਗੀ ਹੈ, ਪਰ ਅਜੇ ਤੱਕ ਜਿਹੜੀਆਂ ਆਪੋਜੀਸ਼ਨ ਵੱਲੋਂ ਗੱਲਾਂ ਆ ਰਹੀਆਂ ਨੇ ਉਹ ਇਹ ਨੇ ਕਿ ਲੈਂਡ ਨਹੀਂ ਹੈਗੀ, ਫਿਰ ਉਹਦੇ ਕੋਈ ਵੀ ਸਿਰਫ ਸਟੇਟਮੈਂਟਸ ਦੇ ਵਿੱਚ ਕਾਗਜ਼ਾਂ ਦੇ ਵਿੱਚ ਗੱਲਾਂ, ਇੰਪਲੀਮੈਂਟੇਸ਼ਨ ਨਹੀਂ ਹੋਏਗੀ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਵੀ ਤੁਸੀਂ ਇਹ ਸਵਾਲ ਪੁੱਛਿਆ ਆ, ਕਿਉਂਕਿ ਸਾਡੀ ਕਮਿਟਮੈਂਟ ਸੀਗੀ ਵੀ ਸਰੀ ਵਿੱਚ ਹਸਪਤਾਲ ਬਣੇਗਾ, ਕਿਉਂਕਿ 16 ਸਾਲ ਲਈ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, ਕਾਫੀ ਵਾਰੀ ਲਿਬਰਲ ਨੇ ਖੜੇ ਹੋ ਕੇ ਕਿਹਾ ਸੀਗਾ ਸਾਡੇ ਸਰੀ ਪੈਨੋਰਾਮਾ ਦੇ ਵਿੱਚ ਹੀ ਵੀ ਅਸੀਂ ਇਸ ਜਗ੍ਹਾ ਹਸਪਤਾਲ ਬਣਾਵਾਂਗੇ ਹਾਈਵੇ 10 ਤੇ 152 ਤੇ। ਪਰ ਫਿਰ ਉਹ ਜ਼ਮੀਨ ਵੇਚ ਕੇ ਚਲ ਗਏ ਸਸਤੇ ਮੁੱਲ ਨਾਲ ਆਪਣੇ ਡਿਵੈਲਪਰ ਫਰੈਂਡ ਨੂੰ, ਜਿਹੜਾ ਉਹਨਾਂ ਦੇ ਡੋਨਰ ਵੀ ਸੀਗੇ। ਉਹ ਹੋ ਗਿਆ, ਪਰ ਅਸੀਂ ਕਿਹਾ ਸੀਗਾ ਅਸੀਂ ਹਸਪਤਾਲ ਬਣਾਵਾਂਗੇ। ਅਸੀਂ ਸੋਚਿਆ ਜਦੋਂ ਸਾਡੀ ਸਰਕਾਰ ਬਣੀ ਵੀ ਉਹਨਾਂ ਨੇ ਪਲਾਨਿੰਗ ਤਾਂ ਸ਼ੁਰੂ ਕੀਤੀ ਹੋਊਗੀ, ਪਰ ਜਦੋਂ ਅੰਦਰ ਜਾ ਕੇ ਦੇਖਿਆ ਮਿਨਿਸਟਰੀ ਦੇ ਵਿੱਚ ਮਿਨਿਸਟਰ ਡਿਕਸ ਨੇ, ਫਿਰ ਪਤਾ ਲੱਗਾ ਵੀ ਉੱਥੇ ਤਾਂ ਕੋਈ ਪਲਾਨਿੰਗ ਵੀ ਹੈ ਨਹੀਂ, ਨਾ ਤਾਂ ਨਿਸ਼ਾਨ ਵੀ ਹੈ ਨਹੀਂ ਸਰੀ ਸੈਕੰਡ ਹਸਪੀਟਲ ਦਾ। ਇਸ ਕਰਕੇ ਸਾਨੂੰ ਕੰਮ ਸ਼ੁਰੂ ਕਰਨਾ ਪਿਆ। ਪਹਿਲਾਂ ਪ੍ਰੀਮੀਅਰ ਇੱਥੇ ਆ ਕੇ ਅਨਾਊਂਸਮੈਂਟ ਕੀਤੀ, ਫਿਰ ਕਨਸੈਪਟ ਪਲਾਨ ਸ਼ੁਰੂ ਕੀਤਾ। ਕਨਸੈਪਟ ਪਲਾਨ ਉਹ ਚੀਜ਼ ਹੁੰਦੀ ਆ ਜਿਹਦੇ ਨਾਲ ਫਰੇਜ਼ਰ ਹੈਲਥ ਤੇ ਬਾਕੀ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਆ ਉਹ ਸੋਚਦੇ ਆ ਵੀ ਸਾਨੂੰ ਡੇਟਾ ਦੇਖ ਕੇ ਵੀ ਕਿਸ ਤਰ੍ਹਾਂ ਦੀਆਂ ਸਹੂਲਤਾਂ ਚਾਹੀਦੀਆਂ ਆ ਤੇ ਕਿੰਨਾ ਕੁ ਵੱਡਾ ਹਸਪਤਾਲ ਹੋਣਾ ਚਾਹੀਦਾ ਆ। ਇਹ ਹਸਪਤਾਲ ਫੁੱਲ ਸਰਵਿਸ ਹਸਪਤਾਲ ਹੋਊਗਾ। ਉਹ ਕੰਪਲੀਟ ਹੋ ਗਿਆ ਆ ਕਨਸੈਪਟ ਪਲਾਨ। ਜੇ ਤੁਸੀਂ BC ਬਿਡ ਤੇ ਜਾਵੋ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ, ਕੋਈ ਵੀ ਦੇਖ ਸਕਦਾ ਆ, ਕੋਈ ਵੀ ਦੇਖ ਸਕਦਾ ਹੈ। ਅੰਡਰ ਫਰੇਜ਼ਰ ਹੈਲਥ ਕਨਸੈਪਟ ਪਲਾਨ ਇਜ਼ ਕੰਪਲੀਟਡ। ਫਿਰ ਜ਼ਮੀਨ ਦੀ ਗੱਲ ਆ ਗਈ। ਦੇਖੋ ਲਿਬਰਲ ਦੀ ਆਦਤ ਆ ਜ਼ਮੀਨ ਵੇਚਣੀ, ਆਪਣੀ ਬੁੱਕਸ ਬੈਲੈਂਸ ਕਰਨੀ। ਸਾਨੂੰ ਫਿਰ ਦੇਖਣਾ ਪਿਆ ਵੀ ਜ਼ਮੀਨ ਕਿੱਥੇ ਪਈ ਆ। ਅਸੀਂ ਫਿਰ ਦੇਖਿਆ ਵੀ ਸਾਡੇ ਕੋਲ ਜ਼ਮੀਨ ਹੈਗੀ ਆ ਕਲੋਵਰਡੇਲ ਦੇ ਵਿੱਚ, ਨਾਲੇ ਉਹ ਜਗ੍ਹਾ ਵੀ ਵਧੀਆ ਆ ਕੁਆਂਟਮ ਯੂਨੀਵਰਸਿਟੀ ਦੇ ਲਾਗੇ। ਤੁਹਾਨੂੰ ਪਤਾ ਜ਼ਮੀਨ ਬਹੁਤ ਮਹਿੰਗੀ ਹੋ ਗਈ ਆ, ਪਰ ਉਹ ਜ਼ਮੀਨ ਗਵਰਨਮੈਂਟ ਦੀ ਆ। ਉਹ ਜ਼ਮੀਨ ਅਸੀਂ ਸਿਲੈਕਟ ਕਰ ਲਈ ਤਾਂ ਫਿਰ ਬਿਡ ਸਿਸਟਮ ਦੇ ਥਰੂ ਬਿਜ਼ਨਸ ਪਲਾਨਿੰਗ ਸ਼ੁਰੂ ਹੋ ਗਈ। ਉਹ ਬਿਜ਼ਨਸ ਪਲਾਨਿੰਗ ਸ਼ੁਰੂ ਹੋ ਗਈ ਆ ਪਿਛਲੇ ਸਾਲ। ਫਰੇਜ਼ਰ ਹੈਲਥ ਨੇ ਇੱਕ ਵਾਰੀ ਫਿਰ ਥਰੂ BC ਬਿਡ ਆਰਕੀਟੈਕਟ ਹਾਇਰ ਕੀਤਾ, ਇੱਕ ਆਰਕੀਟੈਕਟ ਕੰਪਨੀ ਨੂੰ ਅਵਾਰਡ ਵੀ ਦਿੱਤਾ। ਉਹ ਆਪਣਾ ਕੰਮ ਕਰ ਰਹੇ ਆ। ਸੋ ਜਿਹੜਾ ਆਪੋਜੀਸ਼ਨ ਇਹ ਹਵਾ ਫੈਲਾ ਰਿਹਾ ਆ, ਇਹ ਬਿਲਕੁਲ ਗਲਤ ਆ, ਨੌਨਸੈਂਸ ਆ। ਇੱਦਾਂ ਦੀ ਪੋਲੀਟਿਕਸ ਇੱਥੇ ਚੱਲਣੀ ਨਹੀਂ ਚਾਹੀਦੀ। ਉਹਨਾਂ ਨੂੰ ਵੀ ਪਤਾ ਆ ਵੀ ਕੀ ਪ੍ਰੋਸੈਸ ਹੁੰਦੀ ਆ ਹਸਪਤਾਲ ਬਣਨ ਦੀ। ਹੁਣ ਜਦੋਂ ਬਿਜ਼ਨਸ ਪਲਾਨ ਇਜ਼ ਆਲਮੋਸਟ ਫਿਨਿਸ਼, 1-2 ਮਹੀਨੇ ਵਿੱਚ ਫਿਨਿਸ਼ ਹੋ ਜਾਣਾ ਆ। ਜਦੋਂ ਫਿਨਿਸ਼ ਹੋ ਗਿਆ ਫਿਰ ਬਿਡ ਸਿਸਟਮ ਤੇ ਜਾਊਗਾ, ਫਿਰ ਕਿਸੇ ਨੂੰ ਕੰਟਰੈਕਟ ਮਿਲੂਗੀ ਤਾਂ ਫਿਰ ਸ਼ਵਲਸ ਇਨ ਦ ਗਰਾਊਂਡ ਬਣਨਾ ਸ਼ੁਰੂ ਹੋ ਜਾਊਗਾ। ਪਰ ਅੱਜ ਤੱਕ ਬਹੁਤ ਸਾਰੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਖਰਚ ਗਏ ਆ। ਜੇ ਉਹਨਾਂ ਨੇ ਸਾਡੀ ਗੱਲ ਨਹੀਂ ਮੰਨਣੀ, BC ਬਿਡ ਤੇ ਜਾ ਕੇ ਦੇਖਣ ਤੇ ਉਹ ਵੀ ਕਹੀ ਜਾਂਦੇ ਬਜਟ ਵਿੱਚ ਪੈਸਾ ਹੈ ਨਹੀਂ, ਬਜਟ ਵਿੱਚ ਪੈਸਾ ਹੈ ਨਹੀਂ। ਉਹਨਾਂ ਨੂੰ ਪਤਾ ਆ ਕਰਕੇ 16 ਸਾਲ ਲਈ ਉਹ ਰਹੇ ਸੀਗੇ ਸਰਕਾਰ ਦੇ ਵਿੱਚ ਲਿਬਰਲ। ਇੱਕ ਮੈਂ ਇਹ ਵੀ ਗੱਲ ਕਹਿ ਦਿੰਦੀ, ਜਿਹੜਾ ਲੀਡਰ ਆ ਵਿਲਕਿਨਸਨ, ਉਹਨਾਂ ਦਿਨਾਂ ਦੇ ਵਿੱਚ ਪਹਿਲਾਂ ਇਹ ਗੋਰਡਨ ਕੈਂਪਬੈਲ ਦਾ ਐਡਵਾਈਜ਼ਰ ਸੀ, ਫਿਰ ਮਿਨਿਸਟਰ ਵੀ ਰਿਹਾ ਆ। ਸੋ ਇਹਨਾਂ ਨੂੰ ਪਤਾ ਕਿੱਦਾਂ ਕੰਮ ਹੁੰਦੇ ਆ। ਸੋ ਇਹਨਾਂ ਨੂੰ ਇਹ ਵੀ ਪਤਾ ਆ ਵੀ ਉਹ ਜਿਹੜੇ ਪੈਸੇ ਹੁੰਦੇ ਆ ਆਪਰੇਟਿੰਗ ਬਜਟ 'ਚ ਨਹੀਂ ਪਹਿਲਾਂ ਹੁੰਦੇ, ਉਹ ਕੈਪੀਟਲ ਬਜਟ ਵਿੱਚ ਹੁੰਦੇ ਆ। ਕੈਪੀਟਲ ਬਜਟ ਵਿੱਚ ਇਸ ਵਕਤ NDP ਦੇ ਕੋਲ ਇਲੈਕਸ਼ਨ ਖੋਲ੍ਹ ਕਰਨ ਤੋਂ ਪਹਿਲਾਂ $29 ਬਿਲੀਅਨ ਪਿਆ ਆ। ਉਹਦੇ ਵਿੱਚੋਂ ਸਿਰਫ ਸਦੀ ਦਾ ਨਹੀਂ, ਹੋਰ ਵੀ ਹਸਪਤਾਲ ਬਣਨੇ ਆ। ਜਦੋਂ ਕੰਟਰੈਕਟ ਮਿਲ ਜਾਊਗੀ ਕਿਸੇ ਨੂੰ, ਪੈਸਾ ਖਰਚਣ ਹੋਣ ਲੱਗ ਜਾਊਗਾ, ਫਿਰ ਉਹ ਕੈਪੀਟਲ ਵਿੱਚੋਂ ਆਪਰੇਟਿੰਗ ਵਿੱਚ ਆ ਜਾਣਗੇ। ਬਹੁਤ ਹੀ ਸਿੰਪਲ ਜਿਹੀ ਗੱਲ ਆ, ਜਿਹੜੀ ਟ੍ਰੈਜਰੀ ਬੋਰਡ ਨੇ ਵੀ ਅਪਰੂਵ ਕਰ ਦਿੱਤਾ। ਪਰ ਜਿਹਨਾਂ ਨੇ ਸਾਡੀ ਗੱਲ ਨਹੀਂ ਵੀ ਮੰਨਣੀ, ਮੈਂ ਕਹਿੰਦੀ ਫਰੇਜ਼ਰ ਹੈਲਥ ਵੱਲ ਨੂੰ ਦੇਖਣ। ਫਰੇਜ਼ਰ ਹੈਲਥ ਬੇਵਕੂਫੀ ਕਰੂਗਾ ਜੇ ਉਹਨਾਂ ਨੂੰ ਪਤਾ ਵੀ ਪਲਾਨਿੰਗ ਤਾਂ ਕੋਈ ਹੈ ਨਹੀਂ। ਆਰਕੀਟੈਕਟ ਨੂੰ ਵੀ ਹਾਇਰ ਕੀਤਾ, ਬਿਜ਼ਨਸ ਪਲਾਨ ਵੀ ਕਰ ਰਹੇ ਆ, ਕਨਸੈਪਟ ਪਲਾਨ ਵੀ ਕੀਤਾ ਆ। ਸੋ ਆਪਾਂ ਨੂੰ ਵੀ ਗੁਮਾਨ ਨਹੀਂ ਹੋਣਾ ਚਾਹੀਦਾ। ਦੇਖੋ ਪਿਛਲੇ 3.5 ਸਾਲਾਂ ਦੇ ਵਿੱਚ ਅਸੀਂ 80% ਵਾਅਦੇ ਪੂਰੇ ਕਰ ਦਿੱਤੇ, 20% ਇਨ ਪ੍ਰੋਸੈਸ ਆ। ਸਾਡਾ ਹਸਪਤਾਲ ਇਜ਼ ਇਨ ਪ੍ਰੋਸੈਸ। I would say it's well ahead of its scheduled time. ਤੇ ਨਾਲੇ ਕੱਲ ਇਹਨਾਂ ਨੇ ਗੱਲ ਕਰ ਦਿੱਤੀ ਆ, ਦੇਖ ਲਓ ਪਲੈਟਫਾਰਮ ਦੇ ਵਿੱਚ ਸਰੀ ਦਾ ਹਸਪਤਾਲ ਹੈ ਨਹੀਂ, ਕਿਉਂਕਿ ਉਹ ਕੈਪੀਟਲ ਬਜਟ ਵਿੱਚ ਉਹਦੀ ਪਲਾਨਿੰਗ ਅੱਗੇ ਹੀ ਕੀਤੀ ਗਈ ਆ। ਉਹ ਸਾਡਾ ਪਿਛਲੀ ਕਮਿਟਮੈਂਟ ਆ,
ਉਹ ਨਵੀਂ ਕਮਿਟਮੈਂਟ ਹੈ ਨਹੀਂ। ਸੋ ਇਸ ਕਰਕੇ ਮੈਨੂੰ ਬਾਜੀ ਵੇਲੇ ਪਤਾ ਨਹੀਂ ਲੱਗਦਾ ਵੀ ਉਹ ਕੀ ਚਾਹੁੰਦੇ ਆ, ਪਰ ਜਾਣ ਕੇ ਉਹ ਜਿਹੜੀ ਹਵਾ ਹੈਗੀ ਬਾਹਰ ਨਾ, ਨਿੱਕੀਆਂ ਨਿੱਕੀਆਂ ਗੱਲਾਂ ਛੱਡਦੇ ਰਹਿੰਦੇ, ਰੋਜ਼ ਨਵੀਂ ਟੋਲ ਲੈਂਦੇ ਆ। ਮੈਨੂੰ ਲੱਗਦਾ ਉਹਨਾਂ ਕੋਲ ਹੋਰ ਕੋਈ ਮੁੱਦਾ ਹੈ ਨਹੀਂਗਾ, ਪਰ ਸਿਰਫ ਇਸ ਵਕਤ ਉਹ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਨੂੰ ਦੇ ਮਨ ਵਿੱਚ ਪਾਈਏ ਵੀ ਹਸਪਤਾਲ ਬਣਨਾ ਨਹੀਂ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ, ਜਿੱਥੇ ਜ਼ਮੀਨ ਆ ਮੈਂ ਉਹਦੇ ਤੇ ਜਾ ਕੇ ਖੜੀ ਹੋ ਕੇ ਦੇਖਿਆ ਹੈਗੀ ਆ, ਸਾਰਿਆਂ ਨੂੰ ਕਹੂੰਗੀ ਜਾ ਕੇ ਦੇਖੋ। ਮੈਂ ਇਹ ਵੀ ਕਹਿੰਦੀ ਆ ਵੀ ਕਨਸੈਪਟ ਪਲਾਨ ਹੋ ਗਿਆ, ਜੇ ਤੁਹਾਨੂੰ ਸਾਡੇ ਤੇ ਨਹੀਂ ਅਤਵਾਰ, ਗੋ ਟੂ BC bid and you will see through Fraser Health ਜਿਹੜੀਆਂ ਕੰਟਰੈਕਟਸ ਦਿੱਤੀਆਂ ਗਈਆਂ ਆ। ਦੇਖੋ ਜਿਹੜੀ ਪ੍ਰੋਸੈਸ ਆ ਬਹੁਤ ਹੀ ਸਿੰਪਲ ਆ। ਜੀ ਬਿਲਕੁਲ, ਨਾਲ ਤੁਸੀਂ ਹੁਣ ਹਸਪੀਟਲ ਦਾ ਦੱਸਿਆ ਹੈ ਕਿ ਆ ਸਕਦਾ ਹੈਗਾ, ਤੁਹਾਨੂੰ ਕੀ ਲੱਗਦਾ ਹੈਗਾ ਕਿ ਜੇ NDP ਦੁਬਾਰਾ ਵਾਪਸ ਆਉਂਦੀ ਹੈਗੀ ਹੈ ਤਾਂ ਕਦੋਂ ਤੱਕ ਸਾਨੂੰ ਹਸਪੀਟਲ ਮਿਲ ਜਾਏਗਾ? ਕਿਉਂਕਿ ਅਨਾਉਂਸਮੈਂਟਸ ਜਦੋਂ ਅਸੀਂ ਹੋਰ ਸਰਜਰੀਜ਼ ਦੀਆਂ ਅਨਾਉਂਸਮੈਂਟਸ ਸੁਣੀਆਂ ਹੈਗੀਆਂ ਨੇ, ਜਾਂ ਅਸੀਂ ਹੋਰ ਜਿਹੜੀਆਂ ਸਕਰੀਨਿੰਗ ਦੀਆਂ ਅਨਾਉਂਸਮੈਂਟਸ ਸੁਣੀਆਂ, ਲੰਗ ਸਕਰੀਨਿੰਗ ਪ੍ਰੋਗਰਾਮ ਦੀਆਂ ਅਨਾਉਂਸਮੈਂਟਸ, ਉਹ ਹਸਪੀਟਲ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਉਣ ਵਾਲਾ ਹੈਗਾ ਆ। ਕੀ ਸੱਚਮੁੱਚ ਦੇ ਵਿੱਚ ਅਗਲੇ 3-4 ਸਾਲ ਦੇ ਵਿੱਚ ਸਰੀ ਦੇ ਵਿੱਚ ਹੋਵੇਗਾ ਹਸਪੀਟਲ? ਦੇਖੋ ਮੈਂ ਕਦੀ ਹਸਪਤਾਲ ਬਣਾਇਆ ਨਹੀਂ। It's going to be ਇੱਕ ਤੋਂ 1.4 to $2 billion ਪ੍ਰੋਜੈਕਟ ਹੈਗੀ ਆ। ਸਟੇਟ ਆਫ ਦੀ ਆਰਟ ਹਸਪੀਟਲ ਹੋਊਗਾ, ਬਟ ਸਟੇਟ ਆਫ ਦੀ ਆਰਟ ਕੈਂਸਰ ਯੂਨਿਟ ਹੋਊਗੀ। ਤੇ ਕਹਿੰਦੇ ਆ ਵੀ ਪਹਿਲਾ ਨਾਰਥ ਅਮਰੀਕਾ ਦੇ ਵਿੱਚ ਲੰਗ ਸਕਰੀਨਿੰਗ ਸੈਂਟਰ ਵੀ ਹੋਊਗਾ। ਹਸਪਤਾਲ ਬਣ ਜਾਣਾ ਆ, ਪਰ ਜਿਸ ਤਰ੍ਹਾਂ ਘਰ ਬਣਾਉਣ ਨੂੰ ਵੀ ਥੋੜ੍ਹਾ ਵਕਤ ਲੱਗ ਜਾਂਦਾ ਹੁੰਦਾ ਆ, ਆਪਾਂ ਨੂੰ ਥੋੜ੍ਹੀ ਪੇਸ਼ੈਂਸ ਦਿਖਾਲਣੀ ਪੈਣੀ ਆ। ਇਨ ਦ ਮੀਨ ਟਾਈਮ ਅਸੀਂ ਸੋਚਿਆ ਵੀ ਅਸੀਂ ਚੁੱਪ ਕਰਕੇ ਨਹੀਂ ਬੈਠੇ ਵੀ ਹਸਪਤਾਲ ਬਣ ਜਾਣਾ, ਸਾਨੂੰ ਹੋਰ ਕੰਮ ਕਰਨ ਦੀ ਲੋੜ ਨਹੀਂ। ਹੈਲਥ ਕੇਅਰ ਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਆ, ਜਿੱਦਾਂ ਆਪਣੇ ਫਰੇਜ਼ਰ ਹੈਲਥ ਦੇ ਵਿੱਚ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਵਿੱਚ 2 ਬਣ ਗਏ ਆ, ਨਰਸ ਪ੍ਰੈਕਟੀਸ਼ਨਰ ਸੈਂਟਰ ਬਣ ਗਿਆ ਆ, ਉਹ ਕਲੋਵਰਡੇਲ ਦੇ ਵਿੱਚ ਹੈਗਾ ਆ, ਇੱਕ ਹੋਰ ਬਣ ਗਿਆ ਸਾਊਥ ਸਰੀ ਦੇ ਵਿੱਚ। ਤੇ ਜਦੋਂ ਮੈਂ ਦੇਖਦੀ ਹਾਂ ਆਲੇ ਦੁਆਲੇ ਤੇ ਜਿਹੜੇ MRI ਮਸ਼ੀਨਸ ਖਰੀਦੇ ਗਏ ਆ, MRI ਵੇਟ ਟਾਈਮਸ ਆ ਡਾਊਨ ਬਾਈ 50%, ਜਿਹੜੇ ਸਰਜਰੀਜ਼ ਆ ਇਲੈਕਟਿਵ ਸਰਜਰੀਜ਼ ਉਹ ਵੀ ਦਵਾ ਛੱਟ ਹੋ ਰਹੀਆਂ ਆ। ਤੇ ਸੋ ਜਿਹੜੇ ਸੀਨੀਅਰਸ ਵਿੱਚ ਅਸੀਂ ਇੰਪਰੂਵਮੈਂਟਸ ਲਿਆਂਦੀਆਂ ਆ, ਉਹ ਤਾਂ ਸਾਰਾ ਮੁਲਕ ਸਾਡੇ ਵੱਲ ਨੂੰ ਦੇਖ ਕੇ ਅਸੀਂ ਉਹਨਾਂ ਲਈ ਮਾਡਲ ਬਣ ਗਏ ਆ। ਅਸੀਂ ਕਹਿੰਦੇ ਬਹੁਤ ਕੁਛ ਕਰਨ ਵਾਲਾ ਆ। ਜਿਹੜੀ ਤੋੜ ਫੋੜ ਲਿਬਰਲ ਕਰਕੇ ਗਏ ਸੀਗੇ, ਜਿਹੜੀਆਂ ਕਮੀਆਂ ਇਹਨਾਂ ਨੇ ਕੀਤੀਆਂ 16 ਸਾਲਾਂ ਦੇ ਵਿੱਚ, ਸਾਡੀ ਪੂਰੀ ਕੋਸ਼ਿਸ਼ ਹੈਗੀ ਅਸੀਂ ਉਹਨਾਂ ਨੂੰ ਪੂਰੀਆਂ ਵੀ ਕਰੀਏ, ਪਰ ਉਦੋਂ ਵਧੀਆ ਵੀ ਕਰੀਏ, ਤੇ ਉਹ ਅਸੀਂ ਕਰ ਰਹੇ ਹਾਂ। ਹੈਲਥ ਕੇਅਰ ਦੇ ਵਿੱਚ ਬਹੁਤ ਕੁਛ ਕੀਤਾ, ਬਹੁਤ ਕੁਛ ਕਰਨ ਵਾਲਾ। ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਗੱਲ ਕੀਤੀ ਹੈਗੀ ਆ ਕਿ ਤੁਸੀਂ ਅੱਜ ਆਪਾਂ ਜਾ ਕੇ ਵੀ ਆਏ ਹੈਗੇ ਆ, ਸਕੂਲਸ ਦੇ ਵਿੱਚ ਜਾ ਕੇ ਆਏ ਆ, ਫਿਰ ਅਸੀਂ ਕੋਰਟ ਦੇ ਵਿੱਚ ਜਾ ਕੇ ਆਏ ਆ, ਉਸ ਤੋਂ ਬਾਅਦ ਅਸੀਂ ਚਾਈਲਡ ਕੇਅਰ ਸੈਂਟਰ ਦੇਖ ਕੇ ਆਏ ਹੈਗੇ ਆ, ਉਸ ਤੋਂ ਬਾਅਦ ਅਸੀਂ ਅਰੀਨਾ ਦੇ ਵਿੱਚ ਜਿਹੜਾ ਹੈਗਾ YMC ਉੱਥੇ ਜਾ ਕੇ ਆਏ ਹੈਗੇ। ਹੁਣ ਅਸੀਂ ਅਰਜੈਂਟ ਕੇਅਰ ਜਿਹੜਾ ਹੈ, ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ, ਉਹਦੇ ਸਾਹਮਣੇ ਖੜੇ ਆ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕੀ ਕੁਝ ਕੀਤਾ ਗਿਆ 3 ਸਾਲਾਂ ਦੇ ਵਿੱਚ? ਦੇਖੋ ਟੋਲਸ ਚੱਲ ਗਏ ਬ੍ਰਿਜ ਤੋਂ, ਉਹਦੇ ਲਈ ਆਮ ਇਨਸਾਨ ਲਈ ਬਹੁਤ ਫਾਇਦਾ ਪਿਆ। ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਜਾਂਦੇ ਸੀਗੇ, ਜਿਹੜੇ ਕੰਮ ਡਾਊਨਟਾਊਨ ਕਰਦੇ ਸੀਗੇ, ਜਿਹੜੇ ਟਰੱਕ ਡਰਾਈਵਰ ਸੀ, ਉਹ ਵੀ ਕਹਿੰਦੇ ਸਾਡਾ ਬਹੁਤ ਫਾਇਦਾ ਹੋਇਆ, ਰਾਈਟ। ਸੋ ਇੱਕ ਟੋਲਸ ਚੱਲ ਗਿਆ, ਇੱਕ MSP ਪ੍ਰੀਮੀਅਮ। ਸਾਡਾ ਇਕੱਲਾ ਸੂਬਾ ਸੀਗਾ ਜਿਹੜਾ MSP ਪ੍ਰੀਮੀਅਮ ਦਿੰਦਾ ਸੀ, ਹੋਰ ਕੋਈ ਸੂਬਾ ਨਹੀਂ ਦਿੰਦਾ, ਉਹ ਵੀ ਅਸੀਂ ਖਤਮ ਕਰ ਦਿੱਤਾ। ਤੇ ਤੁਸੀਂ ਦੇਖੋ ਇਨਫਰਾਸਟਰਕਚਰ, ਪਬਲਿਕ ਟਰਾਂਜ਼ਿਟ ਵਿੱਚ ਸਕਾਈ ਟ੍ਰੇਨ ਬਣਨੀ ਆ ਹੁਣ ਟੂਵਰਡਸ ਲੈਂਗਲੀ, ਤੇ ਫਿਰ ਨਵੀਂ ਪਠਾਲੋ ਬ੍ਰਿਜ। ਇਹ ਕਹੀ ਜਾਂਦੇ ਪਠਾਲੋ ਬ੍ਰਿਜ ਵੀ ਨਹੀਂ ਬਣਨੀ, ਪਰ ਉਹਦੀ ਕੰਟਰੈਕਟ ਦਿੱਤੀ ਗਈ ਆ। ਉਹ ਬਹੁਤ ਵੱਡਾ ਕੰਮ ਪਹਿਲਾਂ ਹੁੰਦਾ, ਜਿਹੜੀ ਇੰਜੀਨੀਅਰਿੰਗ ਐਂਡ ਅਪਰੂਵਲ ਲੈਣੇ ਨਾ, ਇਟਸ ਬੀਨ ਥਰੂ ਦਾ ਹੋਲ ਸਿਸਟਮ। ਉਹ ਤਾਂ ਹੁਣ ਕੰਪਨੀ ਦੇ ਹੱਥ ਵਿੱਚ ਹੈਗੀ ਆ, ਉਹਨਾਂ ਨੇ ਕੰਮ ਸ਼ੁਰੂ ਕਰ ਦੇਣਾ, ਕੀਤਾ ਹੀ ਆ ਵੀ ਹੁਣ ਕਰਨ ਲੱਗ ਪਏ ਆ। ਉਹ ਵਰਕਰਸ ਹਾਇਰ ਕਰਦੇ ਆ, ਪਰ ਲਿਬਰਲ ਫਿਰ ਵੀ ਕਹੀ ਜਾਂਦੇ ਆ ਬ੍ਰਿਜ ਨਹੀਂ ਬਣੀ, ਬ੍ਰਿਜ ਨਹੀਂ ਬਣਨੀ। ਇਹਨਾਂ ਨੂੰ ਤਾਂ ਬਣਾਉਣੀ ਵੀ ਨਹੀਂ ਸੀਗੀ। ਅਸੀਂ ਇਹ ਵੀ ਕਿਹਾ ਵੀ ਸਿਟੀ 'ਤੇ ਨਾ ਬੋਝ ਪਵੇ, ਉਹ ਜਿਹੜੀ ਬ੍ਰਿਜ ਆ ਉਹਦਾ 100% ਖਰਚਾ ਪ੍ਰੋਵਿੰਸ਼ੀਅਲ ਸਰਕਾਰ ਚੁੱਕੂਗੀ, ਤੇ ਉਹਦੀ ਮੇਨਟੇਨੈਂਸ ਵੀ ਫਿਰ ਪ੍ਰੋਵਿੰਸ਼ੀਅਲ ਸਰਕਾਰ ਦੇ ਥੱਲੇ ਹੀ ਆ ਜਾਣੀ ਆ। ਤੇ ਜਦੋਂ ਮੈਂ ਦੇਖਦੀ ਸਾਡੇ ਐਜੂਕੇਸ਼ਨ ਵੱਲ, ਹੈਲਥ ਕੇਅਰ ਵੱਲ, ਇੱਕ ਅਫੋਰਡੇਬਲ ਹਾਊਸਿੰਗ, ਤੁਸੀਂ ਸਰੀ ਵਿੱਚ ਦੇਖੋ, ਜਦੋਂ ਆਪਾਂ ਅੱਗੇ ਵਾਲੀ ਸਟ੍ਰਿਪ 'ਤੇ ਜਾਈਦਾ ਸੀਗਾ, ਕਿੱਦਾਂ ਲੋਕ ਪਏ ਹੁੰਦੇ ਸੀ, ਬਾਜ ਵੇਲੇ ਲੱਗਦਾ ਸੀ ਵੀ ਅਸੀਂ ਪਤਾ ਨਹੀਂ ਕਿਤੇ 3rd ਵਰਲਡ ਕੰਟਰੀ ਵਿੱਚ ਚੱਲ ਗਏ ਆ। ਹੁਣ ਤੁਸੀਂ ਉੱਥੇ ਜਾਵੋ, ਤੁਹਾਨੂੰ ਉਹ ਦਿਸਦਾ ਨਹੀਂ। ਕਰਕੇ ਅਸਿਸਟਿਡ ਲਿਵਿੰਗ ਉਹਨਾਂ ਲਈ ਉੱਥੇ ਤਿਆਰ ਕੀਤੀ ਆ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਕਾਉਂਸਲਿੰਗ ਵੀ ਮਿਲਦੀ ਆ। ਆਪਾਂ ਦੇਖੀਏ ਰੋਸ਼ਨੀ ਕਲੀਨਿਕ, ਸਾਊਥ ਏਸ਼ੀਅਨ ਕਲਚਰਲੀ ਸੈਂਸਿਟਿਵ ਕਲੀਨਿਕ ਟੂ ਫਾਈਟ ਡਰੱਗ ਐਡਿਕਸ਼ਨਸ, ਡਰੱਗ ਐਂਡ ਐਲਕੋਹਲ ਐਡਿਕਸ਼ਨਸ। ਆਪਾਂ ਦੇਖੀਏ ਆਪਣਾ ਨਿਊ ਲੌਂਗ ਟਰਮ ਕੇਅਰ ਫੈਸਿਲਿਟੀ ਜਿਹੜੀ ਬਣਨੀ ਆ ਸਰੀ ਦੇ ਵਿੱਚ, ਦ ਫਰਸਟ ਸਾਊਥ ਏਸ਼ੀਅਨ ਇਨ ਦ ਵੈਸਟਰਨ ਵਰਲਡ,
ਉਹ ਵੀ ਸਾਡੇ ਸਰੀ ਵਿੱਚ ਹੀ ਹੋਣੀ ਆ। ਉਹ ਵੀ ਅਸੀਂ ਉਹਦੀ ਬਜਟ ਫਰੇਜ਼ਰ ਹੈਲਥ ਨੇ ਸਭ ਕੁਝ ਅਨਾਉਂਸ ਕਰ ਦਿੱਤਾ ਆ। ਮੈਂ ਵੀ ਨਾਲ ਹੀ ਸੀਗੀ ਜਦੋਂ ਅਸੀਂ ਕੀਤਾ ਆ। ਹੁਣ ਜਦੋਂ ਮੈਂ ਦੇਖਦੀ ਹਾਂ ਵੀ ਜੋ ਕੁਛ ਸਾਡੇ ਨਵੇਂ ਪ੍ਰੋਗਰਾਮ ਵਿੱਚ ਹੈਗਾ, ਪਲੇਟਫਾਰਮ ਵਿੱਚ ਹੈਗਾ ਆ, ਇੱਕ ਚੀਜ਼ ਐਨ ਮੇਰੇ ਮੂਹਰੇ ਆ ਗਈ ਜਿਹਦਾ ਲੋਕ ਬਹੁਤ ਕੰਪਲੇਂਟ ਕਰਦੇ ਸੀਗੇ। ਕਹਿੰਦੇ ਸੀਗੇ ਵੀ ਸਾਨੂੰ ਇੱਥੇ ਇੱਕ ਹੋਰ ਮੈਡੀਕਲ ਸਕੂਲ ਚਾਹੀਦਾ, ਅਤੇ ਉਹ ਹੁਣ ਨਵਾਂ ਮੈਡੀਕਲ ਸਕੂਲ ਬਣੂਗਾ ਜਿੱਥੇ ਡਾਕਟਰਸ ਐਂਡ ਨਰਸਿਸ ਦੀ ਟ੍ਰੇਨਿੰਗ ਹੋਊਗੀ। ਉਹਦੀ ਵੀ ਜ਼ਰੂਰਤ ਸੀਗੀ। ਇੱਕ ਚੀਜ਼ ਹੋਰ ਜਿਹੜੀ ਸ਼ਾਇਦ ਲੋਕਾਂ ਨੇ ਪੜ੍ਹੀ ਨਹੀਂ, ਉਹ ਹੈਗੀ ਆ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ। ਉਹਦਾ ਵੀ ਐਲਾਨ ਕੀਤਾ ਗਿਆ ਵੀ ਕਮਿਊਨਿਟੀ ਨਾਲ ਰਲ ਕੇ ਸਲਾਹ ਬਣੂਗੀ ਵੀ ਕਿੱਥੇ ਬਣਾਉਣਾ ਆ, ਵੀ ਕਿਸ ਤਰੀਕੇ ਦੇ ਨਾਲ ਬਣਾਉਣਾ ਆ। ਉਹ ਵੀ ਆਪਣੀ ਕਮਿਊਨਿਟੀ ਲਈ ਬਹੁਤ ਕੁਛ ਹੈਗਾ ਆ। ਮੈਂ ਆਪਣੀ ਕਮਿਊਨਿਟੀ ਨੂੰ ਇੱਕੋ ਹੀ ਗੱਲ ਪੁੱਛੂੰਗੀ, 16 ਸਾਲ ਲਿਬਰਲ ਸਰਕਾਰ ਰਹੀ ਆ, ਉਹਨਾਂ ਨੇ ਕੀ ਕੀਤਾ ਸਰੀ ਲਈ ਅਤੇ ਕੀ ਕੀਤਾ ਸਾਡੀ ਕਮਿਊਨਿਟੀ ਲਈ। ਮੈਂ ਕਹਿ ਦਊਂਗੀ ਵੀ ਜੇ ਤੁਸੀਂ ਗ੍ਰਾਫ ਬਣਾਵੋ, ਉਹ ਇੱਥੇ ਆਉਣਗੇ ਉਹ ਜਾਂ ਫੇਲਿੰਗ ਗ੍ਰੇਡ, ਅਤੇ NDP has done very very well and ਤੇ ਹਾਲੇ ਅਸੀਂ ਹੋਰ ਵੀ ਕਰਾਂਗੇ, ਕਿਉਂਕਿ ਸਾਨੂੰ ਪਤਾ ਮਲਟੀਕਲਚਰਲਿਜ਼ਮ ਸਿਰਫ ਲਫ਼ਜ਼ ਨਹੀਂ। ਉਹਨਾਂ ਨੂੰ ਜੇ ਅਸੀਂ ਲਾਈਫ ਦੇਣੀ ਆ, ਜੇ ਅਸੀਂ ਮਲਟੀਕਲਚਰਲਿਜ਼ਮ ਪ੍ਰੈਕਟਿਸ ਕਰਨਾ ਆ, ਫਿਰ ਸਾਡੇ ਬਜ਼ੁਰਗਾਂ ਨੂੰ ਜਗ੍ਹਾ ਚਾਹੀਦੀਆਂ ਆ ਜਿੱਥੇ ਉਹਨਾਂ ਨੂੰ ਕਲਚਰਲੀ ਸੈਂਸਿਟਿਵ ਕੇਅਰ ਮਿਲੇ। ਜੀ ਬਿਲਕੁਲ, ਪਲੇਟਫਾਰਮ ਜਿਹੜਾ ਅਨਾਉਂਸ ਹੋ ਗਿਆ ਹੈਗਾ ਫੁੱਲੀ ਪਲੇਟਫਾਰਮ, ਜਿਹੜਾ NDP ਸਰਕਾਰ ਕੱਲੀ ਇਹੋ ਜੀ ਜਿਹੜੀ ਪਾਰਟੀ ਹੈਗੀ ਹੈ ਜਿਨ੍ਹਾਂ ਨੇ ਆਪਣਾ ਪਲੇਟਫਾਰਮ ਅੱਗੇ ਰੱਖਿਆ ਹੈਗਾ ਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਾਪਸ ਕੌਂਸਟੀਚੁਐਂਸੀ ਆਫਿਸ ਚੱਲੀਏ ਤੇ ਉੱਥੇ ਜਾ ਕੇ ਜਿਹੜਾ ਹੈ ਗੱਲਬਾਤ ਕਰੀਏ ਕਿ ਅੱਗੇ ਪਲੇਟਫਾਰਮ ਦੇ ਵਿੱਚ ਕਿਹੜੇ ਕਿਹੜੇ ਪ੍ਰੋਮਿਸਿਸ ਹੈਗੇ ਨੇ। ਸੋ ਵਾਪਸ ਅਸੀਂ ਇਹਨਾਂ ਦੇ ਜੋ ਵੋਟਿੰਗ ਦੇ ਲਈ ਹੁਣ ਇਹਨਾਂ ਦਾ ਇਲੈਕਸ਼ਨ ਆਫਿਸ ਹੈਗਾ ਆ, ਉੱਥੇ ਜਾਂਦੇ ਹਾਂ, ਕਿਉਂਕਿ ਕੌਂਸਟੀਚੁਐਂਸੀ ਆਫਿਸ ਇਲੈਕਸ਼ਨ ਆਫਿਸ ਜਿਹੜਾ ਹੈਗਾ ਆ ਉਹ ਇੱਕੋ ਪਲਾਜ਼ਾ ਦੇ ਵਿੱਚ ਹੈਗਾ। ਤੁਹਾਨੂੰ ਉੱਥੇ ਵਾਪਸ ਲੈ ਕੇ ਜਾਂਦੇ ਆ ਤੇ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸੋ ਅਸੀਂ ਹੁਣ ਇਲੈਕਸ਼ਨ ਆਫਿਸ ਦੇ ਵਿੱਚ ਵਾਪਸ ਆ ਗਏ ਹੈਗੇ ਆ। ਜਿਨੀ ਦੇ ਨਾਲ ਅੱਜ ਗੱਲਬਾਤ ਹੋਈ, ਖਾਸ ਮੁਲਾਕਾਤ ਹੋਈ ਜਿਨੀ ਦੇ ਨਾਲ। ਜਿਨੀ ਅੱਜ ਅਸੀਂ ਜਾਣਿਆ ਕਿ ਕਿੱਦਾਂ ਜਿਨੀ 9 ਸਾਲ ਦੀ ਜਿਨੀ ਅੱਜ 2020 ਦੇ ਵਿੱਚ ਦੁਬਾਰਾ ਤੋਂ ਰੇਸ ਦੇ ਵਿੱਚ ਹੈਗੀ ਆ NDP ਦੇ ਵੱਲੋਂ MLA ਬਣਨ ਦੇ ਲਈ। ਤੇ ਬਹੁਤ ਸਾਰੇ ਹੋਰ ਕੁਐਸਚਨ ਵੀ ਹੈਗੇ ਨੇ, ਜਿੱਦਾਂ ਪਲੇਟਫਾਰਮ ਸਾਰਾ ਰਿਲੀਜ਼ ਕਰ ਦਿੱਤਾ ਗਿਆ NDP ਦੇ ਵੱਲੋਂ। ਬਹੁਤ ਸਾਰੇ ਵਾਅਦੇ ਕੀਤੇ ਗਏ ਹੈਗੇ ਨੇ, ਵਾਅਦੇ ਤੇ ਦਾਅਵੇ ਮੈਂ ਕਹੂੰਗੀ ਕਿ ਅਸੀਂ ਇਹ ਕੀਤਾ ਹੈਗਾ ਤੇ ਅਗਲੇ ਸਾਲਾਂ ਦੇ ਵਿੱਚ ਇਹ ਕਰਾਂਗੇ। ਪਰ ਹੁਣ ICBC ਵੀ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਹੈਗਾ ਬਣਿਆ ਹੋਇਆ। ਰਿਬੇਟ ਚੈੱਕਸ ਜਿਹੜੇ ਨੇ ਉਹ ਕਹੇ ਗਏ ਨੇ, ਹੁਣ ਅਨਾਉਂਸ ਹੋਏ ਨੇ ਜਦੋਂ ਇਲੈਕਸ਼ਨ ਅਨਾਉਂਸ ਹੋਈਆਂ ਹੈਗੀਆਂ ਨੇ, ਤੇ ਉਹ ਪਹਿਲਾਂ ਕਿਉਂ ਨਹੀਂ ਕੀਤੇ ਗਏ। ਤੇ ਹੁਣ ICBC ਜੇ ਅਸੀਂ ਲਿਬਰਲਸ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਆ ਕਿ ਅਸੀਂ ਪ੍ਰਾਈਵੇਟਾਈਜ਼ ਕਰ ਦੇਣਾ ਹੈਗਾ, ਮੋਨੋਪੋਲੀ ਜਿਹੜੀ ਨਹੀਂ ਹੋਣੀ ਚਾਹੀਦੀ ਹੈਗੀ। ਉਹਦੇ ਬਾਰੇ ਵੀ ਤੁਹਾਡਾ ਕੀ ਕਹਿਣਾ? ਥੈਂਕ ਯੂ। ICBC ਦਾ ਬਹੁਤ ਵੱਡਾ ਮੁੱਦਾ ਆ, ਕਿਉਂਕਿ ਜਦੋਂ ਸਾਡੀ ਸਰਕਾਰ ਬਣੀ ਸੀਗੀ, ਲਿਬਰਲਸ ਨੇ ਜਿੱਦਾਂ ਆਪਾਂ ਕਹੀਦਾ ਵੀ ਡੰਪਸਟਰ ਫਾਇਰ ਬਣਾ ਦਿੱਤਾ ਸੀਗਾ ICBC ਦਾ। ਵਿੱਚੋਂ $1 ਬਿਲੀਅਨ ਤੋਂ ਉੱਪਰ ਡਾਲਰ ਕੱਢ ਕੇ ਆਪਣੀ ਬੁੱਕਸ ਬੈਲੈਂਸ ਕਰ ਦਿੱਤੀ, ਪਰ ਉਹਨੂੰ ਖੋਖਲਾ ਕਰ ਦਿੱਤਾ। ਇਹ ਵੀ ਪਤਾ ਲੱਗਾ ਵੀ ਇਹਨਾਂ ਨੇ ਰਿਪੋਰਟ ਕਮਿਸ਼ਨ ਕੀਤੀ ਸੀਗੀ ਜਿਹੜੀ ਆ ਗਈ ਸੀ, ਪਰ ਇਹਨਾਂ ਨੇ ਉਹਨੂੰ ਰਿਲੀਜ਼ ਨਹੀਂ ਕੀਤਾ ਕਰਕੇ ਇਲੈਕਸ਼ਨ ਹੋਣ ਵਾਲਾ ਸੀਗਾ ਤੇ ਫਿਰ ਲੀਕ ਹੋ ਗਈ ਸੀਗੀ। ਉਸ ਰਿਪੋਰਟ ਵਿੱਚ ਲਿਖਿਆ ਗਿਆ ਸੀਗਾ ਵੀ ਪ੍ਰਾਈਵੇਟਾਈਜੇਸ਼ਨ ਇਜ਼ ਨਾਟ ਗੁੱਡ ਫੋਰ ਦੀ ਡਰਾਈਵਰਸ। ਅਤੇ ਕਿਉਂਕਿ ਸਾਨੂੰ ਪਤਾ ਆ ਇਹ ਜਿਹੜੀ ICBC ਇੰਸ਼ੋਰੈਂਸ ਹੈਗੀ ਆ, ਇਹ ਬਣਾਈ ਸੀਗੀ ਡੇਵ ਬੈਰਟ ਨੇ, ਉਹਨਾਂ ਦਿਨਾਂ ਵਿੱਚ ਸ਼ੁਰੂ ਹੋਈ ਸੀਗੀ। ਅਤੇ ਸਾਰੇ ਸੂਬੇ ਦੂਸਰੇ ਸਾਡੇ ਵੱਲ ਨੂੰ ਦੇਖਦੇ ਆ ਅਤੇ ਕਹਿੰਦੇ ਸਾਨੂੰ ਵੀ ਇਸ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਆ। ਕਿਉਂਕਿ ਜਦੋਂ ਮੈਂ MP ਸੀਗੀ, ਮੈਂ ਟਰੈਵਲ ਕੀਤਾ ਡਿਫਰੈਂਟ ਪ੍ਰੋਵਿੰਸਿਸ ਵਿੱਚ, ਸਭ ਤੋਂ ਵੱਡਾ ਇਸ਼ੂ ਉਹ ਮੈਨੂੰ ਕਾਰ ਇੰਸ਼ੋਰੈਂਸ 'ਤੇ ਪੁੱਛਦੇ ਹੁੰਦੇ ਸੀਗੇ। ਹੁਣ ਬਰੈਂਪਟਨ, ਟੋਰਾਂਟੋ ਵਿੱਚ ਕਾਫੀ ਏਰੀਆ ਹੈਗੇ ਆ ਜਿੱਥੇ ਯੰਗ ਬੱਚਿਆਂ ਨੂੰ ਇੰਸ਼ੋਰੈਂਸ ਵੀ ਨਹੀਂ ਮਿਲਦੀ। ਸੋ ਦੇਖੋ, ਇਹ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਆ। ਪਹਿਲਾਂ ਉਹਨੂੰ ਖੋਖਲਾ ਕਰ ਦਿੱਤਾ, ਤੋੜ ਫੋੜ ਕਰ ਦਿੱਤੀ, ਅਤੇ ਹੁਣ ਕਹਿੰਦੇ ਆ ਵੀ ਉਹਨੂੰ ਪ੍ਰਾਈਵੇਟਾਈਜ਼ ਕਰ ਦਿਓ। ਇਹ ਇਹਨਾਂ ਦਾ ਸ਼ੁਰੂ ਤੋਂ ਇਰਾਦਾ ਸੀਗਾ। ਅਸੀਂ ਉਹ ਨਹੀਂ ਕਰਨਾ। ਪਿਛਲੇ 3 ਸਾਲਾਂ ਦੇ ਵਿੱਚ ਡੇਵਿਡ ਈਬੀ ਨੇ ਬਹੁਤ ਸਾਰਾ ਕੰਮ ਕੀਤਾ ਆ ਉਹਦੇ ਵਿੱਚ ਸੁਧਾਰ ਲੈ ਕੇ ਆਉਣ ਨੂੰ, ਉਹਨੂੰ ਸਟੇਬਲਾਈਜ਼ ਕਰਨ ਨੂੰ। ਅਤੇ ਹੁਣ ਜਿਹੜੀ ਇਨਹਾਂਸਡ ਖੈਰ ਆਉਂਦੇ 1 ਮਈ ਨੂੰ ਲਾਗੂ ਹੋ ਜਾਣੀ ਆ, ਉਹਦੇ ਨਾਲ ਜਿਹੜੀ ਲੋਕਾਂ ਦੀ ਦੇਖਭਾਲ ਹੋਣੀ ਆ ਐਕਸੀਡੈਂਟ ਤੋਂ ਬਾਅਦ, ਅੱਗੇ ਨਾਲੋਂ ਬਹੁਤ ਵਧੀਆ ਹੋਊਗੀ। ਅਤੇ ਨਾਲੇ ਜਿਹੜਾ ਇੰਸ਼ੋਰੈਂਸ ਹੈਗਾ ਆ ਉਹ ਉਦੋਂ ਘੱਟ ਹੋ ਜਾਊਗਾ, ਐਟਲੀਸਟ 20%, ਕਈਆਂ ਦਾ ਇਦੋਂ ਜ਼ਿਆਦਾ ਵੀ ਹੋ ਜਾਊਗਾ। ਸੋ ਦੇਖੋ, ਇਹ ਜਿਹੜੀ ICBC ਹੈਗੀ ਆ, ਇਹ ਹੈਗੀ ਆ ਪਬਲਿਕ ਇੰਸ਼ੋਰੈਂਸ। ਅਤੇ ਮੈਂ ਇੱਕ ਮਿਸਾਲ ਤੁਹਾਨੂੰ ਦੱਸਦੀ ਹਾਂ। ਜਿਹੜੇ ਖੋਂਡੋ ਵਾਲੇ ਆ, ਜਿਹੜੇ ਸਟਰਾਟਾ ਵਿੱਚ ਰਹਿੰਦੇ ਆ, ਉਹਨਾਂ ਦਾ ਬਹੁਤ ਰੌਲਾ ਪੈਂਦਾ ਆ ਵੀ ਸਟਰਾਟਾ ਇੰਸ਼ੋਰੈਂਸ ਦੀ ਪ੍ਰਾਈਸ ਬਹੁਤ ਵੱਧ ਗਈ ਆ, ਆਪਾਂ ਸੁਣੀਦਾ ਹੀ ਆ। ਅਤੇ ਉਹ ਹੁਣ ਕਹਿੰਦੇ ਆ ਵੀ ਇਹਦਾ ਕੁਛ ਹੱਲ ਕਰੋ। ਉਹ ਪ੍ਰਾਈਵੇਟ ਇੰਸ਼ੋਰੈਂਸ ਆ। ਜਦੋਂ ਤੁਹਾਡੇ ਕੋਲ ਪਬਲਿਕ ਇੰਸ਼ੋਰੈਂਸ ਹੋਵੇ ਫਿਰ ਤੁਸੀਂ ਕੋਈ ਹੱਲ ਟੋਲ ਲਈਦਾ ਆ। ਅਤੇ ਅਸੀਂ ਵਿੱਚੋਂ ICBC ਦੇ ਵਿੱਚੋਂ ਗਾਂ ਪੈਸੇ ਨਹੀਂ ਕੱਢਣੇ,
ਜਿਹੜਾ ਉਹਨਾਂ ਦਾ ਸਰਪਲਸ ਹੋਊਗਾ ਉੱਥੇ ਰਹੂਗਾ। ਪਰ ਇੱਕ ਗੱਲ ਬਹੁਤ ਵੱਡੀ ਅਸੀਂ ਕੀਤੀ ਹੈ ਵੀ ਗਾਂ ਜਦੋਂ ਕਿਸੇ ਦਾ ਛੋਟਾ ਜਿਹਾ ਵੀ ਐਕਸੀਡੈਂਟ ਹੁੰਦਾ ਸੀ ਜਾ ਕੇ ਵਕੀਲ ਰੱਖ ਲੈਣਾ। ਉਹ ਜਿਹੜੇ ਵਕੀਲ ਸੀਗੇ 40 to 60% ਕਈ ਲੈ ਜਾਂਦੇ ਹੁੰਦੇ ਸੀਗੇ। ਅਸੀਂ ਉਹ ਜਿਹੜੀ ਬੈਨੀਫਿਟ ਆ ਉਹਨੂੰ ਇੰਨਾ ਇੰਪਰੂਵ ਕਰ ਦਿੱਤਾ ਵੀ ਵਕੀਲਾਂ ਦੀ ਲੋੜ ਹੀ ਨਹੀਂ ਰਹਿਣੀ। ਹੁਣ ਜੋ ਕੁਛ ਐਂਡਰੂ ਵਿਲਕਿੰਸਨ ਐਲਾਨ ਕਰ ਰਿਹਾ ਆ ਉਹ ਬਿਲਕੁਲ ਉਸ ਤਰ੍ਹਾਂ ਦਾ ਹੀ ਆ ਜਿਹੜੀ ਇਹ ਪਹਿਲੀ ਲਿਬਰਲ ਸੀਗੇ। ਵੀ ਪਹਿਲਾਂ ਤਾਂ ਇਹਨਾਂ ਨੇ ਆਪਣੇ ਜਿਹੜੇ ਬਹੁਤ ਹੀ ਆ ਟੌਪ 2% ਦੇ ਦੋਸਤ ਮਿੱਤਰ ਆ ਜਿੱਦਾਂ ਉਹਨਾਂ ਨੂੰ ਕੁਛ ਇਨਾਮ ਦੇਣਾ ਹੁੰਦਾ ਆ ਵੀ ਉਹਨਾਂ ਦੇ ਲਈ ਸੌਖਾ ਕਰਦੇ ਆ ਵੀ ਉਹਨਾਂ ਲਈ ਰਹੂਗਾ, ਫਿਰ ਅਸੀਂ ਪ੍ਰਾਈਵੇਟਾਈਜ਼ ਕਰ ਦੇਵਾਂਗੇ। ਪਰ ਲੌਂਗ ਟਰਮ ਇਟਸ ਨਾਟ ਗੁੱਡ ਫॉर BC, ਇਟਸ ਨਾਟ ਗੁੱਡ ਫॉर ਡਰਾਈਵਰਸ। ICPC ਦੀ ਵੀ ਗੱਲ ਕੀਤੀ ਹੈਗੀ ਹੈ। ਇਲੈਕਸ਼ਨਸ ਦੀ ਜੇ ਗੱਲ ਕਰੀਏ, ਇਲੈਕਸ਼ਨ ਬਹੁਤ ਛੇਤੀ ਅਨਾਉਂਸ ਕੀਤੀਆਂ ਗਈਆਂ, ਸਨੈਪ ਇਲੈਕਸ਼ਨ ਕਾਲ ਕੀਤੀਆਂ ਗਈਆਂ ਕਿ ਇਹ ਦੇਖ ਕੇ ਕੀਤਾ ਗਿਆ ਕਿ ਹੁਣ ਸਾਡੀ ਸਥਿਤੀ ਸਟਰੋਂਗ ਹੈਗੀ ਹੈ ਤੇ ਇਲੈਕਸ਼ਨ ਕਾਲ ਕਰਦੀ ਹੈ, ਕਿਉਂਕਿ ਆਪੋਜੀਸ਼ਨ ਕਹਿ ਰਹੀ ਹੈ ਕਿ ਸਾਡੇ ਕੋਲ ਟਾਈਮ ਵੀ ਹੈ ਨਹੀਂ ਸੀਗਾ। ਕਿਸੇ ਕੈਂਡੀਡੇਟਸ ਸਾਨੂੰ ਇਦਾਂ ਲੱਭਣੇ ਪਏ ਬਹੁਤ ਜਲਦੀ ਦੇ ਨਾਲ ਤੇ ਸਾਨੂੰ ਬੋਰਡਸ ਵਗੈਰਾ ਲਗਾਉਣ 'ਚ ਵੀ ਦਿੱਕਤ ਜਿਹੜੀ ਆ ਰਹੀ ਹੈਗੀ ਹੈ ਕਿਉਂਕਿ NDP ਨੂੰ ਪਹਿਲਾਂ ਹੀ ਪਤਾ ਸੀ ਕਿ ਇਲੈਕਸ਼ਨ ਆਉਣ ਵਾਲੀਆਂ। ਇੱਕ ਗੱਲ ਹੈਗੀ ਆ, ਸਰੀ ਵਿੱਚ ਤੁਸੀਂ ਬੋਰਡ ਲਾ ਨਹੀਂ ਸਕਦੇ ਪਬਲਿਕ ਪਲੇਸ ਦੇ ਵਿੱਚ, ਸੋ ਇਹ ਤਾਂ ਬਸ ਬਹਾਨਾ ਹੀ ਆ। ਇਲੈਕਸ਼ਨ ਸਾਰਿਆਂ ਨੂੰ ਪਤਾ ਸੀਗਾ, ਇੱਕ ਦਿਨ ਦੇ ਨੋਟਿਸ ਤੇ ਹੋ ਸਕਦਾ ਸੀ ਕਿਉਂਕਿ ਸਾਡੇ ਕੋਲ ਮਾਈਨੋਰਿਟੀ ਸਰਕਾਰ ਹੈਗੀ ਆ। ਜਦੋਂ ਤੁਹਾਡੀ ਮਾਈਨੋਰਿਟੀ ਸਰਕਾਰ ਸਟੇਬਲ ਨਾ ਹੋਵੇ ਜਾਂ ਤੁਹਾਨੂੰ ਫੀਲ ਹੋਵੇ ਨਹੀਂ ਸਟੇਬਲ, ਫਿਰ ਇਲੈਕਸ਼ਨ ਖੋਲ੍ਹ ਕੀਤਾ ਗਿਆ। ਕਿਉਂਕਿ ਜਾਂ ਇਲੈਕਸ਼ਨ ਅੱਜ ਕਰੀਏ ਜਾਂ ਮਈ 'ਚ ਕਰੀਏ, ਇਟ ਵਾਸ ਗੋਇੰਗ ਟੂ ਬੀ ਅ ਕੋਵਿਡ ਇਲੈਕਸ਼ਨ। ਜੇ ਕੋਵਿਡ ਦੇ ਥੱਲੇ ਹੀ ਇਲੈਕਸ਼ਨ ਲੜਨਾ ਆ, ਇਹ ਬਹੁਤ ਜ਼ਰੂਰਤ ਹੈਗੀ ਆ ਵੀ ਜਦੋਂ ਸਾਡਾ ਨਵਾਂ ਪਲੇਟਫਾਰਮ ਦੇਖੀਏ ਸਾਰੇ ਦੇਖਦੇ ਆ ਵੀ ਸਾਨੂੰ ਲੌਂਗ ਟਰਮ ਸਟਰੋਂਗ ਮੈਂਡੇਟ ਨਾਲ ਵਾਪਸ ਜਾਣਾ ਚਾਹੀਦਾ, ਜਿਹੜੇ ਮਰਜ਼ੀ ਜਾਵੇ, ਕਿਉਂਕਿ ਉਹਨਾਂ ਦੇ ਉੱਪਰ ਲੋਕਾਂ ਦਾ ਪੂਰਾ ਭਰੋਸਾ ਹੋਵੇ ਵੀ ਆਉਣ ਵਾਲੇ ਦਿਨਾਂ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲ ਸਕਦੇ ਆ। ਸਾਡੀ ਸੂਬੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਕੋਵਿਡ-19 ਦਾ ਪਰਹੇਜ਼ ਰੱਖ ਕੇ ਉਹਨੂੰ ਵਧੀਆ ਰੱਖਿਆ, ਹਾਲੇ ਵੀ ਵੱਧ ਰਿਹਾ ਆ ਪਰ ਫਿਰ ਵੀ ਬਾਕੀ ਸੂਬਿਆਂ ਦੇ ਨਾਲ, ਬਾਕੀ ਮੁਲਕਾਂ ਦੇ ਨਾਲ ਬਹੁਤ ਵਧੀਆ ਆ। ਜਿਸ ਤਰੀਕੇ ਦੇ ਨਾਲ ਅਸੀਂ ਇਕਨੋਮੀ ਚਾਲੂ ਰੱਖੀ, ਦ ਸਟਰੋਂਗੈਸਟ ਇਕਨੋਮੀ ਇਨ ਨਾਰਥ ਅਮਰੀਕਾ ਰਾਈਟ ਨਾਓ, ਆਪਣੇ ਕੋਲ ਇੱਥੇ ਹੈਗੀ ਸਾਰੇ ਸੂਬਿਆਂ ਦੇ ਵਿੱਚੋਂ ਕੈਨੇਡਾ ਦੇ ਵਿੱਚ। ਤੇ ਜਦੋਂ ਅਸੀਂ ਦੇਖੀਏ ਵੀ ਕੰਸਟਰਕਸ਼ਨ ਹੋ ਰਿਹਾ, ਜਿਸ ਤਰ੍ਹਾਂ ਇਨਵੈਸਟਮੈਂਟਸ ਹੋ ਰਹੀ ਆ ਇਨਫਰਾਸਟਰਕਚਰ, ਇਸ ਤਰੀਕੇ ਦੇ ਨਾਲ ਹੀ ਅਸੀਂ ਇਕਨੋਮੀ ਨੂੰ ਕਾਫੀ ਬੂਸਟ ਕੀਤਾ ਆ। ਤੇ ਜਿਹੜਾ ਨਵਾਂ ਪਲੇਟਫਾਰਮ ਹੈਗਾ ਆ ਉਹਦੇ 5 ਜਿੱਦਾਂ ਕਹਿੰਦੇ ਹੁੰਦੇ ਪਿਲਰਸ ਹੈਗੇ ਆ। ਤੇ ਇੱਕ ਪਿਲਰ ਹੈਗਾ ਕੋਵਿਡ, ਵੀ ਗਾਂ ਜਿਹੜਾ ਵੀ ਆਉਣੇ ਵਾਲੇ ਦਿਨ ਉਹਨਾਂ ਨੂੰ ਕਿੱਦਾਂ ਸੰਭਾਲਣਾ ਆ, ਪਰਿਵਾਰਾਂ ਲਈ ਵੀ ਬਿਜ਼ਨਸ ਲਈ ਵੀ। ਅੱਗੇ ਆਪਣੀ ਇਕਨੋਮੀ ਕਿੱਦਾਂ ਚਾਲੂ ਕਰਨੀ ਆ, ਬਹੁਤ ਸਾਰਾ ਉਹਦੇ ਵਿੱਚ ਹੈਗਾ ਵੀ ਜਿਹੜੇ ਸਮੋਲ ਬਿਜ਼ਨਸਮੈਨ ਆ ਤੇ ਮੀਡੀਅਮ ਸਾਈਜ਼ ਬਿਜ਼ਨਸਮੈਨ ਆ, ਉਹਨਾਂ ਨੂੰ ਗਾ ਕਿਸ ਤਰ੍ਹਾਂ ਦੇ ਤਰੀਕੇ ਨਾਲ ਸਪੋਰਟ ਕਰੀਏ। ਫਿਰ ਹੈਗੀ ਆ ਐਜੂਕੇਸ਼ਨ ਦੀ। ਐਜੂਕੇਸ਼ਨ ਸਾਨੂੰ ਬਹੁਤ ਸਖਤ ਜ਼ਰੂਰਤ ਹੈਗੀ ਆ, ਨਵੀਂ ਟਾਈਪ ਆਫ ਟ੍ਰੇਨਿੰਗ। ਅੱਜ ਕੱਲ੍ਹ ਨਵੇਂ ਤਰੀਕੇ ਦੇ ਕੰਮ ਆ ਰਹੇ ਆ, ਨਵਾਂ ਮੈਡੀਕਲ ਸਕੂਲ ਜਿਹੜੀ ਆਪਾਂ ਗੱਲ ਕਰ ਹਟੇ ਆ, ਤੇ ਹੋਰ ਵੀ ਬਹੁਤ ਸਾਰੀ ਟ੍ਰੇਨਿੰਗ, ਵੈਦਰ ਇਟਸ ਇਨ ਹੈਲਥ ਕੇਅਰ, ਵੈਦਰ ਇਟਸ ਇਨ ਐਜੂਕੇਸ਼ਨ, ਵੈਦਰ ਇਟਸ ਇਨ ਦ ਟ੍ਰੇਡਸ। ਤੇ ਇੱਕ ਗੱਲ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਜਿਹੜਾ ਉਸ ਪਲੇਟਫਾਰਮ ਦੇ ਵਿੱਚ ਹੈਗਾ ਆ ਵੀ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਬਣਾਇਆ ਜਾਊਗਾ BC ਦੇ ਵਿੱਚ। ਤੇ ਮੈਨੂੰ ਬਹੁਤ ਵੱਡੀ ਆਸ ਹੈਗੀ ਆ ਉਹ ਮਿਊਜ਼ੀਅਮ ਸਰੀ ਵਿੱਚ ਹੋਊਗਾ, ਕਰਕੇ ਸਾਡੇ ਲੋਕਾਂ ਦਾ ਇੱਥੇ ਗੜ੍ਹ ਹੈਗਾ ਆ। ਪਰ ਸਾਡੇ ਲੋਕ ਜਦੋਂ ਪਹਿਲੇ ਦਿਨ ਤੋਂ ਇੱਥੇ ਆਏ ਆ, ਉਹ ਦੂਸਰੇ ਇਮੀਗ੍ਰੈਂਟਸ ਵਾਂਗੂ ਨਹੀਂ ਆਏ, ਉਹ ਇੱਥੇ ਪੂਰੇ ਹੱਕ ਨਾਲ ਆਏ ਸੀਗੇ। ਕਰਕੇ ਇੰਡੀਆ ਵੀ ਉਦੋਂ ਬ੍ਰਿਟਿਸ਼ ਰਾਜ ਦੇ ਥੱਲੇ ਸੀਗੀ, ਉਹਨਾਂ ਕੋਲ ਵੀ ਉਹੋ ਹੀ ਹੱਕ ਹੋਣੇ ਚਾਹੀਦੇ ਸੀਗੇ ਜਿਹੜੇ ਜਦੋਂ ਪਹਿਲਾਂ ਬ੍ਰਿਟਿਸ਼ ਇੰਗਲੈਂਡ ਤੋਂ ਆਏ ਸੀਗੇ, ਦੇ ਵਰ ਬ੍ਰਿਟਿਸ਼ ਸਿਟੀਜ਼ਨਸ। ਪਰ ਸਾਨੂੰ ਆ ਕੇ ਇੱਥੇ ਬਹੁਤ ਮੁਸ਼ਕਿਲਾਂ ਸਹਿਣੀਆਂ ਪਈਆਂ, ਬਹੁਤ ਠੋਕਰਾਂ ਖਾਧੀਆਂ ਸਾਡੇ ਬਜ਼ੁਰਗਾਂ ਨੇ। ਪਰ ਉਹ ਸਾਡੀ ਜਿਹੜੀ ਹਿਸਟਰੀ ਆ ਸਕੂਲਾਂ ਵਿੱਚ, ਕਮਿਊਨਿਟੀ ਵਿੱਚ ਦੱਸਣ ਦੀ ਬਹੁਤ ਜ਼ਰੂਰਤ ਹੈਗੀ ਆ ਵੀ ਅਸੀਂ ਵੀ ਇਸ ਪ੍ਰੋਵਿੰਸ ਦੇ ਬਣਾਉਣ ਨੂੰ, ਇਹਨੂੰ ਮਜ਼ਬੂਤ ਬਣਾਉਣ ਨੂੰ ਬਰਾਬਰ ਹਿੱਸੇਦਾਰ ਹੈਗੇ ਆ। ਤੇ ਸਾਡੇ ਬੱਚਿਆਂ ਦਾ ਵੀ ਉੱਥੇ ਉਨੇ ਹੀ ਹੱਕ ਹੈਗੇ ਆ ਜਿੰਨੇ ਬਾਕੀ ਸਾਰੇ ਬੱਚਿਆਂ ਦਾ। ਜਿਨੀ ਬਹੁਤ ਸਾਰੇ ਇਸ਼ੂ ਤੁਸੀਂ ਆਪਾਂ ਡਿਸਕਸ ਵੀ ਕਰ ਰਹੇ ਆ, ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ, ਪਰ ਹੁਣ ਜੇ ਅਸੀਂ ਸਾਰੀ ਪੈਨੋਰਾਮਾ ਦੀ ਗੱਲ ਕਰੀਏ ਤਾਂ ਇੱਥੇ ਲੋਕ ਜਿਨੀ ਨੂੰ ਵੋਟ ਕਿਉਂ ਪਾਉਣ? ਵਾਈ ਜਿਨੀ? ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਮੈਂ ਆਵਾਜ਼ ਆਪਣੀ ਉਠਾਈ ਆ ਜ਼ਬਰਦਸਤ, ਪਾਰਲੀਮੈਂਟ ਵਿੱਚ ਵੀ, ਇੱਥੇ ਵੀ, ਆਪਣੇ ਮਿਨਿਸਟਰੀ ਦੇ ਕੰਮ ਵਿੱਚ ਵੀ। ਤੇ ਜਦੋਂ ਮੈਂ ਦੇਖਦੀ ਹਾਂ ਜੋ ਕੁਛ ਸਰੀ ਵਿੱਚ ਹੋ ਰਿਹਾ ਆ ਇਸ ਵਕਤ ਕੰਸਟਰਕਸ਼ਨ ਵਾਈਜ਼, ਬਹੁਤ ਸਾਰੀ ਇਨਵੈਸਟਮੈਂਟ ਇੱਥੇ ਬਿਲਡਿੰਗਸ 'ਚ ਵੀ ਆਈ ਆ, ਪਰ ਲੋਕਾਂ ਨੂੰ ਵੀ ਇੱਥੇ ਬਹੁਤ ਵੱਡਾ ਫਾਇਦਾ ਹੋਇਆ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜਾ ਮੇਰਾ ਆਫਿਸ ਆ, ਇਟਸ ਐਨ ਓਪਨ ਆਫਿਸ। ਅਸੀਂ ਬਹੁਤ ਕੋਸ਼ਿਸ਼ ਕਰੀ ਦੀ ਸਾਰਿਆਂ ਦੀ ਜਿੰਨੀ ਵੀ ਮਦਦ ਕਰ ਸਕੀਏ ਜਿਹੜਾ ਸਾਡੇ ਹੱਥ ਵਿੱਚ ਹੈਗਾ ਆ, ਜੇ ਨਹੀਂ ਅਸੀਂ ਉਹਨਾਂ ਨੂੰ ਗਾਈਡ ਕਰ ਦਈਦਾ ਆ। ਪਰ ਸਭ ਤੋਂ ਜ਼ਿਆਦਾ ਕਿਉਂਕਿ ਜਦੋਂ ਮੈਂ MP ਵੀ ਸੀਗੀ, ਹੁਣ ਮੈਂ MLA ਵੀ ਰਹੀ ਹਾਂ,
ਸਦਾ ਹੀ ਤੁਸੀਂ ਮੇਰੀ ਆਵਾਜ਼ ਜ਼ਬਰਦਸਤ ਸੁਣੀ ਆ। ਸਾਨੂੰ ਜ਼ਰੂਰਤ ਹੈਗੀ ਆ ਵੀ ਜਿਨ੍ਹਾਂ ਨੂੰ ਅਸੀਂ ਪਾਰਲੀਮੈਂਟ ਵਿੱਚ ਜਾਂ ਲੈਜਿਸਲੇਚਰ ਵਿੱਚ ਭੇਜੀਏ, ਸਾਨੂੰ ਉਹਨਾਂ ਤੇ ਭਰੋਸਾ ਹੋਵੇ। ਉਹ ਸਭ ਤੋਂ ਪਹਿਲਾਂ ਕਮਿਊਨਿਟੀ ਦਾ ਤੇ ਸਾਡੇ ਸੂਬੇ ਦਾ ਕੰਮ ਕਰਨਗੇ। ਜੀ ਬਿਲਕੁਲ। ਤੇ ਨਾਲ ਹੁਣ ਕੋਈ ਮੈਸੇਜ ਵੋਟਰਸ ਦੇ ਲਈ, ਕਿਉਂਕਿ ਵੋਟਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਮੇਲ ਇਨ ਬੈਲਟ ਹੈ ਡਿਫਰੈਂਟ ਇਸ ਤਰ੍ਹਾਂ ਇਸ ਵਾਰ ਵੋਟਾਂ ਹੈਗੀਆਂ, ਡੋਰ ਨੌਕਿੰਗ ਦੇ ਲਈ ਤੁਸੀਂ ਜਾ ਨਹੀਂ ਰਹੇ ਹੈਗੇ, ਪਰ ਫਿਰ ਵੀ ਜਿਹੜੇ ਵੋਟਰਸ ਹੈਗੇ ਸਰੀ ਪੈਨੋਰਾਮਾ ਦੇ, ਉਹਨਾਂ ਲਈ ਕੀ ਮੈਸੇਜ ਹੈਗਾ ਆ? ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਮੇਰੇ ਤੇ ਭਰੋਸਾ ਰੱਖਿਆ ਤੇ ਮੈਨੂੰ ਪੂਰੀ ਆਸ ਹੈਗੀ ਆ ਇਸ ਵਾਰੀ ਵੀ ਰੱਖੋਗੇ। ਤੁਹਾਡੇ ਮੋਹਰੇ ਬੇਨਤੀ ਹੈਗੀ ਆ, ਆਪਣੀ ਵੋਟ ਪਾਵੋ, ਪਰ ਆਪਣੀ ਵੋਟ ਸੋਚ ਸਮਝ ਕੇ ਪਾਵੋ। ਇਹ ਦੇਖੋ ਵੀ ਫਾਸਟ ਰੈਕੋਰਡ ਕੀ ਆ ਤੇ ਕੀ ਕੀਤਾ ਸੀ ਮੈਂ। ਇਹ ਵੀ ਤੁਹਾਨੂੰ ਦੇਖਣਾ ਪੈਣਾ ਆ ਵੀ ਜਿਹੜਾ ਲਿਬਰਲ ਕੈਂਡੀਡੇਟ ਹੈਗਾ ਆ ਉਹ ਬੈਠਾ ਸੀਗਾ ਪਾਰਲੀਮੈਂਟ ਵਿੱਚ ਜਦੋਂ ਹਿਊਮਨ ਰਾਈਟਸ ਕਮਿਸ਼ਨ ਨੂੰ ਤੋੜਿਆ ਗਿਆ ਸੀਗਾ। ਉਹ ਬੈਠਾ ਸੀਗਾ ਉੱਤੇ ਜਦੋਂ ਟੀਚਰਸ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਵਾਰ ਕੀਤਾ ਸੀਗਾ। ਉਹ ਉੱਥੇ ਬੈਠਾ ਸੀਗਾ ਜਦੋਂ ਇਮੀਗ੍ਰੈਂਟ ਵੂਮਨ ਜਿਹੜੀਆਂ ਹੈਲਥ ਕੇਅਰ ਦੇ ਵਿੱਚ ਕੰਮ ਕਰਦੀਆਂ ਸੀਗੀਆਂ, ਉਹ ਕੰਮ ਕੰਟਰੈਕਟ ਆਊਟ ਕਰਕੇ ਉਹਨਾਂ ਦੀ ਪੇ ਵਾਜੇ ਵੇਲੇ 50% ਕੰਮ ਹੋ ਗਈ ਸੀਗੀ। ਉਹ ਸਰਕਾਰ ਵਿੱਚ ਬੈਠਾ ਸੀਗਾ ਜਦੋਂ ਬਹੁਤ ਸਾਰੀ ਤੋੜ ਫੋੜ ਸਾਡੇ BC ਦੇ ਵਿੱਚ ਹੋਈ ਸੀਗੀ। ਤੇ ਫਿਰ ਤੁਸੀਂ ਮੇਰਾ ਰੈਕੋਰਡ ਦੇਖੋ ਵੀ ਜਿਹੜੀ ਇਨਵੈਸਟਮੈਂਟ ਸਰੀ ਵਿੱਚ NDP ਨੇ ਪਾਈ ਆ 3 ਸਾਲਾਂ ਦੇ ਵਿੱਚ, ਉਹ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਵੀ ਲਿਬਰਲ ਸਰਕਾਰ 16 ਸਾਲ ਪ੍ਰੋਮਿਸ ਕਰਦੀ ਰਹੀ ਪਰ ਕਰ ਨਾ ਸਕੀ। ਹਸਪਤਾਲ ਪ੍ਰੋਮਿਸ ਅਸੀਂ ਬਣਾ ਰਹੇ ਹਾਂ। ਬਿਲਕੁਲ, ਥੈਂਕ ਯੂ ਸੋ ਮਚ ਜਿਨੀ। ਅੱਜ ਮੈਨੂੰ ਲੱਗਦਾ ਲਗਭਗ ਆਪਾਂ ਪੂਰਾ ਦਿਨ ਸਪੈਂਡ ਕੀਤਾ ਹੈਗਾ ਆ, ਤੁਹਾਨੂੰ ਜਾਣਿਆ ਹੈਗਾ, ਤੁਹਾਡੇ ਕੰਮਾਂ ਨੂੰ ਜਾਣਿਆ ਹੈਗਾ, ਅਗਲੇ ਪ੍ਰੋਮਿਸਿਸ ਬਾਰੇ ਜਾਣਿਆ ਹੈਗਾ ਆ। ਹੁਣ ਉਮੀਦ ਕਰਦੇ ਹਾਂ ਕਿ ਜੋ 24 ਤਰੀਕ ਨੂੰ ਜੋ ਵੀ ਕੋਈ ਸਰਕਾਰ ਬਣੇਗੀ, ਆਪਦੇ ਵਾਅਦੇ ਜਿਹੜੇ ਹੈਗੇ ਆ ਉਹ ਜ਼ਰੂਰ ਪੂਰੇ ਕਰੇਗੀ ਤੇ ਜਿਹੜੀ BC ਹੈਗੀ ਆ ਉਹ ਸਾਡੀ ਜਿਹੜੀ ਨੰਬਰ 1 ਤੇ ਹੈਗੀ ਆ ਉਹਨੂੰ ਨੰਬਰ 1 ਤੇ ਅਸੀਂ ਲੈ ਕੇ ਜਾਵਾਂਗੇ। ਤੇ ਜਿਹੜੇ ਕੰਮ ਕਰਨ ਵਾਲੇ ਹੈਗੇ ਆ BC ਦੇ ਵਿੱਚ, BC ਦੇ ਲੋਕਾਂ ਦੇ ਲਈ, ਉਹ ਜਿਹੜੀ ਵੀ ਸਰਕਾਰ ਬਣੇਗੀ ਉਹ ਜ਼ਰੂਰ ਲੋਕਾਂ ਦੇ ਲਈ ਕਰੇਗੀ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਦੇयर ਯੂ ਗੋ। ਸੋ ਗੱਲਬਾਤ ਜਿਨੀ ਦੇ ਨਾਲ ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ ਕਿ ਇਲੈਕਸ਼ਨ ਦੇ ਵਿੱਚ ਕੀ ਹੋ ਰਿਹਾ। ਹੋਰ ਕੈਂਡੀਡੇਟਸ ਦੇ ਨਾਲ ਤੁਹਾਡੀ ਖਾਸ ਮੁਲਾਕਾਤ ਕਰਵਾਵਾਂਗੇ, ਉਹਨਾਂ ਦਾ ਕੀ ਕਹਿਣਾ ਹੈ ਵੱਖ-ਵੱਖ ਹਲਕਿਆਂ ਦੇ ਵਿੱਚੋਂ, ਉਹਨਾਂ ਦੇ ਨਾਲ ਇੱਕ ਦਿਨ ਸਪੈਂਡ ਜਿਹੜਾ ਕੀਤਾ ਜਾਵੇਗਾ ਤੇ ਵੇਖਿਆ ਜਾਵੇਗਾ ਕਿ ਉਹ ਕੀ ਕੁਝ ਕਰ ਰਹੇ ਹੈਗੇ ਨੇ। ਤੁਸੀਂ ਵੋਟ ਪਾਉਣੀ ਹੈਗੀ ਆ, ਆਪਣੀ ਵੋਟ ਜ਼ਰੂਰ ਪਾਓ, ਡੈਮੋਕ੍ਰੈਟਿਕ ਸਾਡਾ ਰਾਈਟ ਹੈਗਾ ਹੈ ਵੋਟ ਪਾਉਣਾ, ਪਰ ਇਹ ਦੇਖ ਕੇ ਵੋਟ ਪਾਓ ਕਿ ਰੈਕਡ ਪਿਛਲਾ ਕੀ ਹੈ। ਐਸ ਜਿਨੀ ਸੈਡ ਕਿ ਜੇ ਤੁਸੀਂ ਦੇਖ ਰਹੇ ਹੈਗੇ ਹੋ ਕਿ ਤੁਹਾਡੇ ਹਲਕੇ ਦੇ ਵਿੱਚ ਲਿਬਰਲ ਕੈਂਡੀਡੇਟ ਵੀ ਹੈਗਾ, NDP ਕੈਂਡੀਡੇਟ ਵੀ ਹੈਗਾ, ਗ੍ਰੀਨ ਕੈਂਡੀਡੇਟ ਵੀ ਹੈਗਾ ਆ, ਇਹ ਨਹੀਂ ਕਿ ਤੁਸੀਂ ਸਿਰਫ ਵੋਟ ਪਾਉਣੀ ਹੈ, ਪਰ ਇਹ ਦੇਖ ਕੇ ਵੋਟ ਪਾਉਣੀ ਹੈ ਕਿ ਕਿਸ ਨੇ ਕੰਮ ਕੀਤੇ ਐਕਚੁਅਲ ਦੇ ਵਿੱਚ, ਕੌਣ ਪ੍ਰੋਮਿਸ ਦੇ ਉੱਤੇ ਖਰਾ ਉਤਰੇਗਾ। ਤੁਹਾਡੇ ਤੱਕ ਇਸ ਤਰ੍ਹਾਂ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ। 24 ਤਰੀਕ ਨੂੰ ਜਿਹੜੀਆਂ ਵੋਟਾਂ ਨੇ, 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਐਡਵਾਂਸ ਪੋਲ ਹੈਗੇ ਆ। ਡੂ ਪਾਰਟਿਸਿਪੇਟ ਇਨ ਵੋਟਸ। ਕੀਪ ਵਾਚਿੰਗ FYI ਮੀਡੀਆ। Thank you so much.